KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:12 ਹੋਏ ਨੇ ਹਲੇ। 9 ਜੁਲਾਈ ਦਾ ਦਿਨ ਹੈ, ਵਰਾ 2020 ਦਾ ਵੀਰਵਾਰ ਹੈ। 25 ਹਾੜ ਨਾਨਕਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਕਹਿੰਦਾ ਤੂੰ ਬਿੜਕ ਰੱਖੀ ਮੈਂ ਕਾਇਮ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ ਤੇ ਸੁਲਗ ਦੇ ਮਸਲਿਆਂ ਤੇ ਗੱਲਬਾਤ ਹੁੰਦੀ ਹੈ। ਸਦਾ ਲੋਕ ਸੱਥ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਜਿਸ ਤਰ੍ਹਾਂ ਸੈੱਟ ਹੋਇਆ 11:30 ਵਜੇ ਫਰੇਜ਼ਰ ਹੈਲਥ ਅਥਾਰਟੀ ਦੇ CEO ਡਾਕਟਰ ਵਿਕਟੋਰੀਆ ਲੀ ਆਉਣਗੇ ਤੇ ਸਾਡੇ ਰੈਜ਼ੀਡੈਂਟ ਕੇਅਰ ਅਟੈਂਡੈਂਟਸ ਦੀਆਂ ਬਹੁਤ ਵੱਡੀਆਂ ਮੁਸ਼ਕਲਾਂ ਨੇ ਜਿਨ੍ਹਾਂ ਦੇ ਬਾਰੇ ਅੱਜ ਗੱਲਬਾਤ ਹੋਏਗੀ। ਜਿੰਨੀ ਕੁ 20 ਮਿੰਟ ਦਾ ਸਮਾਂ ਬਹੁਤ ਹੁੰਦਾ, ਵੱਧ ਤੋਂ ਵੱਧ ਕੋਸ਼ਿਸ਼ ਮੈਂ ਕਰਾਂਗਾ। ਸਵੇਰ ਦੇ ਸੁਨੇਹਿਆਂ ਨੇ ਹੜ ਲਿਆਂਦਾ ਪਿਆ ਯਾਰ। ਮੈਨੂੰ ਦਿਲੀ ਆਪਣੇ ਤੌਰ ਤੇ ਬੜਾ ਸਕੂਨ ਮਿਲਿਆ ਵੀ ਇਹ ਮਸਲਾ ਯਾਰ ਕਿਸੇ ਨੇ ਇਸ ਨੂੰ ਹੱਥ ਨਾ ਕਿਉਂ ਨਾ ਪਾਇਆ। ਆਪਾਂ ਕੋਸ਼ਿਸ਼ ਕਰ ਰਹੇ ਹਾਂ, CEO ਆਉਣਗੇ, ਗੱਲ ਤੋਂ ਬਾਅਦ ਐਟਲੀਸਟ ਸ਼ੁਰੂ ਹੋ ਗਈ ਗੱਲ। ਹੁਣ ਪਲੰਦਾ ਜਿਹੜਾ ਭੇਜਿਆ ਤੁਹਾਡੇ ਸਵਾਲਾਂ ਦਾ, ਜੇ ਨਾ ਕਿਸੇ ਤਣ ਪੱਤਣ ਲੱਗਿਆ ਤੇ 15 ਦਿਨਾਂ ਦੇ ਬਾਅਦ ਫਿਰ ਮਿਨਿਸਟਰ ਨੂੰ ਜਾਊ, ਫਿਰ ਖਿਲਰੂ ਸਾਰੇ। ਸੋ ਇਹਦੇ ਜਿਹੜੇ ਜਨਰਲ ਸਵਾਲ ਨੇ ਉਹਨਾਂ ਨੂੰ ਪੁੱਛੇ ਜਾਣਗੇ। ਮੇਰੇ ਖਿਆਲ ਮੈਂ ਕੋਸ਼ਿਸ਼ ਕਰਾਂਗਾ ਜੇ ਤੁਸੀਂ ਸ਼ਾਮਲ ਤੁਹਾਨੂੰ ਕਰ ਸਿੱਧੇ ਸਵਾਲ ਪੁੱਛ ਸਕੋ। ਡਾਕਟਰ ਲੀ ਨੂੰ ਮੈਂ ਪੁੱਛ ਸਕਦਾ ਵੀ ਜੇ ਤੂੰ ਸਿੱਧੇ ਸਵਾਲ ਲੈ ਸਕਦੇ, ਤੁਸੀਂ ਵੇਟ ਕਰਿਓ ਫੋਨ ਲਾਈਨ ਤੇ। ਜਿਹੜੀਆਂ ਕੁੜੀਆਂ ਸਵਾਲ ਕੋਈ ਪੁੱਛ ਸਕਦੀਆਂ ਜਦ ਮੈਂ ਗੱਲਬਾਤ ਕਰਾਂਗਾ 1:40 ਤੇ ਤੁਸੀਂ ਜੁਆਇਨ ਕਰ ਲਿਓ। ਜੇ ਵਾਅਦਾ ਨਹੀਂ ਮੈਂ ਕਰਦਾ, ਜੇ ਉਹਨਾਂ ਨੇ ਸਮਾਂ ਆਪਣੇ ਕੋਲ ਹੋਇਆ ਜਾਂ ਕੋਈ ਸਵਾਲ ਰਹਿ ਗਿਆ ਤੁਹਾਨੂੰ ਲੱਗਿਆ ਕਿ ਆਹ ਵੀ ਪੁੱਛਣ ਵਾਲਾ, ਫਿਰ ਆ ਜਾਓ, ਜਦੇ ਪੁੱਛ ਲਿਓ ਤੇ ਆਪਾਂ ਗੱਲਬਾਤ ਕਰਾਂਗੇ। ਇਹਦਾ ਆਪਾਂ ਹੱਲ ਕੋਈ ਨਾ ਕੋਈ ਕਰ ਲੈਣਾ। ਤੇ ਕੱਲ ਨੂੰ ਮਿਨਿਸਟਰ ਆਫ ਐਗਰੀਕਲਚਰ ਆ ਰਿਹਾ, ਕੱਲ ਨੂੰ ਆਪਾਂ ਫਾਰਮਰ ਦੀ ਖਾਸ ਤੌਰ ਤੇ ਫਰੂਟ ਗਰੋਅਰਸ ਦੀ ਗੱਲਬਾਤ ਹੋਏਗੀ। ਕੋਸ਼ਿਸ਼ ਹੋ ਰਹੀ ਹੈ ਸ਼ਾਇਦ ਕੱਲ ਨੂੰ 11:30 ਵਜੇ ਮਿਨਿਸਟਰ ਆਪਾਂ ਨੂੰ ਲੱਭ ਜਾਣ ਤੇ ਆਪਣੇ ਫਰੂਟ ਗਰੋਅਰਸ ਦੀ ਵੀ ਗੱਲ ਹੋਵੇ। ਬਈ ਆਹ ਜਿਹੜਾ ਭਾਈਚਾਰ ਬੈਠਾ ਹੈ ਸਿਰ ਤੇ ਝੁੰਬੀਆਂ ਲਈ ਫਿਰਦੇ ਨੇ, ਮੀਂਹ ਦੇ ਵਿੱਚ ਤੁਰੇ, ਗੋਡੇ ਗੋਡੇ ਪਾਣੀ ਗਚਲ ਹੁੰਦੀ ਹੈ, ਇਹਨਾਂ ਦਾ ਵੀ ਕੋਈ ਹੀਲਾ ਹੈ? ਦੇਖਦੇ ਆ ਜਿਵੇਂ ਕਹਾਣੀ। ਤੇ 12 ਤੋਂ 1 ਤੱਕ ਅੱਜ ਭਾਈ ਮਨੀ ਸਿੰਘ ਹੋਰਾਂ ਦਾ ਸ਼ਹੀਦੀ ਦਿਵਸ ਹੈ ਤੇ ਉਸ ਦੀ ਗੱਲਬਾਤ ਮੈਂ ਕਰਨੀ ਆ, ਉਹਨਾਂ ਦੇ ਜੀਵਨ ਬਾਰੇ ਤੇ ਸਿੱਖ ਹਿਸਟਰੀ ਦੇ ਵਿੱਚੋਂ ਕਿ 1736 ਦੇ ਵਿੱਚ ਸ਼ਹੀਦੀ ਹੋਈ, 33 ਦੇ ਵਿੱਚ ਨਵਾਬੀਆਂ ਮਿਲਦੀਆਂ ਤੇ ਨਵਾਬੀਆਂ ਤੋਂ ਬਾਅਦ ਕੀ ਹੋਇਆ ਥੋੜਾ ਜਿਹਾ ਮੈਂ ਉਸ ਪਰਪੇਖ ਦੇ ਵਿੱਚ ਗੱਲ ਕਰਾਂਗਾ। ਤਾਂ ਆਖਰੀ ਘੰਟੇ ਤੁਹਾਡੀ ਸਿਹਤ ਬਾਰੇ ਬਹੁਤ ਚਿਰ ਹੋ ਗਿਆ, ਵੈਦ ਕੋਈ ਟੱਕਰਿਆ ਨਹੀਂ ਤੇ ਗੱਲ ਹੋਈ ਨਹੀਂ। ਅੱਜ ਗੱਲਬਾਤ ਕਰਦੇ ਤੁਹਾਡੀ ਸਿਹਤ ਪੱਬਾਂ ਤੇ ਕਿਵੇਂ ਰੱਖਣੀ ਹੈ। 1844 247 1550 184424715550 ਔਨ 에ਅਰ ਨੰਬਰ ਹੈ। KRPradio.com ਤੇ ਸਿੱਧਾ ਪ੍ਰਸਾਰਣ ਹੁੰਦਾ। ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾ ਦਿੱਤਾ ਜਾਂਦਾ ਲੋਕ ਸੱਥ ਦੇ ਥੱਲੇ ਤੇ ਦੁਬਾਰਾ ਫੇਰ ਸੁਣ ਸਕਦੇ ਹੋ। ਲੋਕ ਸੱਥ LOKSA ਦੇ ਨਾਲ ਡਬਲ T ਪੈਂਦੀ ਹੈ, ਮਤਲਬ E ਤੇ T, ਉਹਦੇ ਬਾਅਦ H। ਲੋਕ ਸੱਥ ਤੁਸੀਂ ਸੁਣ ਸਕਦੇ 604 440 6462। ਦਫ਼ਤਰ ਦਾ ਨੰਬਰ ਹੈ 604 729 1224। ਆਪਣਾ ਨੰਬਰ ਹੈ 6047291224। WhatsApp ਤੇ ਟੈਕਸਟ ਲਈ ਤੁਹਾਨੂੰ ਇਹ ਮੇਰਾ ਸੈੱਲ ਨੰਬਰ ਹੈ ਜਿੱਥੇ ਤੁਸੀਂ ਕੋਈ ਵੀ ਸੁਨੇਹਾ ਭੇਜ ਸਕਦੇ ਹੋ। ਧੰਨਵਾਦ ਹੈ ਜਿਹੜੇ ਵੀ ਆਪਣਾ ਮਸ਼ਵਰਾ ਭੇਜਦੇ ਨੇ ਇਸ ਪ੍ਰੋਗਰਾਮ ਨੂੰ ਵਧੀਆ ਬਣਾਉਣ ਲਈ, ਬਹੁਤਾ ਹੀ ਧੰਨਵਾਦ ਹੈ, ਦਿਲੋਂ ਹੀ ਧੰਨਵਾਦ ਹੈ। harjeet.g@krpradio.com ਜਿੱਥੇ ਤੁਸੀਂ ਈਮੇਲ ਕਰਦੇ ਹੋ। ਫੇਸਬੁੱਕ ਦਾ ਪੇਜ ਤੁਹਾਨੂੰ ਪਤਾ ਹੀ ਹੈ। ਲਗਰੇ ਕੱਚੀਏ ਲਾਲ ਕਰੂੰਬਲ ਗੰਦਲੇ ਸੌਫ ਦੀਏ, ਤੇਰਾ ਸੋਹਜ ਕਰੇਦਾ ਖਲਕਤ ਤੇ ਸਰਦਾਰੀ, ਤੇਰੀ ਚੁੰਨੀ ਤੇ ਇਉਂ ਲਾਲ ਲਕੀਰਾਂ ਵੱਜੀਆਂ ਨੇ ਵੀ ਜੀਕਣ ਮੂੰਗਫਲੀ ਦੇ ਫੁੱਲਾਂ ਉੱਤੇ ਧਾਰੀ, ਤੇਰੀ ਸੇਲੀ ਤਾਂ ਜੋ ਡਾਰ ਹੋਵੇ ਕੋਈ ਚਿੜੀਆਂ ਦੀ, ਜਿਹੜੀ ਪੱਛੋਂ ਦੇ ਵੱਲ ਉੱਡ ਜਾ ਮਾਰ ਉਡਾਰੀ, ਤੈਨੂੰ ਹਵਾ ਦੇ ਬੁੱਲੇ ਨਾਗ ਵਲੇਵਾ ਪਾ ਲੈਂਦੇ, ਚੰਨ ਦਾ ਕੱਕਾ ਚਾਨਣ ਹਿੱਕ ਤੇ ਘਰੇ ਸਵਾਰੀ, ਤੋਪੇ ਧਾਗੇ ਫੁੱਲ ਸਰਾਣੇ, ਤੋਪੇ ਧਾਗੇ ਫੁੱਲ ਸਰਾਣੇ, ਚੁੱਲ੍ਹੇ ਚਰਖਿਆਂ ਤੇ ਤੇਰੇ ਹੰਸਣੀਆਂ ਜੇ ਹੱਥਾਂ ਦੀ ਮੁਖਤਿਆਰੀ, ਤੇਰੇ ਸਾਹਾਂ ਦੇ ਵਿੱਚ ਰੋਹੀ ਗਿੱਧਾ ਪਾਉਂਦੀ ਏ, ਨਹੀਂ ਕੋਈ ਨਾਗ ਲਾ ਗਿਆ ਅੜੀਏ ਕੰਜ ਕੁਆਰ, ਤੇਰੀ ਧੂਣੀ ਜੇੜ ਫਕੀਰੀ ਮੌਤੋਂ ਪਿਆਰੀ, ਨਹੀਂ ਪਾ ਕੇ ਦਰਸ਼ਨ ਹੋ ਗਈ ਧੁੱਪ ਵੀ ਤੜਕਣਹਾਰੀ, ਧਨੀਆਂ ਸੁੰਡ ਰਲਾ ਕੇ ਰੁੱਤਾਂ ਖਾਣ ਪੰਜੀਰੀਆਂ, ਮੌਸਮ ਕੰਨ ਪੜਵਾਉਣ ਦੀ ਕਰਦੇ ਫਿਰਦੇ ਤਿਆਰੀ, ਰੇਤਾ ਟਿੱਬਿਆਂ ਦਾ ਤੂੰ ਮਰੂਏ ਦੇ ਵਿੱਚ ਗੁੰਨਦੀ ਹੈ। ਮਰੂਆ ਬਹੁਤ ਵਧੀਆ ਇੱਕ ਬੂਟੀ ਹੁੰਦੀ ਹੈ, ਸੁਗੰਧ ਬਹੁਤ ਹੁੰਦੀ ਹੈ, ਜੇ ਕਿਸ ਨੂੰ ਯਾਦ ਹੋਵੇ ਖੀਸੇ 'ਚ ਪਾ ਕੇ ਰੱਖਦੇ ਹੁੰਦੇ ਸੀ ਮੁੰਡੇ ਚੜ੍ਹਦੀ ਬਰੇਸ 'ਚ। ਰੇਤਾ ਟਿੱਬਿਆਂ ਦਾ
ਮਰੂਏ ਦੇ ਵਿੱਚ ਗੁੰਨਦੀਆਂ ਟਿੱਬਿਆਂ 'ਚ ਹੁੰਦਾ ਮਰੂਆ, ਨਾਲੇ ਰਵੇਸ਼ਲੀ ਜ਼ਮੀਨ 'ਚ ਰੇਤਾ ਟਿੱਬਿਆਂ ਦਾ ਤੂੰ ਮਰੂਏ ਦੇ ਵਿੱਚ ਗੁੰਨਦੀਆਂ, ਜਦ ਵੀ ਜੰਗਲੇ ਓਲੇ ਬੈਠੇ ਕੱਲੀ ਕਾਰੀ ਜਿਹਦੀ ਯਾਦ ਦਾ ਪਾਣੀ ਬੰਨ ਤੋੜ ਕੇ ਚੜ ਗਿਆ ਨਹੀਂ ਮੁੰਡਾ ਕੱਚਿਆ ਸੇਬਾਂ ਵਰਗਾ ਸ਼ੈਲ ਖਿਡਾਰੀ, ਪਹਿਲਾਂ ਪੱਤਣਾ ਉੱਤੇ ਸ਼ਮਕਾਂ ਦੇ ਨਾਲ ਕੁੱਟਿਆ ਤੂੰ, ਮਗਰੋਂ ਸਾਧ ਬਣੇ ਨੂੰ ਡਾਉਂਦੀ ਪਲੰਗ ਨਵਾਰੀ, ਕੱਚ ਦੀਆਂ ਵੰਗਾਂ ਲਾ ਕੇ ਅੜੀਏ ਨਰਮ ਕਲਾਈਆਂ 'ਚ ਨੀ ਤੂੰ ਚੁੱਕ ਲੈਂਦੀਆਂ ਕੀਕਣ ਕੁੜੇ ਕਟਾਰੀ, ਕੁੱਤਾ ਠੱਕ ਠੱਕ ਵੱਜ ਵੱਜ ਦੱਸਦਾ ਟਿੰਡਾਂ ਦੀ ਕੋਈ ਹਲਚਲ ਨੂੰ, ਕੰਢੇ ਟੋਬਿਆਂ ਦੇ ਬਾਬੇ ਸੁਣੇ ਹੱਸਦੇ ਥਾਂ ਕਿੱਥੇ ਵਲ ਛਾਲ ਨੂੰ, ਮੁੱਛਾਂ ਕੁੰਡੀਆਂ ਨੇ ਹਾਸੇ ਵਿੱਚ ਟਾਲਦਾ ਦਾੜੀ ਦੇ ਖੱਤਾਂ ਦੀ ਗੱਲ ਨੂੰ, ਕੰਨੀ ਚਾਦਰੇ ਦੀ ਪਿੰਜਣੀ ਨੂੰ ਚੁੰਮਦੀ ਤੇ ਜੁੱਤੀ ਜਰਕਾਵੇ ਖੱਲ ਨੂੰ, ਚੰਦ ਹੌਲੀ ਜੇ ਧਰੂ ਕੋਲੋਂ ਪੁੱਛਦਾ ਆਹ ਕੌਣ ਜਾਂਦਾ ਪਿੰਡ ਵੱਲ ਨੂੰ, ਆਹ ਕੌਣ ਜਾਂਦਾ ਪਿੰਡ ਵੱਲ ਨੂੰ। ਪਹਿਲਾ ਹਰਮਨ ਨੇ ਲਿਖਿਆ, ਦੂਜਾ ਸੁਰਿੰਦਰ ਦਾਊ ਮਾਜਰੇ ਨੇ ਲਿਖਿਆ, ਇਕੱਠੇ ਕਰਤੇ। ਅੱਜ ਦੇ ਪ੍ਰੋਗਰਾਮ ਦੇ ਜਿੱਥੇ ਵੀ ਤੁਸੀਂ ਬੈਠੇ ਹੋ, ਧੰਨਵਾਦ ਸਾਰੇ ਜਿੱਥੇ ਵੀ ਸੁਣ ਰਹੇ ਹੋ। ਕੁਝ ਖਬਰਾਂ ਜਿਹੜੀਆਂ ਖਾਸ ਤੁਹਾਡੇ ਤੱਕ ਤੁਹਾਡੇ ਨਾਲ ਮੈਂ ਗੱਲਬਾਤ ਵੀ ਕਰਕੇ ਕਰਦਾ, ਤੇ ਨਾਲ ਹੀ ਅੱਜ ਸਵੇਰ ਦੇ ਜਿਹੜੇ ਮੈਸੇजेस ਆ ਰਹੇ ਨੇ ਕਮਿਊਨਿਟੀ ਹੈਲਥ ਵਰਕਰਸ ਦੇ, ਰੈਜ਼ੀਡੈਂਟ ਕੇਅਰ ਅਟੈਂਡੈਂਟਸ ਜਿਨ੍ਹਾਂ ਨੂੰ ਕਹਿੰਦਾ ਹੋਮ ਸਪੋਰਟ, ਵੀ ਅਲੱਗ-ਅਲੱਗ ਨਾਂ ਨੇ ਸਾਰਾ ਕੁਛ ਇਹਨਾਂ ਦੇ ਜਿਹੜੇ ਰੱਖੇ ਹੋਏ ਨੇ, ਤੇ ਸੋ ਇਹ ਇਸ਼ੂ ਬਹੁਤ ਨੇ। ਇਸ ਦਾ ਹੱਲ ਜਿਹੜਾ ਹੋਣਾ ਚਾਹੀਦਾ, ਇਹ ਬਹੁਤ ਵੱਡੀ ਇਸ਼ੂ ਹੈ ਜਿਹੜਾ, ਤੇ ਇਸ ਤਰ੍ਹਾਂ ਹੀ ਕੱਲ ਜਿਹੜਾ ਵਰਕਰਸ ਦਾ, ਖਾਸ ਤੌਰ ਤੇ ਫਾਰਮਰਸ ਦਾ ਜਿਹੜੀ ਕੱਲ ਦੀ ਗੱਲ ਹੋਈ ਆ, ਉਹ ਵੀ ਬਹੁਤ ਵੱਡੇ ਇਸ਼ੂ ਨੇ, ਤੇ ਉਸ ਦਾ ਹੱਲ ਜਿਹੜਾ ਸਰਕਾਰਾਂ, ਦੇਖੋ ਹੁਣ ਮੈਂ ਮਤਲਬ ਕਹਾਣੀ ਇਹ ਹੈ ਵੀ ਜੇ ਕੋਈ ਪ੍ਰਾਈਵੇਟ ਆਰਗੇਨਾਈਜੇਸ਼ਨ ਹੋਵੇ ਉਹਨੂੰ ਆਪਾਂ ਕਹਿ ਸਕਦੇ ਹਾਂ, ਜਿੱਥੇ ਸਰਕਾਰਾਂ ਦੇ ਥੱਲੇ ਹੁਣ ਫਰੇਜ਼ਰ ਹੈਲਥ ਅਥਾਰਟੀ ਹੈ, ਰੀਸਟਰਕਚਰ ਸਾਰਾ ਕੀਤਾ ਗੋਰਡਨ ਕੈਂਪਬਲ ਦੇ ਸਮੇਂ, CEO ਨੇ, ਸਾਰਾ ਬੋਰਡ ਹੈ, ਇਹ ਮਿਲੀਅਨਸ ਆਫ ਸੈਲਰੀਜ਼ ਨੇ ਇਹਨਾਂ ਦੀਆਂ, ਤੇ ਇਹ ਸਰਕਾਰੀ ਫਿਰ ਨੌਕਰੀ ਤੇ ਪ੍ਰਾਈਵੇਟ ਨੌਕਰੀਆਂ ਦਾ ਕੀ ਹੋਇਆ। ਇੱਕ ਹੋਰ ਮੈਂ ਤੁਹਾਨੂੰ ਦੱਸਾਂ, ਹੁਣ ਕਿਤੇ ਵੀ ਤੁਸੀਂ ਪ੍ਰਾਈਵੇਟ ਕੰਮ ਕਰਦੇ ਹੋ, ਕਿਸੇ EMPLOYE ਨੂੰ COVID-19 ਦੀ ਗੱਲ ਦਾ ਪਤਾ ਲੱਗ ਗਿਆ, ਤੁਹਾਨੂੰ ਬਿਮਾਰ ਹੈ ਉਹ, ਇਹ ਗੱਲ ਦਾ ਖਾਸ ਖਿਆਲ ਰੱਖਣਾ ਕਿ COVID-19 ਜਿਹਨੂੰ ਹੋ ਗਿਆ ਵੀ ਉਹਨੂੰ ਉੱਥੋਂ ਭੇਜ ਦਈਏ ਤੇ ਫੈਸਿਲਿਟੀ ਬੰਦ ਨਾ ਹੋਵੇ, ਇਹ ਨਹੀਂ ਹੋਣਾ, ਕਿਉਂਕਿ ਉਹ ਕਿੱਥੇ ਕਿੱਥੇ ਹੱਥ ਲਾ ਕੇ ਗਿਆ ਪਹਿਲਾ EMPLOYE ਜਿਹਨੂੰ ਹੋਇਆ COVID-19, ਤੇ ਹੁਣ ਅੱਗੇ ਕਿਹਨੂੰ ਹੋ ਸਕਦਾ ਹੈ, ਬਹੁਤ ਵੱਡੇ ਇਸ਼ੂ ਨੇ। ਸੋ ਇਹ ਹੋ ਰਿਹਾ ਹੈ ਹੁਣ, ਅਕਸਰ ਇਹ ਦੇਖਣ ਨੂੰ ਮਿਲ ਰਿਹਾ ਕਿ ਗੱਲਬਾਜੀ ਕਰਕੇ ਬਈ EMPLOYE ਨੂੰ ਘਰੇ ਬਿਠਾ ਦਿਓ ਤੇ ਫੈਸਿਲਿਟੀ ਨਾ ਬੰਦ ਹੋਵੇ। ਕੱਲ ਹੋਈ ਹੈ ਇਹ ਗੱਲ, ਤੇ ਮੁੜ ਕੇ ਜਦ ਤੁਸੀਂ ਐਕਸ਼ਨ 'ਚ ਆਉਂਦੇ ਹੋ ਬਈ ਯਾਰ ਬਾਕੀ ਫਿਰ ਇਹ EMPLOYE ਤਾਂ ਘਰੇ ਬਹਿ ਗਏ ਵਰਕਰ, ਤੇ ਜਿਹੜੀ ਫੈਸਿਲਿਟੀ 'ਚ ਬਾਕੀ ਜੇ ਬਿਮਾਰ ਹੋ ਗਏ ਉਹਨਾਂ ਕੋਈ ਕੌਣ ਹੀਲਾ ਕਰੂ, ਬਾਕੀ ਵਰਕਰ ਜੇ ਆਉਣਗੇ ਉਹ ਕੋਵਿਡ ਕਿੰਨਾ ਵਜ਼ਨ ਪੈਣਾ ਸਰਕਾਰ। ਕੱਲ ਨੂੰ ਜਦੋਂ ਬਿਮਾਰ ਹੋਏ ਫਿਰ ਕੀ ਆ, ਨਹੀਂ ਜਿਹੜੀ ਫੈਸਿਲਿਟੀ ਚੱਲਦੀ ਰਹੂ, ਬੰਦੇ ਘਰੇ ਬਿਠਾ ਦਿੰਦੇ ਜਿਹਨਾਂ ਨੂੰ ਹੋਇਆ, ਤੇ ਫਿਰ ਜਿਹੜੇ ਐਕਸ਼ਨ ਲੈਂਦੇ ਨੇ ਉਹਨਾਂ ਦਾ ਕੰਮ ਇੱਕੋ ਹੀ ਆ ਕਿ ਉਹ ਐਕਸ਼ਨ ਕਰਕੇ ਫਿਰ ਚੀਜ਼ਾਂ ਸਿੱਧੀਆਂ ਕਰ ਦਿੰਦੇ ਨੇ। ਇਹੀ ਗੱਲ ਹੋਈ ਹੈ ਕੱਲ ਵੀ। ਇੱਕ ਫੈਸਿਲਿਟੀ 'ਚ ਨਿਗਾਹ ਰੱਖੋ ਆਲੇ ਦੁਆਲੇ, ਕੋਈ ਵੀ ਵਰਕਰ ਨੂੰ, ਕਿਸੇ ਨੂੰ ਵੀ COVID-19 ਹੋਇਆ, ਉਹਦੇ ਸਿੰਪਟਮ ਬੁਖਾਰ, ਖੰਘ, ਛਿੱਕਾਂ, ਤੇ ਉਹਦਾ ਜਿਹੜਾ ਢਿੱਲਾ ਰਹਿਣਾ, ਢਿੱਲਾ ਕੰਮ ਕਰਨਾ, ਔਰ ਹਲੇ ਇਹ ਗੱਲ ਮੁੱਕੀ ਨਹੀਂ। ਤੁਹਾਡਾ ਇਹ ਜਿਹੜਾ ਬਾਰਡਰ ਹੈ, ਇਹ ਮੈਨੂੰ ਨਹੀਂ ਲੱਗਦਾ ਆਹ ਸਾਲ ਖੁੱਲੂ। 50-50 ਹਜ਼ਾਰ ਦੀ ਗਿਣਤੀ ਵੱਧ ਰਹੀ ਹੈ ਅਮਰੀਕਾ ਵਾਲੇ ਪਾਸੇ। ਸੋ ਇਹ ਇੰਨਾ ਪੋਸੀਬਲ ਨਹੀਂ ਹੋਣਾ ਕਿ ਇਹ ਇੰਨਾ ਛੇਤੀ ਜਿਹੜਾ ਉਹ ਇਹ ਠੀਕ ਹੋ ਜੂ। ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਕਿ ਅੱਜ ਖਾਸ ਗੱਲਬਾਤ ਹੋਣੀ ਹੈ ਰੈਜ਼ੀਡੈਂਟ ਕੇਅਰ ਅਟੈਂਡੈਂਟਸ ਬਾਰੇ, ਹੋਮ ਕੇਅਰ ਜਿਹੜੇ ਹੋਮ ਸਪੋਰਟ ਵਰਕਰਸ ਨੇ, ਕਮਿਊਨਿਟੀ ਹੈਲਥ ਵਰਕਰਸ ਵੀ ਕਹਿ ਜਾਂਦੇ ਨੇ। ਡਾਕਟਰ ਲੀ ਨੇ ਮੇਰੇ ਨਾਲ, ਡਾਕਟਰ ਵਿਕਟੋਰੀਆ ਲੀ ਹੋਰਾਂ ਨੇ ਜਦ ਜੁਆਇਨ ਕੀਤਾ ਫਰੇਜ਼ਰ ਹੈਲਥ ਅਥਾਰਟੀ ਨੂੰ 2010 ਦੇ ਵਿੱਚ ਐਜ਼ ਏ ਮੈਡੀਕਲ ਹੈਲਥ ਆਫਿਸਰ, ਉਦੋਂ ਪਹਿਲਾਂ ਉਹਨਾਂ ਨੇ ਬਹੁਤ ਵਧੀਆ ਆਰਗੇਨਾਈਜੇਸ਼ਨ ਨਾਲ ਕੰਮ ਕੀਤਾ, ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਸੀ, ਯੂਨਾਈਟਿਡ ਨੇਸ਼ਨ ਦੀ ਡਿਵੈਲਪਮੈਂਟ ਪ੍ਰੋਗਰਾਮ,
World Bank ਦੇ ਨਾਲ ਹੈਲਥ ਸਿਸਟਮ, ਹੈਲਥ ਪਾਲਿਸੀ, ਹੈਲਥ ਫਾਈਨੈਂਸਿੰਗ, ਈਕੋ ਹੈਲਥ ਦੇ ਵਿੱਚ, ਚਿਲੀ ਦੇ ਵਿੱਚ ਵੀ ਤੇ ਬ੍ਰਾਜ਼ੀਲ ਦੇ ਵਿੱਚ ਵੀ ਉਹ ਟਰੈਵਲ ਫਿਜ਼ੀਸ਼ੀਅਨ ਦੇ ਤੌਰ ਤੇ ਕੰਮ ਕਰਦੇ ਰਹੇ ਨੇ। ਉਹਨਾਂ ਦੀ ਐਜੂਕੇਸ਼ਨ ਹੈ ਜਿਹੜੀ, ਉਹਨਾਂ ਨੇ ਮੈਡੀਕਲ ਡਿਗਰੀ ਕੀਤੀ ਯੂਨੀਵਰਸਿਟੀ ਆਫ ਵੈਸਟਰਨ ontario ਤੋਂ, ਰਾਇਲ ਕਾਲਜ ਫੈਲੋਸ਼ਿਪ ਕਮਿਊਨਿਟੀ ਮੈਡੀਸਨ ਫਰਮ ਯੂਨੀਵਰਸਿਟੀ ਆਫ ਟੋਰਾਂਟੋ, ਪੋਸਟ ਗ੍ਰੈਜੂਏਟ ਡਿਗਰੀ ਪਬਲਿਕ ਹੈਲਥ ਦੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਫਰਮ ਜੌਨ ਹੌਪਕਿੰਸ ਯੂਨੀਵਰਸਿਟੀ। ਡਾਕਟਰ ਲੀ ਮੇਰੇ ਨਾਲ ਨੇ। ਡਾਕਟਰ ਲੀ, ਗੁੱਡ ਮਾਰਨਿੰਗ। Thank you so much for having me. Thank you very much for sparing some time for us. And I was telling about your qualification, your past experience, and I'm honored that you are with me. Thank so, you. So let us start. So I just want to start by acknowledging how grateful I am to all of our healthcare workers during the COVID-19 response period as well as recovery, but also want to acknowledge the community and partners such as yourself and all of the families and the loved ones that had to make lots of sacrifices during the response period. You know, Fraser Health had more than 50% of cases that we followed up successfully and contact traced more than 7,000 people, and of course had the largest number of hospital patients and intensive care unit patients as well, and we couldn't have done that successfully without your support and the community support, and of course the healthcare heroes that work day to day, minute to minute, doing what they do every day. So I want to first start by saying thank you. Yes, thank you, and I salute all the healthcare workers who are working in very, this very tough time, and their family is at risk, but still they are at front line. I respect and I salute all are in uniform wherever they are. And thank you for taking care for community. It's very big organization. You are head of that. And so the issue we are talking today, on my show, these shows I discuss about community concerns, and I was talking about COVID-19 other day, and suddenly someone called me on air that we are resident care attendants and community health workers, and we serve all our senior citizens and in facilities at their residences, and we are going through so much, and since the private company paramedics, I think, if I correctly name that, and taken by Fraser Health, and then this situation comes there. First of all, the staff, where they are going, who are there to take care about these workers, they are going through mental and verbal abuse there. When they go to get their supplies, the masks and sanitizers and gloves, and they just put ban on that, and they are saying the numbers are limited, we can't give, and that, and so much is going on. When they're deal with like this, and mental and verbal abuse and very bad language being used, I have proof of that and witness of that. This is very concerning. Do you know about this? Do you have some information about this? Yeah, thank you for raising that concern, and of course very troubling for me to hear about the concerns that you've raised and around community health workers' experience. And in terms of the background, as you mentioned, there were community health workers that worked within internal Fraser Health setting for quite a long time, and then there's been transition from some of the private companies that we had contracted out, and those community health workers were transitioned into the internal Fraser Health family to make sure that we improve our services for the vulnerable population that we serve in the community, but also to improve the well-being and safety for community health workers as well. So again, it's very troubling for me to hear
the concerns that have been raised. But the transition, of course, just finished in March, and then COVID-19 hit right away. So I imagine that there's sometimes gaps that we see in the system, especially with the pandemic hitting as soon as we had completed the transition. In terms of the supplies, as you know, through the pandemic, there's been heroic efforts to ensure both provincially and nationally that we garner all of the supplies as much as possible, and we've been successful in the province doing that. I think because of the global shortage, though, there were quite a stringent mechanism to ensure that those allocations are made in a way that would sustain the supply. So they were often done on a daily basis or sometimes on a shift basis. So those control measures were quite stringent. Now, in terms of having the appropriate supplies, of course, everybody should have the recommended supplies. And Doctor, followed up. Sorry to interrupt you. I can't hear you very clearly. Can you speak a little bit loud, or can we just disconnect and try to again? Sure. Can you hear me a bit better? Yeah, now good. It's good. Okay. No, it's good now. It's good now. Okay. Yes, thank you. Sorry about that. Of course, we made sure that the recommended supplies are available, but some of the allocations were quite stringent because of the global pandemic supply. And in terms of any kind of abuse or any kind of concern around how healthcare workers were treated, I think that's very serious, and I would encourage those individuals to either speak to the supervisor or escalate through other measures. We have HR processes in place, and happy to share that through you, and of course is readily available through our own internal channels. But I would encourage everyone that's experienced that to connect internally so that we can escalate and also appropriately look at the individual issues. It's pretty much happening at Newton office on 76 and 132. And I've been told that office staff is mostly family members, and they scratch each other's back. So supply is okay. If there's no supply, we are 4 members of a family and we have 2 pieces of bread, we can share it. But respect should be there. If these workers are not dealt with fully respect and how they will treat the elderly, and they are in pressure. Next will be scheduling. That is major concern. Most of them are casual workers. Even they have 10,000 or 15,000 of hours in their service, and there are no regular positioning. When there's a regular position, then the worker who are already on regular basis, they reapply for that job, and they don't have any benefits, and there's a big gap in their service. They obviously they signed availability for 12 hours, and in 12 hours they are getting 3 or 4 hours. In the morning they get 2 hours. They are waiting on the roadside for 2 or 3 hours. There's no way to go. And in this time, in this situation, they can't come home, change uniform, get shower, and the kids are vulnerable. It's so big issue. Their schedule, work, and availability, these are the major concerns. And the schedule department have a simple worksheet. They can get information in which vicinity a worker is living, and there are so many clients in that area. They don't have to drive 30 or 40 kilometers. They are running from one zone to next zone, and then coming back to the first zone. So this is big mess in scheduling when you put the schedule of these workers. Yeah, you're pointing out some of the issues that we are aware of in terms of there's, well, as I mentioned, the transition of home support services from external providers and contracted to Fraser Health had happened and finished in March, and then COVID-19 occurred. So in the meantime, what we had committed to was to continuing on
with the services that were provided at the contracted level, but of course our commitment is to improve the services, and part of the improvements that we want to see is to have greater number of regular positions instead of just casual positions, because vast majority of the positions were casual. So that work is underway, but of course there's been some delay due to COVID-19 and our ability to make system changes during that time when we were just focusing on the pandemic response. So certainly in terms of concerns around casual work and how that works and opportunities to regularize positions, that work is underway. Now, some of the scheduling and how that's done for casual positions, it's all following the collective agreement, and I think that we are also working on better communication around that. And then another thing that you mentioned around how people could be working in neighborhood models instead of, driving so much to go from one to another, because you're losing valuable time of looking after people during that driving. And that's actually another area and reason that we had brought the services in, because we wanted to actually increase that neighborhood-based model of care and also be able to link better between services, because home support just working in a silo doesn't work very well and needs to connect with other services like whether it's palliative care, primary care, or home health services or long-term care. So I think what you're pointing out are some of the gaps that were existent prior to the transition that we wanted to address with the transition, but there's some timeline in terms of when we were hoping to implement some of these changes versus where we're at because of COVID-19, but we're definitely on it, and those are some of the priority areas that that we're making in terms of program changes. So thank you for raising that as well. Dr. Lee, thank you. And next concern is service time for clients. It was hour, now it's 45 minutes, and some are 30 minutes. I know it depends upon condition of a client, but in 45 minutes when they get to their residence, they are, they are on bed, they are very elder and sick. They have to get up and get service, whether washroom or cleaning them, changing them. It doesn't fit in 45 minutes, and every hour they are losing 15 minutes. Then they are running to next. I can understand everything, the casual or permanent. But when a human being, a touch there, a person can't leave a sort of parents there when they need it, and they have to run. Then they are going to next client. That client is upset, and he or she is complaining to supervisor, and then big boss supervisor shows there. You did this, you did this, you did this. So what is the basis of the time of service? How we decide that? Yeah, so of course the role of a community health worker is incredibly important to us, as well as the clients and patients that the community health workers care for. And as you mentioned, some of the clients need more care and some of them need a little bit less, and it's all dependent on the individual needs. So what normally happens in terms of the process is that people apply to be part of the home support program. There is an intake process where there's a detailed look at the kinds of care that's provided and that's needed and requested, and then that's based on a provincial model of how allocation of number of minutes to different types of services. So it's based on those guidelines. Now, sometimes care needs do change for individuals, and of course, when that occurs, whether it's actually for more care or sometimes it's actually less care as people get better from an existing disease, or whether it's post-surgical support that's required. So those changes can also be made. So I would encourage the community health worker that is having concerns about the number of minutes or amount of time that's provided to the
client or patient to their supervisor, and then we can re-examine that schedule in terms of amount of time dedicated to the number of tasks and support. I know since the merging of private companies in Fraser Health and COVID-19 happened, and you were working on that, but this casual worker and permanent job is lots of pain there. Workers are from 8 years or 9 years experience, 12,000, 15,000 hours, and still they are not permanent positions. Same token in Abbotsford, Langley, Chilliwack area, the new company, when the Fraser Health took over, the company worker got permanent position, and the Fraser Health workers who are working on casual pattern from years, they didn't get it. This is something very seriously, and I know you are aware about it, and you will take care about it. And another thing, the gap. Again, I wanted to emphasize on that, the gap between working hours. Availability, obviously, they signed for. Can we do it in morning and afternoon availability? At least they can get some other work. They can take care about their household. If, say, I'm on casual work, I gave availability from 6 a.m. to 12 p.m. In 6 hours, say I get 3 hours. I'm happy in 3 hours. I'm off the hook and I can work some other job afternoon. Is it possible like that? Yeah, it's, again, one of those areas that we want to improve, and you're absolutely correct. There's opportunities for us to regularize these positions. As I mentioned, that's one of the areas that we have prioritized to implement, and once you can regularize, you can also look at how we can use those hours better, and even with the casuals, I think there's opportunities with neighborhood kind of a model, as we talked about earlier, that will better actually serve the workers as well as our clients. So certainly there's opportunities there. I think it is important. I know that I only have a minute or two left. I think it is important that we look at this overall. I think, we have about 3,000 community health workers that work in our Fraser Health region now, and we're very, very happy and pleased about transitioning the workers from the contracted services to our internal Fraser Health family. And we want to make sure that with that we improve the care that we provide for our clients and patients, but also improve the context that the community health workers are working in. And one of the areas that we talked about, and absolutely, you're absolutely right, we need to work on neighborhood models. We need to ensure that we have greater regularization of the casual workforce, and looking at how we can better integrate the community health workers, because they could also be working in a different setting if the hours don't work in the individual home support services. And in fact, those are all of the areas that we had planned to do prior to COVID-19, and we're right back on it right now. So I think you'll see a lot of improvements coming in the upcoming months. And then also we have also wanted to make sure some of the individual concerns that have been raised by the callers are proactively addressed. So we've also increased additional communication strategies to hear from our staff too. So really appreciate the opportunity to not only hear those concerns, but also I think it validates the plan that we had prior to COVID-19, and improving home support services are well aligned with what you're hearing from the community health workers as well. Dr. Lee, at last, only one concern I have to make. There should be a mechanism where these workers can complain direct to administration. Absolutely. Above their spectrum. Yes, please. Absolutely. And they can raise their concerns through their supervisor or through escalating through HR measures. And there's also whistleblower lines as well. There's a lot of mechanisms
to raise their concerns, and certainly we take all of the comments, feedback seriously and want to address them in a timely and a meaningful way. So again, appreciate the opportunity to speak with you, and also appreciate the opportunity to hear your perspective, and absolutely we're well underway to make those improvements that we had committed to. So while we had the COVID-19 experience that delayed some of that, yes, the community health workers during that time were heroic in their efforts in taking care of patients, and we'll ensure that we're right back on track on improving our services and making those changes that we talked about. Yes. Thank you so much, Dr. Lee, for your time, and I say very best wishes for you, and hope we will solve this issue, and these 3,000 families should be happy, and happily they can serve all the clients. Thank you for your time again. Thank you again, and have a great day. You too. Thanks. ਡਾਕਟਰ ਵਿਕਟੋਰੀਆ ਲੀ ਗੱਲਬਾਤ ਕਰ ਰਹੇ ਸੀ ਜੀ। ਮੈਨੂੰ ਲੱਗਦਾ ਕਿ ਸਾਰਾ ਕੁਝ ਕਵਰ ਆਪਾਂ ਕਰ ਦਿੱਤਾ ਹੈ। ਸਵਾਲ ਪੁੱਛਣ ਤੋਂ ਪਹਿਲਾਂ ਹੀ ਉਹਨਾਂ ਨੂੰ ਬਹੁਤ ਪਤਾ ਸੀ, ਕਿਉਂਕਿ ਬਹੁਤ ਡੀਟੇਲਡ ਉਹਨਾਂ ਨੂੰ ਈਮੇਲਸ ਆਪਾਂ ਪਿਛਲੇ 5-6 ਦਿਨਾਂ ਦੇ ਵਿੱਚ ਭੇਜੀਆਂ ਸੀ। ਉਹ ਵਾਅਦਾ ਕਰਕੇ ਗਏ ਨੇ ਵੀ ਮਰਜਿੰਗ ਲੇਟਲੀ ਹੋਈ ਹੈ, ਕੋਵਿਡ-19 ਆ ਗਿਆ। ਤੇ ਜਿਹੜੀ ਇੱਕ ਗੱਲ ਮੈਂ ਤੁਹਾਡੇ ਨਾਲ ਕਲੀਅਰ ਕਰਦਾ ਤੇ ਵਾਅਦਾ ਕਰਦਾ ਕਿ ਬਦਤਮੀਜ਼ੀ ਨਹੀਂ ਹੋਊਗੀ ਹੁਣ ਕਿਸੇ ਵੀ ਦਫ਼ਤਰ ਦੇ ਵਿੱਚ। ਹੈਲਥ ਕੇਅਰ ਵਰਕਰ ਦੇ ਨਾਲ ਕੋਈ ਬਦਤਮੀਜ਼ੀ ਤੇ ਬਦ ਕਲਾਮੀ ਨਹੀਂ ਹੋਏਗੀ, ਬੋਲਿਆ ਨਹੀਂ ਜਾਊਗਾ ਬਿਲਕੁਲ। ਜੇ ਕੋਈ ਬੋਲਦਾ ਹੈ ਤਾਂ ਦੱਸਿਓ। ਡਾਕਟਰ ਲੀ ਨੇ ਵਾਅਦਾ ਕੀਤਾ ਵੀ ਇਹ ਨਹੀਂ ਹੋ ਸਕਦਾ। ਬਾਕੀ ਤੁਸੀਂ ਸਾਰੇ ਅੰਡਰਸਟੈਂਡ ਕਰਦੇ ਹੋ ਅੰਗਰੇਜ਼ੀ। ਉਹ ਕਹਿੰਦੇ ਮੈਂ ਕੰਮ ਕਰ ਰਹੀ ਹਾਂ ਇਹਦੇ ਤੇ। ਵਾਅਦਾ ਕਰਕੇ ਸਾਰੇ ਇਸ਼ੂ ਜਿਹੜਾ ਉਹਨਾਂ ਨੂੰ ਇਹ ਕਿਹਾ ਵੀ ਯਾਰ ਵਿਸਿਨਟੀ ਦੇ ਵਿੱਚ ਮੇਰੀ ਸਟਰੀਟ ਤੇ ਹੈਲਥ ਕੇਅਰ ਵਰਕਰਸ 3 ਰਹਿੰਦੇ ਆ, ਅਸੀਂ 10 ਕਲਾਇੰਟ ਆ, ਕਿਉਂ ਨਾ ਘਰੇ ਆ ਕੇ ਨਾਲੇ ਗੁਆਂਢ ਮੱਥਾ ਨਾਲੇ ਆਪਸ ਵਿੱਚ ਪਿਓ ਹੋਵੇ, ਬਜ਼ੁਰਗਾਂ ਨੂੰ ਸਾਡੇ ਨੂੰ ਸਾਂਭ ਕੇ ਜਾ। ਜੇ ਉਹਦੇ ਘਰ ਦੇ ਵਿੱਚ 1 ਘੰਟੇ ਦਾ ਅਗਲੇ ਘੰਟੇ ਦਾ 2 ਦਾ ਗੈਪ ਹੈ, ਉਹਦੀ ਹੈਲਥ ਕੇਅਰ ਦੀ ਇਹ ਵਿਸ਼ ਹੈ। ਜੇ ਉਹ ਪਰਿਵਾਰ 'ਚ ਬੈਠ ਕੇ ਗੱਲਾਂ ਬਾਤਾਂ ਕਰਨਾ ਚਾਹੁੰਦੀ ਹੈ, ਬਹਿਣਾ ਚਾਹੁੰਦੀ ਹੈ, ਆਪਣਾ ਟਾਈਮ ਸਪੈਂਡ ਕਰਨਾ ਚਾਹੁੰਦੀ ਹੈ, ਜਾਂ ਵਾਪਸ ਜਾਣਾ ਚਾਹੁੰਦੀ ਹੈ, ਤੇ ਉਹਦੇ ਬਾਅਦ ਜਾਵੇ ਤਾਂ ਉਹ ਨੈਕਸਟ ਤੇ ਚਲੇ ਜਾਵੇ। 30 ਕਿਲੋਮੀਟਰ ਉਹ ਗੱਡੀਆਂ ਪਹੁੰਚਾਉਂਦੀਆਂ, ਸੜਕ ਦੇ ਕੰਢੇ ਗੱਡੀਆਂ ਖੜਾਉਂਦੀਆਂ। ਤੇ ਜਿਹੜਾ ਤੁਹਾਡਾ ਗੈਪ ਤੇ ਅਵੇਲੇਬਿਲਿਟੀ ਦੀ ਗੱਲ ਕੀਤੀ ਹੈ, ਦਸਤਖਤ ਆਪਾਂ ਕੀਤੇ ਹੋਏ ਨੇ 12 ਘੰਟੇ ਦੇ, ਮਤਲਬ ਉਹ ਨੌਕਰੀ ਲੈਣ ਲਈ ਮੈਂ ਵੀ ਦਸਤਖਤ ਕੀਤੇ ਨੇ, ਸਾਰੇ ਕਰਦੇ ਨੇ। ਸਾਰੇ ਅਸੀਂ ਕਹਿੰਦੇ ਆ, ਅਸੀਂ ਹੋਸਟ ਆਏ ਨਵੇਂ, ਉਹ ਕਹਿੰਦੇ ਤੁਹਾਡੀ ਪਹਿਲਾਂ ਟ੍ਰੇਨਿੰਗ ਆ 6 ਮਹੀਨੇ ਦੀ। ਚੰਗਾ ਜੀ, ਹੱਥ ਜੋੜ ਕੇ ਖੜੇ ਹੁੰਦੇ ਆ ਅਸੀਂ ਸਾਰੇ, ਹਾਂਜੀ ਕਰਾ ਦਿਓ ਟ੍ਰੇਨਿੰਗ, ਆਹ ਕੰਮ ਕਰਨਾ ਪੈਣਾ, ਕਰਾਂਗੇ ਜੀ। ਮਤਲਬ ਉਹਦਾ ਇਹ ਨਹੀਂ ਮਤਲਬ ਹੈ ਵੀ ਮਾਲਕਾਂ ਨੇ ਸਾਡਾ ਹੁਣ ਘੜੀ ਸਵਾਲ ਕੱਢਣੇ ਆ ਸਾਡੇ। ਸੋ ਇਹ ਦਸਤਖਤ ਕੀਤੇ ਨੇ ਵਰਕਰਸ ਨੇ, ਇਹ ਬਿਲਕੁਲ ਠੀਕ ਹੈ। ਪਰ ਹੁਣ ਉਹਦਾ ਇਹ ਨਹੀਂ ਮਤਲਬ ਵੀ ਉਹਨਾਂ ਨੂੰ ਅਸੀਂ 10 ਘੰਟੇ, ਪਰ ਬਹੁਤ ਪੋਜ਼ਿਟਿਵਲੀ ਉਹਨਾਂ ਨੇ ਰਿਸਪੌਂਸ ਕੀਤਾ। ਤੁਸੀਂ ਗੱਲਬਾਤ ਸੁਣੀ ਹੈ, ਇਗਨੋਰੈਂਸ ਨਹੀਂ ਸੀ ਗੱਲਬਾਤ ਦੇ ਵਿੱਚ। ਜੇ ਇਗਨੋਰੈਂਸ ਹੁੰਦੀ, ਮੰਨਦੇ ਨਾ, ਉਹ ਇਗਨੋਰ ਕਰਦੇ, ਫਿਰ ਆਪਾਂ ਉਹਨਾਂ ਨਾਲ ਗੱਲ ਇੱਕ ਡਿਫਰੈਂਟ ਪੈਟਰਨ ਦੇ ਵਿੱਚ ਕਰਦੇ। ਪਰ ਡਾਕਟਰ ਲੀ ਨੇ ਵਧੀਆ ਮੇਰੇ ਖਿਆਲ 'ਚ ਗੱਲਬਾਤ ਕੀਤੀ। ਤੁਸੀਂ ਵੀ ਸੁਣਿਆ, ਤੁਸੀਂ ਦੱਸਿਓ ਹੁਣ ਫੋਨ ਕਰਕੇ ਹਾਊ ਯੂ ਫੀਲ ਇਟ। ਤੇ ਪਰ ਇਸ਼ੂ ਆਪਾਂ ਜਿਹੜੇ ਸਾਰੇ ਜ਼ਿਆਦਾਤਰ ਲਿਖੇ ਨੇ, ਕੱਲ ਮੈਂ ਦੁਬਾਰਾ ਈਮੇਲ ਕਰਕੇ ਜਿਹੜਾ ਪਬਲਿਕ ਅਫੇਅਰਸ ਡਿਪਾਰਟਮੈਂਟ ਆ ਉਹਨੂੰ ਸ਼ੋਰ ਕੀਤਾ ਵੀ ਮੇਰੇ ਕੋਲ 15 ਮਿੰਟ ਤੁਸੀਂ ਕਿਹਾ, 5 ਮਿੰਟ ਮੈਨੂੰ ਹੋਰ ਦੇ ਦਿਓ, 20 ਮਿੰਟ 'ਚ ਮੈਂ ਕੋਸ਼ਿਸ਼ ਕਰੂੰ ਜਿੰਨੇ ਡਾਕਟਰ ਲੀ ਨੂੰ ਸਵਾਲ ਪੁੱਛ ਸਕਾਂ ਪੁੱਛੂੰਗਾ। ਪਰ ਜੇ ਕੋਈ ਸਵਾਲ ਰਹਿ ਗਿਆ, ਤੁਹਾਨੂੰ ਪਲੰਦਾ ਬਣਾ ਕੇ ਭੇਜਿਆ, ਉਹਦੇ ਤੇ ਕੰਮ ਹੋਣਾ ਚਾਹੀਦਾ। ਉਹ ਕੰਮ ਉਹ ਕਹਿੰਦੇ ਹੋ ਰਿਹਾ। ਹੁਣ ਬਾਕੀ ਵਰਕਰਸ ਨੇ ਦੱਸਣਾ, ਤੁਸੀਂ ਫੀਡਬੈਕ ਦੇਣੀ ਹੈ ਕਿ ਬਿਲਕੁਲ ਦਫ਼ਤਰ 'ਚ ਜਾਂ ਤੁਸੀਂ ਸਪਲਾਈ ਲੈਣ ਜਾਂਦੇ ਹੋ ਕੀ ਹੁੰਦਾ, ਕਿਸ ਤਰ੍ਹਾਂ ਗੱਲ ਹੁੰਦੀ ਆ। ਪਾਰਕਿੰਗ ਦੇ ਝਮੇਲੇ, ਕਲਾਇੰਟ ਦਾ ਉਹਨਾਂ ਨੂੰ ਕਿਹਾ 45 ਮਿੰਟ ਦੇ ਵਿੱਚ 15 ਮਿੰਟ ਤੁਸੀਂ ਟਾਈਮ ਕੱਢ ਦਿੰਦੇ ਹੋ, ਕਿੱਥੇ ਨੂੰ ਭੱਜਣ ਛੱਡ ਨਹੀਂ ਸਕਦੇ ਬਜ਼ੁਰਗਾਂ ਨੂੰ, ਉਹਨਾਂ ਦੇ ਦਿਲ ਦੇ ਵਿੱਚ ਪਿਓ ਹੈ। ਇਹ ਮੇਰੇ ਖਿਆਲ ਬੇਸਿਕਲੀ ਇਹ ਹੈ। ਕੈਜੂਅਲ ਤੇ ਪਰਮਾਨੈਂਟ ਪੋਜੀਸ਼ਨ, ਇਹ ਵੀ ਉਹਨਾਂ ਨੂੰ ਦੱਸਿਆ ਵੀ ਪਰਮਾਨੈਂਟ ਪੋਜੀਸ਼ਨ ਵਾਲਿਆਂ ਨੂੰ ਪ੍ਰਾਇਓਰਟੀ ਮਿਲ ਜਾਂਦੀ, ਉਹ ਪਹਿਲਾਂ ਉਹਨਾਂ ਨੂੰ ਪਤਾ ਲੱਗ ਜਾਂਦਾ, ਉਹ ਪਹਿਲਾਂ ਵੀ ਇੱਕ ਹੱਥ 'ਚ ਉਹਨਾਂ ਦੀ ਪੋਜੀਸ਼ਨ ਇੱਕ ਲਈ ਹੋਰ ਅਪਲਾਈ ਕਰਦੇ। ਹੁਣ ਕੰਮ ਨਾ ਹੋਵੇ ਜਾਂ ਨਹੀਂ, ਪਰਮਾਨੈਂਟ ਪੋਜੀਸ਼ਨ ਮਿਲੀ ਆ, ਉਹਨਾਂ ਨੂੰ 6 ਘੰਟੇ ਮਿਲਣੀਆਂ 35-40। ਤੇ ਇੱਧਰ ਕੁੜੀਆਂ ਨੂੰ 12 ਘੰਟੇ ਦੀ ਅਵੇਲੇਬਿਲਿਟੀ 'ਚ 3 ਘੰਟੇ ਮਿਲਦੇ ਆ। ਤੇ ਇਹ ਕਿਵੇਂ ਸਰਵਾਈਵ ਕਰਨਗੀਆਂ? ਤੁਸੀਂ 3 ਦੇ ਦਿਓ ਤੇ 1 ਘੰਟੇ ਦੀ ਆਫਟਰਨੂਨ ਜਾਂ ਮਾਰਨਿੰਗ ਵਾਲੀ ਅਵੇਲੇਬਿਲਿਟੀ 3 ਘੰਟੇ ਕਰਾ ਲਓ, ਈਵਨਿੰਗ 'ਚੋਂ ਕੰਮ ਕਰਨ ਕਿਤੇ ਹੋਰ। ਐਟਲੀਸਟ ਉਹਨਾਂ ਨੂੰ ਫ੍ਰੀ ਤਾਂ ਕਰੋ। ਸੋ ਆਪਾਂ ਕੋਸ਼ਿਸ਼ ਕੀਤੀ ਹੈ, ਸਮਾਂ ਥੋੜਾ ਜਿਹਾ ਸੀ। ਇੱਕ ਫੇਸ ਟੂ ਫੇਸ ਬਹੁਤ ਵਧੀਆ ਗੱਲ ਹੁੰਦੀ ਹੈ, ਫੋਨ ਤੇ ਕਨਵਰਸੇਸ਼ਨ ਵਧੀਆ ਨਹੀਂ ਹੁੰਦੀ, ਬਟ ਮੈਂ ਆਪਣੇ ਤੌਰ ਤੇ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਨਾ ਸੋਚਿਓ ਵੀ ਤੁਹਾਡੇ ਸਵਾਲ ਪੁੱਛੇ ਨਹੀਂ ਗਏ। ਜਿੰਨੀਆਂ ਵੀ ਲੜਕੀਆਂ ਨੇ, ਜਿੰਨੇ ਵੀ ਮੁੰਡਿਆਂ ਨੇ, ਬੀਬੀਆਂ ਨੇ, ਸਾਰਿਆਂ ਨੇ ਇੱਕ ਸਵਾਲ ਭੇਜਿਆ
ਉਹ ਸਾਰੇ ਸਮਰਾਈਜ਼ ਕਰਕੇ, ਪੂਰੇ ਸਮਰਾਈਜ਼ ਕਰਕੇ ਉਹਦੇ ਪੁਆਇੰਟ ਬਣਾ ਕੇ ਹੈਡਿੰਗ ਦੇ ਨਾਲ, ਸਬ ਹੈਡਿੰਗ ਦੇ ਨਾਲ ਬਹੁਤ ਵਧੀਆ ਲਿਖਿਆ। ਬਾਈ ਜੀ ਹਰਵੀਰ ਗਰੇਵਾਲ, ਅਸੀਂ ਰਲ ਕੇ ਦੋਨਾਂ ਨੇ ਇਹਨੂੰ ਵਧੀਆ ਡਿਕਟੇਟ ਕੀਤਾ ਵੀ ਤੁਹਾਡੇ ਸਾਰੇ ਕੰਸਰਨ ਅਸੀਂ ਭੇਜੀਏ, ਕਿਉਂਕਿ ਬਾਈ ਜੀ ਗਵਰਨਮੈਂਟ 'ਚ ਰਹੇ ਨੇ, ਯੂਨੀਅਨ ਦੇ ਨੇੜੇ ਰਹੇ ਨੇ। ਮੈਂ ਕਿਹਾ ਮੇਰੀ ਕਿਤੇ ਸਿੱਧੀ ਨਾ ਜਾ ਵੱਜੇ, ਥੋੜ੍ਹੀ ਜਿਹੀ ਇਹਨੂੰ ਪੋਲਿਸ਼ ਕਰ ਦਿਓ। ਤਾਂ ਉਹਨਾਂ ਨੇ ਵਧੀਆ ਇਹਨੂੰ ਲਿਖ ਕੇ ਅਸੀਂ ਭੇਜਿਆ। ਹੋਪਫੁਲੀ ਇਹ ਮਿਹਨਤ ਆਪਣੀ ਸਾਰਿਆਂ ਦੀ ਰਲ ਕੇ ਵਧੀਆ ਕੰਮ ਕਰੇ। ਇੱਕ ਵਪਾਰਕ ਸੰਦੇਸ਼ ਲੈ ਲਵਾਂ, ਤੁਹਾਡੀਆਂ ਕਾਲਸ ਅਗਲੇ ਹਿੱਸੇ 'ਚ ਲੈਣਾ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਲੱਗਦਾ ਤੁਹਾਨੂੰ ਹੋ ਜੂ ਫਿੱਟ ਕੰਮ ਕਿ ਰਹਿ ਜੂ? ਮੈਨੂੰ ਲੱਗਦਾ, ਆਸ ਹੈ ਕਿ ਹੋ ਜੂ। ਮੰਗਣਾ ਹੋ ਗਿਆ, ਮਿਰਗੀ ਹਟ ਜਾਣੀ ਆ। ਹੁਣ ਪਹਿਲਾਂ ਹੀ ਕੰਮ ਔਖਾ ਹੁੰਦਾ, ਗੱਲ ਤੁਰਨੀ, ਗਾਂ ਕੰਮ ਠੀਕ ਹੋ ਜਾਣਾ। ਮੈਂ ਆਸ ਹੈ ਤੇ ਚੜ੍ਹਦੀ ਕਲਾ 'ਚ ਰਹਿਣਾ, ਵੀ ਨਾਸ ਨਹੀਂ ਹੁੰਦਾ ਕਿਸੇ ਚੀਜ਼ ਦਾ। ਮੈਂ ਫੇਰ ਕਹਿਣਾ, ਮੋਸਟਲੀ ਕੁੜੀਆਂ ਸਾਡੀਆਂ ਕਾਇਮ ਰਹੀਦਾ, ਕਾਇਮ ਪੈਰ ਗੱਡ ਕੇ ਰਹੀਦਾ, ਕੱਖ ਨਹੀਂ ਹੁੰਦਾ। ਅਸੀਂ ਨਾਲ ਖੜੇ ਹਾਂ, ਤੁਹਾਡੇ ਨਾਲ ਵਾਅਦਾ ਮੇਰਾ ਹੈ। ਤੁਹਾਡੀ ਜਿਹੜੇ ਬੇਸਿਕਲੀ ਤਾਂ ਪਿਛਲੇ 15-25 ਜੂਨ ਨੂੰ ਆਪਾਂ ਪਹਿਲੀ ਵਾਰ ਇਸ ਬਾਰੇ ਗੱਲ ਕੀਤੀ ਸੀ। 15 ਦਿਨਾਂ ਦੇ ਵਿੱਚ ਸਵਾਲ ਜਿੰਨੇ ਵੀ ਤੁਹਾਡੇ ਰੈਗੂਲਰ ਆਏ ਨੇ, ਮੈਂ ਇੰਨੇ ਮੈਸੇਜ ਨਹੀਂ ਕਿਸੇ ਕੰਸਰਨ ਬਾਰੇ ਦੇਖੇ 10 ਸਾਲਾਂ ਦੀ ਬ੍ਰੌਡਕਾਸਟਿੰਗ 'ਚ। 500 ਦੇ ਕਰੀਬ ਸੁਨੇਹੇ ਨੇ, ਮੈਂ ਸਾਰੇ ਲਾਈਨ ਅਪ ਕਰਕੇ ਰੱਖੇ ਹੋਏ ਨੇ। 500 WhatsApp ਟੈਕਸਟ, ਪਹਿਲਾਂ SMS, ਫਿਰ ਉਹਦੀ ਪਕਿਆਈ ਕਰ ਲਈ WhatsApp, ਦੋਨੇ ਪਾਸੇ। ਕਿਉਂਕਿ ਜਦ ਪੇਨ 'ਚ ਤੁਸੀਂ ਹੁੰਦੇ ਹੋ, ਤੁਸੀਂ ਚਾਹੁੰਦੇ ਹੋ ਵੀ ਸਾਡਾ ਕੋਈ ਕੰਮ ਹੋਵੇ। ਪਰ ਡਾਕਟਰ ਲੀ ਦੀ ਇੱਕ ਗੱਲ ਮੈਂ ਸਮਝਦਾ, ਆਪਾਂ ਹਰ ਰੋਜ਼ ਇੰਟਰਵਿਊ ਕਰਦੇ ਹਾਂ, ਜਦ ਕੋਈ ਮੰਨੇ ਨਾ ਬੰਦਾ ਗਲਤੀ ਕਰਕੇ ਵੱਡੀ ਇਸ਼ੂ ਆ, ਉਹਨਾਂ ਨੂੰ ਕੰਸਰਨ ਪਤਾ, ਸੀਰੀਅਸ ਹੈ ਇਸ ਤੇ। ਦੁਬਾਰਾ ਮੈਂ ਹੁਣੇ ਫੇਰ ਵਿਦਨ ਮੇਰੇ ਮੁੱਕਦੀ ਸਾਰ ਫੇਰ ਈਮੇਲ ਆਈ ਆ ਵੀ ਡੋਂਟ ਵਰੀ, ਜਿੰਨੇ ਵੀ ਸਵਾਲ ਤੁਸੀਂ ਪੁੱਛ ਲਏ, ਪਰ ਸਾਡੇ ਕੋਲ ਤੁਹਾਡੇ ਕੰਸਰਨ ਨੇ, ਵੀ ਆਰ ਔਨ ਇਟ। ਫਿਰ ਪਬਲਿਕ ਅਫੇਅਰਸ ਨੇ ਮੈਨੂੰ ਲਿਖ ਕੇ ਭੇਜਿਆ। ਹੋਪਫੁਲੀ ਆਪਣਾ ਇਹ ਕੰਮ ਬਣ ਜਾ ਆ ਜਾਣਾ, ਸੂਤ ਕੰਮ ਲੱਗਦਾ ਆਪਣਾ ਇਹ। ਰਾਜ ਜੀ, ਲਾਈਨ ਨੰਬਰ 2। ਹੈਲੋ ਹੈਲੋ ਜੀ। ਹਾਂਜੀ ਗੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਗੱਲ ਸਾਹਿਬ, ਪਹਿਲੀ ਗੱਲ ਤਾਂ ਜੀ ਤੁਹਾਡਾ ਧੰਨਵਾਦ, ਤੁਸੀਂ ਇਹ ਇਸ਼ੂ ਲਿਆਂਦਾ ਸਾਰਿਆਂ ਦੇ ਵਿੱਚ। ਤੇ ਮੇਰੀ ਵੀ ਸਰਦਾਰਨੀ ਐਵਰ ਸਪੋਰਟ ਕੰਮ ਕਰਦੇ ਆ ਫਰੇਜ਼ਰ ਹੈਲਥ ਨਾਲ। ਉਹ ਦੱਸਦੇ ਸੀ ਤੁਹਾਡੇ ਇਹ ਇਸ਼ੂ ਆਉਣ ਤੋਂ ਬਾਅਦ ਚੋਂ, ਕਹਿੰਦੇ ਵੀ ਸਾਡਾ ਹੁਣ ਪੰਜਾਬੀ ਕੁੜੀ ਹੈਗੀ ਆ ਆਪਣੇ ਉੱਥੇ, ਚਲੋ ਕੋਈ ਇੱਕ ਦੋ ਜਾਣੇ ਹੁੰਦੇ ਵੀ ਆ, ਸਾਰਾ ਬਾਕੀ ਸਟਾਫ ਠੀਕ ਆ। ਉਹ ਕਹਿੰਦੇ ਪਰ ਹੁਣ ਉਹਦਾ ਵੀ ਗੱਲ ਕਰਨ ਦਾ ਤਰੀਕਾ ਕਾਫੀ ਹੱਦ ਤੱਕ ਜਾਣੀ ਪੂਰਾ ਹੀ ਫਰਕ ਪੈ ਗਿਆ। ਵੀ ਹੁਣ ਬਹੁਤ ਵਧੀਆ ਗੱਲ ਕਰਦੇ। ਕਹਿੰਦੇ ਅੱਗੇ ਸਾਨੂੰ ਡਰ ਹੀ ਲੱਗਦਾ ਸੀ ਜਦੋਂ ਅਸੀਂ ਕਾਲ ਕਰਦੀਆਂ ਸੀ, ਉਹ ਚੱਕ ਲੈਂਦੀ ਸੀ ਕਾਲ, ਵੀ ਜੇ ਕੋਈ ਗੱਲ ਦੱਸਣੀ ਆ, ਚਾਹੇ ਕੋਈ ਵੀ ਕੰਮ ਨਾਲ ਰਿਲੇਟਡ ਗੱਲ ਆ। ਤੇ ਉੱਦਾਂ ਦਾ ਸਟਾਫ ਸਾਰਾ ਵਧੀਆ। ਕਹਿੰਦੇ ਉਹਨਾਂ ਦਾ ਹੁਣ ਗੱਲ ਕਰਨ ਦਾ ਤਰੀਕੇ 'ਚ ਬਹੁਤ ਫਰਕ ਪੈ ਗਿਆ ਜਿੱਦਣ ਦਾ ਤੁਹਾਡੇ ਰੇਡੀਓ ਤੇ ਇਹ ਇਸ਼ੂ ਆਇਆ ਵਾ। ਤੇ ਮੈਂ ਉਹਨਾਂ ਨੂੰ ਦੱਸਿਆ ਵੀ ਸੀ, ਮੈਂ ਕਿਹਾ ਜੇ ਤੁਸੀਂ ਲਾਈਵ ਨਹੀਂ ਸੁਣ ਸਕਦੇ ਤਾਂ ਲੋਕ ਸਭ ਤੇ ਸੁਣੋ। ਸਰਦਾਰਨੀ ਨੂੰ ਕਿਹਾ ਸੀ, ਮੈਂ ਕਿਹਾ ਹੋਰ ਕੁੜੀਆਂ ਨੂੰ ਵੀ ਦੱਸੋ ਵੀ ਤੁਸੀਂ ਸੁਣੋ, ਅਵੇਅਰ ਹੋਵੋ, ਤੁਹਾਡੇ ਰਾਈਟ ਕੀ ਨੇ, ਤੁਸੀਂ ਕਿੱਥੇ ਕੰਪਲੇਂਟ ਕਰ ਸਕਦੇ ਹੋ, ਗੱਲ ਕਰ ਸਕਦੇ ਹੋ। ਤੇ ਗੱਲ ਸਾਹਿਬ ਇੱਕ ਗੱਲ ਬਿਲਕੁਲ, ਹਾਂਜੀ ਗੱਲ ਸਾਹਿਬ ਇੱਕ ਗੱਲ ਹੋਰ ਕਰਨੀ ਸੀ ਵੀ ਇਹਨਾਂ ਨੂੰ ਫਰੇਜ਼ ਆਪਣੀ ਅਥਾਰਟੀ ਨੂੰ ਵੀ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਾਡੇ ਬਜ਼ੁਰਗ, ਇਹ ਸਾਡੀਆਂ ਜਿਹੜੇ ਸਾਡੇ ਪੰਜਾਬੀ ਕੁੜੀਆਂ, ਇਹਨਾਂ ਤੋਂ ਇਹੀ ਇਹਨਾਂ ਦੀ ਵੱਧ ਤਰੀਕੇ ਨਾਲ ਕੇਅਰ ਕਰ ਸਕਦੇ। ਕਿਉਂਕਿ ਸਾਡੇ ਬਜ਼ੁਰਗਾਂ ਨੂੰ ਇੰਗਲਿਸ਼ ਆਉਂਦੀ ਨਹੀਂ। ਜੇ ਕੋਈ ਹੋਰ ਭਾਈਚਾਰੇ ਦਾ ਬੰਦਾ ਆਊਗਾ ਕੇਅਰ ਕਰਨ, ਉਹਨੂੰ ਸਾਡੇ ਬਜ਼ੁਰਗਾਂ ਦੀ ਸਮਝ ਨਹੀਂ ਲੱਗਣੀ। ਜਦੋਂ ਇਹ ਕੁੜੀਆਂ ਆਪਣੇ ਭਾਈਚਾਰੇ 'ਚ ਜਾਂਦੀਆਂ ਨੇ, ਸਾਡੇ ਬਜ਼ੁਰਗਾਂ ਨੂੰ ਏਦਾਂ ਹੀ ਲੱਗਦਾ ਵੀ ਸਾਡੇ ਹੀ ਜਵਾਕ ਨੇ, ਸਾਡੀਆਂ ਕੁੜੀਆਂ ਸਾਡੇ ਕੋਲੇ ਤੁਰੀਆਂ ਫਿਰਦੀਆਂ। ਉਹ ਦੁੱਖ ਸੁੱਖ ਵੀ ਕਰ ਲੈਂਦੇ ਆ ਤੇ ਉਹ ਕੇਅਰ ਵੀ ਬੈਟਰ ਤਰੀਕੇ ਨਾਲ ਕਰ ਸਕਦੇ ਆ। ਕਿਉਂਕਿ ਆਪਾਂ ਅੱਗੇ ਵੀ ਕਈ ਕੇਸ ਸੁਣੇ ਸੀਗੇ ਵੀ ਜਦੋਂ ਕੋਈ ਜਿਹਨੂੰ ਸਾਡੇ ਕਲਚਰ ਬਾਰੇ ਜਾਂ ਸਾਡੇ ਭਾਈਚਾਰੇ ਬਾਰੇ ਪਤਾ ਨਹੀਂ, ਬਜ਼ੁਰਗਾਂ ਨਾਲ ਆਪਣਾ ਪਤਾ ਵੀ ਇੱਕ ਵਾਰ ਵੀਅਰਡ ਕੇਸ ਹੋਇਆ ਸੀ, ਉਹਨਾਂ ਨੇ ਉਹ ਦਾੜੀ ਨੂੰ ਕੱਟਣਾ ਪੈ ਗਿਆ। ਕਿਉਂਕਿ ਇਹਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਵੀ ਤੁਸੀਂ ਕੇਅਰ ਰਾਈਟ ਵੇ ਕਰਨੀ ਆ, ਕਿਸੇ ਵੀ ਤੁਸੀਂ ਬੰਦਾ ਬਚਣਾ ਚਾਹੀਦਾ, ਚਾਹੇ ਕੁਛ ਵੀ ਕਰਨਾ ਪੈ ਜਾਵੇ। ਤੇ ਬਾਕੀ ਗੱਲ ਸਾਹਿਬ ਆਪਾਂ ਕਿਊਬਕ 'ਚ ਦੇਖਿਆ ਹੀ ਆ ਜੀ, ਹੁਣ ਕਿੰਨਾ ਬੁਰਾ ਹਾਲ ਹੋਇਆ ਵਾ। ਮੈਂ ਤਾਂ ਇਹਨਾਂ ਨੂੰ ਇਹੀ ਕਹੂੰਗਾ ਫਰੇਜ਼ਰ ਹੈਲਥ ਵਾਲਿਆਂ ਨੂੰ ਵੀ ਇਹ ਕੁੜੀਆਂ ਨੇ ਪੜ੍ਹ ਲਿਖ ਕੇ ਕੋਰਸ ਕੀਤੇ ਆ, ਇਹ ਪੜ੍ਹ ਲਿਖ ਕੇ ਹੋਰ ਕੋਰਸ ਵੀ ਕਰ ਸਕਦੀਆਂ ਨੇ, ਹੋਰ ਜੋਬਾਂ ਵੀ ਕਰ ਸਕਦੀਆਂ ਨੇ। ਇਹ ਇਕੱਲੀ ਇਸ ਜੋਬ ਤੇ ਨਹੀਂ ਬੈਠੀਆਂ। ਇਹਨਾਂ ਦੀ ਕੇਅਰ ਕਰੋ ਜੇ ਤੁਸੀਂ ਆਪਦੇ ਬਜ਼ੁਰਗ ਆਉਣ ਵਾਲੇ ਟਾਈਮ 'ਚ ਬਚਾਉਣੇ ਨੇ। ਨਹੀਂ ਤਾਂ ਅੱਗੇ ਕਿਊਬਕ 'ਚ ਕੀ ਹਾਲ ਹੋਇਆ, ਹੁਣ ਉਹ ਮਿਹਨਤਾਂ ਕਰਦੇ ਆ ਵੀ ਸਾਡੇ ਆ ਜਾਓ, ਸਾਡੇ ਬਜ਼ੁਰਗ ਸਾਂਭ ਲਓ। ਥੈਂਕ ਯੂ ਜੀ। ਤੇ ਗੱਲ ਸਾਹਿਬ ਇੱਕ ਹੋਰ ਤੁਹਾਡਾ ਧੰਨਵਾਦ ਕਰਨਾ ਜੀ, ਤੁਸੀਂ ਇੱਕ ਆਪਣੇ ਜਿਹੜੇ ਇੰਡੀਆ ਸਟਾਕ ਨੇ ਕਾਫੀ ਹੱਦ ਤੱਕ ਲੋਕ ਆ ਗਏ, ਪਰ ਤੁਸੀਂ ਰੋਜ਼ ਟਾਈਮ ਕੱਢਦੇ ਹੋ। ਆਪਣੇ ਹੋਰ ਵੀ ਇੱਥੇ ਆਂਢ ਗੁਆਂਢ ਰੇਡੀਓ ਚੱਲਦੇ ਆ, ਮੈਂ ਬਾਹਲਾ ਕਦੇ ਸੁਣਿਆ ਨਹੀਂ ਕਿਸੇ ਤੇ ਇਸ ਇਸ਼ੂ ਬਾਰੇ ਵੀ ਤੁਸੀਂ ਰੋਜ਼ ਫਿਰ ਵੀ ਆਨੇ ਬਹਾਨੇ ਜਦੋਂ ਵੀ ਤੁਹਾਨੂੰ ਮੌਕਾ ਮਿਲਦਾ, ਤੁਹਾਨੂੰ ਪੀੜ ਹੁੰਦੀ ਆ, ਕੋਈ ਗੱਲ ਨਾਲ ਗੱਲ ਤੁਹਾਡੀ ਜੁੜਦੀ ਆ, ਤੁਸੀਂ ਆਲਵੇਜ਼ ਉਹਨਾਂ ਦੀ ਗੱਲ ਕਰਦੇ ਹੋ। ਉਹਨਾਂ ਲਈ ਵੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ।
ਕੋਈ ਨਾ ਵੀਰ ਜੀ, ਧੰਨਵਾਦ। ਸਾਡਾ ਕੰਮ ਇਹ ਹੈ, ਮਾਣ ਜਿਹੜਾ ਹੈ ਸਾਨੂੰ, ਇਹ ਕਮਿਊਨਿਟੀ ਦਾ ਰੇਡੀਓ ਹੈ, ਕਮਿਊਨਿਟੀ ਦੇ ਲਈ ਅਸੀਂ ਕੰਮ ਕਰਨਾ। ਤੇ ਹੁਣ ਮੈਂ ਤੁਹਾਨੂੰ ਦੱਸ ਦੇਵਾਂ, ਜਿਹੜੇ ਇਹ ਗੱਲ ਤੁਹਾਡੀ ਨਾਲ ਹੀ ਕਿ ਜਿਹੜੇ ਉੱਥੇ ਬੈਠੇ ਆ, ਹੁਣ ਕੋਈ ਉੱਡਣ ਖਟੋਲੇ ਨੇ ਨਹੀਂ ਆਉਣਾ ਇੱਥੋਂ। ਪਲੀਜ਼ ਉੱਥੋਂ ਜਿਹੜੀਆਂ ਏਅਰ ਕੈਨੇਡਾ ਦੀਆਂ ਆਉਂਦੀਆਂ ਨੇ, ਏਅਰ ਇੰਡੀਆ ਦੀਆਂ ਆਉਂਦੀਆਂ ਨੇ ਫਲਾਈਟਾਂ, ਲੈ ਕੇ ਵੱਧ ਘੱਟ ਪੈਸਾ ਦੇ ਕੇ ਚੜਿਆਓ। ਹੁਣ ਇਹ ਬਹੁਤ ਲੰਬਾ ਹੋ ਗਿਆ, ਇੱਥੇ ਨਿੱਤ ਟੁੱਟਦੀਆਂ ਨੇ, ਨਿੱਤ ਲੱਗਦੀਆਂ ਨੇ, ਪਤਾ ਨਹੀਂ ਹਲੇ ਕੀ ਹੋਣਾ, ਕਿੱਥੇ ਨਹੀਂ ਹੋਣਾ, ਕਿਉਂਕਿ ਜਦ ਸਾਡੀ ਵਫਾ ਨਾ ਮੇਚ ਨਹੀਂ ਕਰਦੀ ਨਾ ਕਿਤੇ, ਉਹ ਉਸ ਸਮੇਂ ਮੁਸ਼ਕਲ ਆਉਂਦੀ ਹੈ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਵਰਲਡ ਤੇ, ਇੱਕ ਵਫਾ ਤੇ, ਇੱਕ ਫੇਥਫੁਲਨੈਸ ਤੇ ਚੱਲਦੀਆਂ ਨੇ, ਤੇ ਜਦ ਉਹ ਚੀਜ਼ ਖਤਮ ਹੋ ਜਾਂਦੀ ਹੈ ਕਿਸੇ ਵੀ ਗਰੁੱਪ ਦੇ ਵਿੱਚੋਂ, ਉਹ ਕਿਸੇ ਪਾਸੇ ਨਹੀਂ ਜਾਂਦਾ ਹੁੰਦਾ, ਕਿਉਂਕਿ ਇੱਕ ਲਾਈਨ ਪਾਸੇ ਖੜਨਾ ਪੈਂਦਾ, ਇੱਕ ਨਾਲ ਬਣਨੀ ਹੈ, ਇੱਕ ਨਾਲ ਵਿਗੜਨੀ ਹੈ। ਜਦ ਅਸੀਂ ਚਾਹੁੰਦੇ ਹਾਂ ਵੀ ਮੇਰੀ ਦੋਨੇ ਪਾਸੇ ਠੀਕ ਰਹੇ, ਫਿਰ ਨਹੀਂ ਹੁੰਦੀ। ਜਦ ਤੁਹਾਡੇ ਲਈ ਆਪਾਂ ਲੜਨਾ ਹੈ ਤਾਂ ਮੇਰੀ ਕਿਤੇ ਵਿਗੜਦੀ ਆ, ਵਿਗੜੀ ਜਾਵੇ, ਫਿਰ ਆਪਾਂ ਨੂੰ ਕੋਈ ਕੇਅਰ ਨਹੀਂ ਹੈ ਕਿਸੇ ਚੀਜ਼ ਦੀ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੋਈ ਹੈ, ਸਿਰ ਤੇ ਹੱਥ ਹੈ, ਸਭ ਕੁਝ ਉਹਨੇ ਬਖਸ਼ਿਆ ਹੈ, ਤੁਹਾਡਾ ਪਿਆਰ ਹੈ, ਨੰਗੇ ਧੜੇ ਲੜਨ ਨੂੰ ਆਪਾਂ ਤਿਆਰ ਹੈ। ਆਲੇ ਦੁਆਲੇ ਭਾਈ ਕੰਧਾਂ ਅਰ ਗਿਆ ਜਿਹੜੇ ਨਾਲ ਖੜ ਜਾਂਦੇ ਜਦ ਮੈਨੂੰ ਲੋੜ ਪੈਂਦੀ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਸ਼ੂ ਕਿਹਦੇ ਨੇ ਇਹ, ਆਪਾਂ ਕੋਈ ਇੱਥੇ ਗੈਂਗਿਜ਼ਮ ਨਹੀਂ ਕਰ ਰਹੇ, ਕੋਈ ਅਸੀਂ ਗਰੁੱਪ ਨਹੀਂ ਬਣਾ ਰਹੇ, ਕੋਈ ਅਸੀਂ ਡਰੱਗਾਂ ਨਹੀਂ ਵੇਚ ਰਹੇ, ਕੋਈ ਅਸੀਂ ਕਬਜ਼ੇ ਨਹੀਂ ਲੈ ਰਹੇ। ਕਮਿਊਨਿਟੀ ਦੀ ਗੱਲ ਹੈ, ਉਹਦੇ ਲਈ ਪ੍ਰੋਬਲਮ ਆਉਣੀ ਹੈ, ਪ੍ਰੋਬਲਮ ਆਏਗੀ, ਨਿੱਜੀ ਤੌਰ ਤੇ ਵੀ ਆਏਗੀ, ਹੋ ਸਕਦਾ ਇੰਸਟੀਟਿਊਟ ਨੂੰ ਵੀ ਆਵੇ, ਕਿਤੇ ਘਟ ਜਾਵੇ, ਕੋਈ ਐਡ ਘਟ ਜਾਵੇ, ਵੱਧ ਜਾਵੇ, ਪਰ ਬਹੁਤ ਜ਼ਿਆਦਾ ਕਿਰਪਾ ਹੈ। ਇੱਕ ਜਣਾ ਜਾਂਦਾ 5 ਆ ਜਾਂਦੇ। ਜਦ ਦੇ ਲੱਗੇ ਆ 10 ਸਾਲਾਂ ਦੇ, ਇੱਕ ਜਿਹੜੇ ਬੰਦੇ ਲੱਗੇ ਆ ਉਹ 'ਚ 1-2 ਹੀ ਭਗੌੜੇ ਹੋਇਆ, ਬਾਕੀ ਸਭ ਨਾਲ ਹੀ ਤੁਰੇ ਆਉਂਦੇ। ਪਰ ਜੇ ਇਹਦੇ 'ਚ ਆਪਾਂ ਗੱਲ ਨਹੀਂ ਕਰਨੀ, ਸਾਡੇ ਇਸ਼ੂ ਨਹੀਂ, ਫਿਰ ਗੀਤ ਤੇ ਆ ਖਬਰਾਂ, ਜੇ ਹੁਣ ਅੱਜ ਮੈਂ ਗੱਲ ਤੁਹਾਨੂੰ ਖਬਰਾਂ ਦੀ ਵੀ ਕਰਾਂ, ਖਬਰਾਂ ਸਾਡੇ ਸੁਣਾਇਆ ਕੁਛ ਨਹੀਂ ਹੁੰਦੀਆਂ, ਖਬਰਾਂ ਤਾਂ ਘਿਸੀਆਂ ਪਈਆਂ ਹੁੰਦੀਆਂ ਜਦ ਅਸੀਂ ਸੁਣਾਉਂਦੇ ਆ। ਖਬਰ ਹਰ 5 ਮਿੰਟਾਂ ਬਾਅਦ ਨੋਟੀਫਿਕੇਸ਼ਨ ਆ ਰਹੀ ਹੈ ਫੇਸਬੁੱਕ, ਅਗਲਾ 4 ਵੈਬਸਾਈਟਾਂ ਸਵੇਰੇ ਦੇਖਦਾ ਤੇ ਉਹ ਸਭ ਖਬਰਾਂ ਆ ਜਾਂਦੀਆਂ ਨੇ ਉਹਨੂੰ ਨੋਟੀਫਿਕੇਸ਼ਨ। ਉਹਨਾਂ ਨੇ ਵੱਡੇ ਜਿਹੜੇ ਮੀਡੀਆ ਆਊਟਲੈਟਸ ਨੇ ਦਿੱਤੀਆਂ, ਜਦ ਬ੍ਰੇਕਿੰਗ ਨਿਊਜ਼ ਆਉਂਦੀ ਹੈ ਉਹਨਾਂ ਦੇ ਫੋਨ ਤੇ ਟਿਕ ਬੋਲਦੀ ਆ, ਦੇਖ ਲੈਂਦੇ ਨੇ। ਖਬਰਾਂ ਹੁਣ ਨਹੀਂ ਰਿਹਾ ਸਮਾਂ, ਉਹ 15 ਸਾਲ ਪਹਿਲਾਂ ਸੀ ਵੀ ਜਲੰਧਰੋਂ ਬੋਲਦੀਆਂ ਖਬਰਾਂ, ਨਾ ਕੋਈ ਫੋਨ ਸੀ, ਨਾ ਕੋਈ ਗੱਲ ਸੀ, ਨਾ ਕੋਈ ਕਨਫਰਮੇਸ਼ਨ ਹੋਣੀ ਸੀ, ਜਿਹੜਾ ਮੀਡੀਆ ਨੇ ਕਹਿਤਾ ਉਹ ਫਾਈਨਲ ਹੈ। ਅੱਜ ਸਸਤੀਆਂ ਹੋ ਗਈਆਂ, ਲਾਟਾਂ ਸਸਤੀਆਂ ਹੋ ਗਈਆਂ, ਲੈ ਲਓ ਵੀ, ਅੱਜ ਨਾ ਲਿਓ ਕੱਲ ਨੂੰ ਮਹਿੰਗੀਆਂ, ਕੱਲ ਨੂੰ ਫੇਰ ਸਸਤੀਆਂ, ਮਹਿੰਗੀਆਂ ਹੋ ਜਾਣੀਆਂ ਨੇ, ਸਵੇਰ ਨੂੰ ਬੰਦ। ਇਹ ਵੀ ਹੁੰਦਾ ਰਿਹਾ ਇੱਥੇ ਮੀਡੀਆ 'ਚ ਕਿ ਜਿੱਦਣ ਆਪਣੀ ਕੋਈ ਲੋੜ ਨਹੀਂ, ਲਿਖੀਆਂ ਹੋਈਆਂ ਲੋਕਾਂ ਦੀਆਂ ਡੀਲਾਂ ਖੂਹ 'ਚ ਪਵਾਈਆਂ, ਲਿਖੀਆਂ ਹੋਈਆਂ ਬਈ ਨਾ ਇਹ ਤਾਂ ਮਹਿੰਗੀ ਹੋਈ, ਕੱਲ ਨੂੰ ਸਸਤੀ ਹੋਣੀ। ਹੁਣ ਜਦ ਆਪਣੇ ਵਿਖਣੇ ਆ, ਹੁਣ ਬਹੁਤ ਵਧੀਆ ਲੱਗਦੀ ਹੈ ਇੰਡਸਟਰੀ, ਇਹ ਕਾਇਮ ਰਹੂ ਇੰਡਸਟਰੀ, ਇਹ ਚੰਗੀ ਰਹੂ ਇੰਡਸਟਰੀ। ਸੋ ਇਹ ਜਿਹੜੀ ਮੇਰੇ ਕਹਿਣ ਦਾ ਮਤਲਬ, ਸਾਡਾ ਮੇਰੇ ਖਿਆਲ ਇਸ਼ੂ ਇਹ ਚਾਹੀਦਾ ਵੀ ਸਾਨੂੰ ਕਮਿਊਨਿਟੀ ਦੇ ਜਿਹੜੇ ਕੰਮ ਨੇ ਉਹਨਾਂ ਦੀ ਗੱਲ ਹੋਣੀ ਚਾਹੀਦੀ ਹੈ ਹਰ ਵਾਰ। ਇਹ ਸਾਡਾ ਆਊਟਲੈਟ ਦਾ ਇਹੀ ਕੰਮ ਹੈ, ਵੱਧ ਤੋਂ ਵੱਧ। ਹੁਣ ਮੈਂ ਉੱਥੇ ਜਿਹੜੇ ਬੈਠੇ ਨੇ ਤੁਹਾਡੇ ਪਰਿਵਾਰ ਦੇ 5-7 ਹਜ਼ਾਰ ਬੰਦਾ ਜਿਹੜਾ ਰਹਿ ਗਿਆ, ਪਲੀਜ਼ ਉਹਨਾਂ ਨੂੰ ਚੜਾ ਲਿਆਓ ਤੁਸੀਂ। ਇਹ ਕੈਨੇਡਾ ਦੇ ਵਿੱਚ PRB ਆਉਂਦੇ ਆ, ਉੱਥੇ ਪੈਸੇ ਧੇਲੇ ਦੇ ਕੇ ਬੰਦੇ 1,07,000 ਦੀਆਂ 25-30 ਹਜ਼ਾਰ ਲੈ ਕੇ ਲੁਧਿਆਣੇ ਬੈਠੇ ਉਹ ਬੁੱਕ ਕਰ ਦਿੰਦੇ। ਏਅਰ ਫਰਾਂਸ ਤੇ KLM ਦੀਆਂ ਫਲਾਈਟਾਂ ਦੇ ਵਿੱਚ PR ਨਹੀਂ ਆਉਂਦੇ, ਤੁਸੀਂ ਪੈਸਾ ਨਾ ਖਰਾਬ ਕਰਿਓ, ਤੁਹਾਡੇ ਉਹਨਾਂ ਨੇ ਪੈਸੇ ਲੈ ਲੈਣੇ ਨੇ, ਕੋਈ ਨਹੀਂ ਚੈੱਕ ਸਟੇਟਸ ਕਰਦਾ। ਕੱਲ ਕਿਸ ਦਾ ਕੈਲਗਰੀ ਮੈਸੇਜ ਆਇਆ ਜੀ, ਸਾਨੂੰ ਏਅਰ ਫਰਾਂਸ ਵਾਲਿਆਂ ਨੇ ਸਾਤੋਂ 2 ਟਿਕਟਾਂ ਬੁੱਕ ਕਰ ਲਈਆਂ, $7 ਤੋਂ $4,000 ਲੈ ਲਿਆ, ਤੇ ਮੁੜ ਕੇ ਪੇਰੈਂਟਸ ਸਾਡਿਆਂ ਨੂੰ ਕਹਿੰਦੇ ਵੀ ਤੁਸੀਂ ਆ ਨਹੀਂ ਸਕਦੇ, ਹੁਣ ਕੀ ਕਰੀਏ, ਵਾਊਚਰ ਦੇ ਦੇਣਗੇ। ਵਾਊਚਰ ਦਾ ਮਤਲਬ ਖੂਹ ਖਾਤੇ 'ਚ ਪੈਣਾ ਹੈ, ਪਤਾ ਨਹੀਂ ਕਦ ਹੁਣ ਤੁਸੀਂ ਟਰੈਵਲ ਕਰਨਾ, ਕਦ ਹੁਣ ਇਹਨਾਂ ਕੈਨੇਡੀਅਨ ਗਵਰਨਮੈਂਟ ਨੂੰ ਦੇਣ ਦਿਓ ਨਾ ਇਹਨਾਂ ਨੂੰ ਆਰਥਿਕ ਪੈਕੇਜ ਐਵੀਏਸ਼ਨ ਵਾਲਿਆਂ ਨੂੰ, ਫਿਰ ਇਹਨਾਂ ਨਾਲ ਗੱਲ ਕਰਾਂਗੇ ਵੀ ਜਿਹੜੇ ਸਾਡੇ ਰੱਖੇ ਹੋਏ ਨੇ ਏਅਰਲਾਈਨਾਂ ਦੇ ਉਹ ਮੰਗਾਓ, ਸਾਡੇ ਵਾਪਸ ਕਰਾਓ। ਸੂਟਕੇਸਿਸ ਦੇ ਵੀ ਲਈ ਬੈਠੇ ਨੇ ਜਿਹੜੇ ਹਲੇ ਪਤਾ ਨਹੀਂ, ਹੁਣ ਸੂਟਕੇਸ 'ਚ ਵਿਆਹ ਤਾਂ ਹੋ ਗਿਆ, ਹੁਣ ਦੁਬਾਰਾ ਜਾਣਾ ਟੱਪਣੇ ਕਿ ਨਹੀਂ, 4 ਸੂਟਕੇਸਾਂ ਦੇ ਉਹ ਵੀ 200 ਵਿੱਚੇ ਰੱਖੀ ਬੈਠੇ ਐਡੇ। ਜਾਣੀ ਮਤਲਬ ਇਹ ਦੇਸ਼ਾਂ ਦੇ ਵਿੱਚ ਜਦ ਇਹ ਜਿਹਾ ਕੁਛ ਹੁੰਦਾ ਫਿਰ ਦੁੱਖ ਲੱਗਦਾ ਵੀ ਕਿੱਥੇ ਹਿਊਮਨ ਰਾਈਟਸ, ਕਿੱਥੇ ਗੱਲ, ਕਿੱਥੇ ਇਹ ਅਲੰਬਰਦਾਰ ਦੇਸ਼ ਕੀ ਕਰ ਰਿਹਾ, ਇੱਥੇ ਹੋ ਕੀ ਰਿਹਾ। ਤੁਹਾਨੂੰ ਮੈਨੂੰ ਜਬਕਣ ਦੀ ਲੋੜ ਨਹੀਂ ਸੀ, ਆ ਵਰਕਰਸ ਨੂੰ ਜਾਂ ਪ੍ਰਦੇਸ਼ 'ਚ ਬੈਠੇ ਜਿਹੜੇ ਪਰਿਵਾਰਾਂ ਨੂੰ, ਜਾਂ ਮੈਨੂੰ ਘੰਟਿਆਂ ਵੱਧੀ ਕਰਨ ਦੀ ਲੋੜ ਨਹੀਂ ਸੀ। ਜਿਹੜੀਆਂ ਤੁਹਾਡੇ ਸਿਰ ਤੇ ਜਥੇਬੰਦੀਆਂ ਆਰਗੇਨਾਈਜੇਸ਼ਨ ਬਣੀਆਂ ਨਾ, ਜਿਹੜੀਆਂ $4-4 ਮਿਲੀਅਨ ਲੈਂਦੀਆਂ ਸਰਕਾਰ ਤੋਂ, ਉਹਨਾਂ ਦਾ ਲੀਡਿੰਗ ਰੋਲ ਸੀ ਇਹ। ਉਹਨਾਂ ਦੇ ਦਫ਼ਤਰਾਂ 'ਚ 40-40 ਵਰਕਰ ਨੇ, ਚਾਚੇ ਮਾਮੇ ਭੂਆ ਦੇ ਪੁੱਤ ਨੇ, ਹਰ ਇੱਕ ਦੇ ਦਫ਼ਤਰ ਦੇ ਵਿੱਚ ਕੰਪਿਊਟਰ ਹੈ, ਹਰ ਇੱਕ ਦਫ਼ਤਰ ਦੇ ਵਿੱਚ ਫੋਨ ਹੈ,
ਤੇ ਤੁਹਾਡੇ ਵੱਲੋਂ ਦਿੱਤੀ ਹੋਈ ਆਰਗੇਨਾਈਜੇਸ਼ਨ ਲੈਂਦੀ ਆ ਤਨਖਾਹਾਂ ਉੱਥੇ, ਉਹਨਾਂ ਦੇ ਕੰਮ ਸੀ ਇਹ ਕਰਨ ਦੇ। ਅਸੀਂ ਰੈਜ਼ਮੇ ਲਿਖਾਉਂਦੇ ਆ ਜੀ, ਹੁਣ ਕਿਹੜਾ ਰੈਜ਼ਮੇ ਲਿਖਾਉਂਦਾ ਤੁਹਾਡੇ ਤੋਂ? ਇਹ ਕੰਮ ਸੀ ਉਹਨਾਂ ਦਾ। ਜਿਹੜੇ ਇਨੀਸ਼ੀਏਟਿਵ ਲੈ ਕੇ ਆ ਕੇ ਅੱਗੇ ਵੀ ਆ ਲਾਓ, ਮੇਰੇ ਵਰਕਰ ਆ, ਮੇਰੇ ਬੈਠੇ ਨੇ 5 ਵਰਕਰ, ਇਹ ਕੰਮ ਕਰਨਗੇ। ਦੱਸੋ ਸਰਕਾਰ ਤੋਂ ਕੀ ਕਰਾਉਣਾ, ਫੈਡਰਲ ਤੋਂ? ਇਹ ਤੁਹਾਡਾ ਮੇਰਾ, ਸਾਡੇ ਕੋਲ ਤਾਂ ਐਕਸੈਸ ਹੀ ਹੈ ਨਹੀਂ, ਅੱਧਿਆਂ ਕੋਲ ਨੰਬਰ ਹੈ ਨਹੀਂ, ਕਿਹੜੇ ਮਿਨਿਸਟਰ ਨੂੰ ਲੱਭਣਾ? ਫਿਰ ਉਹ ਮਿਨਿਸਟਰ ਨਹੀਂ ਲੱਭਦਾ, 4 ਦਿਨ ਤਾਂ ਥੱਲੜਾ ਜਿਹੜਾ ਏਡ ਆ ਉਹ ਇੱਧਰ ਖੂਹ ਖਾਤੇ ਪਾਈ ਰੱਖਦਾ, ਗੱਲ ਨਹੀਂ ਕਰਾਉਂਦੇ। ਮੇਰਾ ਆਪਣਾ ਜਿਹੜੀ ਪਾਰਟੀ 'ਚ ਮੈਂ ਚੋਣ ਲੜੀ, ਮੈਨੂੰ 1 ਹਫ਼ਤਾ ਜਗਮੀਤ ਸਿੰਘ ਨਹੀਂ ਲੱਭਿਆ, ਤੇ ਜਿਸ ਦਿਨ ਲੱਭਿਆ ਫਿਰ ਉਹਨੂੰ ਪੁੱਛਿਆ ਵੀ ਸਰਾਜ ਜੀ ਤੁਸੀਂ ਕਰਦੇ ਕਿਉਂ? ਇਹ ਬੰਦੇ ਉੱਥੇ ਪੰਜਾਬ 'ਚ ਬੈਠੇ, ਇਹਨਾਂ ਨੂੰ ਕੌਣ ਲੈ ਕੇ ਆਊ? ਉਹ ਜਿਹੜਾ ਉਹਨਾਂ ਦਾ ਜਵਾਬ ਸੀ, ਉਹ ਜਵਾਬ ਠੀਕ ਨਹੀਂ ਸੀ। ਉਹ ਕਹਿੰਦਾ ਇੱਕੇ ਪਾਰਟੀ ਨੂੰ ਵੋਟਾਂ ਲੋਕ ਪਾਉਂਦੇ ਨੇ, ਹੁਣ ਪੇਨ ਲੈਣ ਇਹ, ਪਰ ਉਹ ਬਿਲਕੁਲ ਗਲਤ ਜਵਾਬ ਸੀ। ਇਸ ਤਰ੍ਹਾਂ ਨਹੀਂ ਗੱਲ ਹੋ ਸਕਦੀ, ਵੋਟਾਂ ਕਰਕੇ ਥੋੜਾ ਤੁਰੇ ਫਿਰਦੇ ਹੋ ਤੁਸੀਂ। ਤਾਂ ਮਤਲਬ ਜਦ ਤੁਸੀਂ ਕਿਸੇ ਲੋਕਾਂ ਲਈ ਖੜਨਾ, ਫਿਰ ਤੁਹਾਡਾ ਕੋਈ ਧੜਾ ਨਹੀਂ ਹੈ। ਜੇ ਮੇਰਾ ਧੜਾ ਹੈ ਵੀ ਮੈਨੂੰ ਅੱਜ ਇੱਥੋਂ ਨਾ ਮੇਰੀ ਵਿਗੜ ਜਾਵੇ, ਇੱਥੇ ਨਾ ਮੇਰੀ ਵਿਗੜ ਜਾਵੇ, ਹੁਣ ਮੈਂ ਇੱਧਰ ਨੂੰ ਚਲੇ ਜਾਵਾਂ, ਮੇਰਾ ਆਹ ਮੈਨੂੰ ਨੇੜੇ ਆ, ਹੁਣ ਮੈਨੂੰ ਆਹ, ਇਸ ਤਰ੍ਹਾਂ ਨਹੀਂ ਸਰਵ ਹੁੰਦੇ ਲੋਕ। ਇਹ ਤਾਂ ਜਦ ਤੁਸੀਂ ਤੁਰਨਾ, ਵਿਗੜਨੀ ਹੈ, ਤੇ ਵਿਗੜ ਜਾਵੇ ਜਿਹਦੇ ਨਾਲ ਵਿਗੜਨੀ ਹੈ। ਲੋਕਾਂ ਦੀ ਕਚਹਿਰੀ ਤੁਸੀਂ ਸੱਚੇ ਚਾਹੀਦੇ ਵੀ ਹਾਂ ਸਾਡੇ ਲਈ ਕੋਈ ਕੰਮ ਹੋ ਰਿਹਾ। ਸੋ ਮੈਂ ਬੇਨਤੀ ਕਰਦਾ, ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਆ, ਕਿਸੇ ਵੱਲ ਨਾ ਝਾਕੋ। ਸਿਰਫ ਜਿਹੜੀਆਂ ਫਲਾਈਟਾਂ ਮਿਲਦੀਆਂ ਨੇ, ਜਿਵੇਂ 에ਅਰ ਇੰਡੀਆ ਦੀਆਂ ਆਉਂਦੀਆਂ ਨੇ ਰੀਪੈਟਰੀਏਸ਼ਨ ਫਲਾਈਟਸ, ਉਹਨਾਂ 'ਚ ਬੰਦੇ ਚੜਾ ਲਿਆਓ ਆਪਣਾ। ਨਹੀਂ ਗੱਲ ਬਣਦੀ, ਇੰਗਲੈਂਡ ਵਰਦੇ ਕਰੋ ਉਹਨਾਂ ਨੂੰ, ਇੰਗਲੈਂਡ ਲਿਆਓ, ਇੰਗਲੈਂਡ ਤੋਂ ਅੱਗੇ ਫਲਾਈਟਾਂ ਮਿਲ ਜਾਂਦੀਆਂ ਨੇ, ਉਹਨਾਂ ਨੂੰ ਅੰਮ੍ਰਿਤਸਰ ਤੋਂ ਫਲਾਈ ਕਰਾ ਲਓ, ਉਹਨਾਂ ਨੂੰ ਦਿੱਲੀੋਂ ਫਲਾਈ ਕਰ ਦਿਓ, ਹੀਥਰੋ ਦੀ ਲੈ ਲਓ, ਤੇ ਸਾਰਿਆਂ ਦੇ ਇੰਗਲੈਂਡ ਦੇ ਵਿੱਚ ਰਿਸ਼ਤੇਦਾਰ ਨੇ, ਉੱਥੇ 1-2 ਦਿਨ ਰਹਿ ਕੇ ਆਰਾਮ ਨਾਲ ਅੱਗੇ ਚੜ੍ਹੇ ਹੋਣ। ਮਤਲਬ ਜੇ ਕੁਝ ਨਹੀਂ ਬਣਦਾ ਤਾਂ ਆਪ ਕੋਸ਼ਿਸ਼ ਕਰੋ, ਕਿਸੇ ਵੱਲ ਨਾ। ਹੁਣ ਵੇਖੋ ਇਹ ਬਹੁਤ ਹੋ ਗਿਆ, ਨਹੀਂ ਹੋਣ ਦੇਣਾ, ਉਹਨਾਂ ਨੇ ਨਹੀਂ ਹੋਣ ਦਿੱਤਾ, ਤੇ ਇਹਦੇ ਲਈ ਆਪ ਹੁਣ ਕਰਕੇ ਫਲਾਈਟਸ 에ਅਰ ਇੰਡੀਆ ਦੇ ਚੈੱਕ ਕਰੋ, ਜਦ ਵੀ ਆਉਂਦੀ ਆ ਉਹ 'ਚ ਆਪਣੀ ਟਿਕਟ ਲਾਓ। 10,000 20,000 30,000 ਮਹਿੰਗੀ ਮਿਲਦੀ ਆ, ਆਪਣੇ ਪਰਿਵਾਰਾਂ ਨੂੰ ਜਿਹੜੇ ਕੋਈ ਬਜ਼ੁਰਗ ਰਹਿੰਦੇ ਆ ਲੈ ਕੇ ਆਓ ਜ਼ਰੂਰੀ। ਹੁਣ ਕਈ ਬਜ਼ੁਰਗ ਕਹਿੰਦੇ ਆ ਹੁਣ ਅਗਲੀ ਠੰਡ 'ਚ ਅਸੀਂ ਅਗਲੇ ਅਪ੍ਰੈਲ 'ਚ ਆਵਾਂਗੇ, ਉੱਥੇ ਹਾਲਾਤਾਂ ਦਾ ਕੁਝ ਨਹੀਂ ਪਤਾ, ਕੋਸ਼ਿਸ਼ ਕਰ ਲਓ ਜੇ ਆ ਸਕਦੇ ਆ, ਬਾਕੀ ਤੁਹਾਡੀ ਮਰਜ਼ੀ। ਸਰ ਹਰਦੀਪ ਸਿੰਘ, ਲਾਈਨ ਨੰਬਰ 5। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਜੀਤ ਸਿੰਘ ਜੀ, ਬਸ ਤੁਹਾਡਾ ਥੈਂਕਸ ਕਰਨਾ ਸੀ, ਜਿਹੜਾ ਤੁਸੀਂ ਇਹ ਮੁੱਦਾ ਚੁੱਕਿਆ ਕੇਅਰ ਏਡ ਵਰਕਰਸ ਦਾ, ਬੜਾ ਸੀਰੀਅਸ ਮੁੱਦਾ ਸੀ। ਤੇ ਇਹ ਲੇਡੀਜ਼ ਕੁੜੀਆਂ ਵਿਚਾਰੀਆਂ ਡਰਦੀਆਂ ਸੀ ਗੱਲ ਕਰਨ ਲੱਗਿਆ, ਇਹ ਸਮਝਦੇ ਸੀ ਕੋਈ ਹੋਵਾ ਆ ਗਿਆ ਉੱਪਰ ਜਿਹੜਾ ਅਸੀਂ ਕਹਿ ਨਹੀਂ ਸਕਦੇ, ਤੇ ਇਹਨਾਂ ਦੀ ਇਨਸਲਟ ਵੀ ਹੁੰਦੀ ਸੀ। ਤੇ ਹੋਰ ਜਿਹੜੇ ਤੁਸੀਂ ਮੁੱਦੇ ਇਹਨਾਂ ਦੇ ਚੁੱਕੇ ਆ, ਮੈਂ ਦਿਲੋਂ ਧੰਨਵਾਦ ਕਰਦਾ ਤੁਹਾਡਾ। ਮੇਰੀ ਸਿੰਘ ਨੇ ਵੀ ਕੰਮ ਕਰਦੇ ਰਹੇ, ਪਰ ਉਹ ਪੋਰਟ ਕੰਮ ਕਰਦਾ ਜੀ 2.5 ਸਿਟੀ 'ਚ, ਉੱਥੇ ਠੀਕ ਹਾਲਾਤ, ਬੜਾ ਸਰੀ ਵਾਲੇ ਕੁੜੀਆਂ ਦੇ ਸੁਣ ਕੇ ਮੈਂ ਤੇ ਆਪ ਕਹਿ ਲਓ ਰੋਣ ਵਾਲੀ ਗੱਲ ਹੋ ਜਾਂਦੀ ਹੈ ਕਿ ਕੁੜੀਆਂ ਫੋਨ ਤੇ ਹੀ ਰੋ ਪਈਆਂ ਸੀ ਉਦੋਂ ਜਦੋਂ ਤੁਸੀਂ ਮੁੱਦਾ ਸ਼ੁਰੂ ਕੀਤਾ ਸੀ। ਤੇ ਬਹੁਤ ਇਹ ਡਰੇ ਹੋਏ ਸੀ, ਪਤਾ ਨਹੀਂ ਕਿਉਂ। ਇਹਨਾਂ ਪ੍ਰੋਬਲਮ ਇਹੋ ਹੀ ਆਉਂਦੀ ਹੈ ਜੀ ਕਿ 5-6 ਸਾਲ ਹੋ ਜਾਂਦੇ ਆ ਕੰਮ ਕਰਦਿਆਂ, ਫਿਰ ਬੰਦਾ ਛੱਡ ਨਹੀਂ ਸਕਦਾ। ਗੱਲ ਹੁੰਦੀ ਹੈ ਕਿ ਸੀਨੀਅਰਿਟੀ ਬਣੀ ਹੁੰਦੀ ਆ, ਜਿਹੜੇ ਕਹਿਣ ਵਾਲੇ ਬੰਦੇ ਕਹਿ ਦਿੰਦੇ ਵੀ ਛੱਡ ਦਿਓ, ਉਹ ਛੱਡ ਤਾਂ ਨਹੀਂ ਸਕਦੇ ਕਿ ਉਹਨਾਂ ਦੀ ਸੀਨੀਅਰਿਟੀ ਬਣੀ ਹੁੰਦੀ ਹੈ, ਤੇ ਉਹ ਛੱਡ ਕੇ ਕਿੱਥੇ ਜਾਣ। ਫਿਰ ਹੁਣ ਉਧਰ ਐਕਸਪੀਰੀਅੰਸ ਕੰਮ ਸਟੱਡੀ ਕੀਤੀ ਹੋਈ ਆ, ਉਹ ਚੀਜ਼ ਦਾ ਐਕਸਪੀਰੀਅੰਸ ਹੈ, ਨਵੀਂ ਜਗ੍ਹਾ ਜਾਣਗੇ, ਫਿਰ ਉਹ ਹੀ ਮਿਨੀਮਮ ਵੇਜਿਸ ਤੋਂ ਨਵੇਂ ਸਿਰੇ 0 ਤੋਂ ਸ਼ੁਰੂ ਕਰਨਾ ਪਏਗਾ। ਸੋ ਤੁਹਾਡਾ ਦਿਲੋਂ ਧੰਨਵਾਦ ਹੈ, ਤੁਸੀਂ ਇਹ ਮੁੱਦਾ ਚੁੱਕਿਆ ਤੇ ਅੱਜ ਡਾਕਟਰ ਲੀ ਆਏ ਨੇ, ਤੇ ਬਹੁਤ ਬਹੁਤ ਥੈਂਕਸ ਤੁਹਾਡਾ ਜੀ। ਬਸ ਥੈਂਕਸ ਹੀ ਕਰਨਾ ਸੀ ਤੁਹਾਡਾ। ਧੰਨਵਾਦ ਵੀਰ ਜੀ, ਧੰਨਵਾਦ। ਉਹਨਾਂ ਦੀ ਗੱਲ ਬੜੀ ਪੋਜ਼ਿਟਿਵ ਰਹੀ, ਮੈਨੂੰ ਚੰਗੀ ਲੱਗੀ ਆ ਵੀ ਹੋ ਸਕਦਾ, ਕਿਉਂਕਿ ਇਹ ਪਿਛਲੇ 1 ਹਫ਼ਤੇ ਤੋਂ ਉਹਨਾਂ ਦੇ ਟੇਬਲ ਤੇ ਪਿਆ ਸਾਰਾ ਕੁਝ ਜੀ, ਉਹਨਾਂ ਨੂੰ ਪਤਾ ਹੈ ਕਿ ਮੁਸ਼ਕਲ ਕਿੱਥੇ ਆ, ਤੇ ਆਸ ਹੈ ਕਿ ਇਹ ਗੱਲ ਠੀਕ ਹੋਵੇ ਹੁਣ। ਹਾਂਜੀ ਇਹੀ ਹੈ ਜੀ, ਮੈਂ ਵੀ ਸ਼ੁਕਰ ਹੈ ਕਿ ਉਹ ਚਲੋ ਦੂਸਰੀ ਕਮਿਊਨਿਟੀ ਨੇ ਉਹ ਗੱਲ ਸੁਣਦੇ ਨੇ। ਮੈਂ ਵੀ ਇਹੀ ਤਜਰਬਾ ਕੀਤਾ 6 ਸਾਲਾਂ 'ਚ, ਜਿਹੜਾ ਕੋਈ ਉੱਪਰਲਾ ਬੰਦਾ ਦੂਸਰੀ ਕਮਿਊਨਿਟੀ ਦਾ ਹੈਗਾ, ਵਾਈਟ ਕਮਿਊਨਿਟੀ ਕਹਿ ਲਓ, ਤੇ ਉਹ ਜੇ ਇਹੋ ਜਿਹੀ ਕੋਈ ਪ੍ਰੋਬਲਮ ਅਬਿਊਜ਼ ਲੈਂਗੁਏਜ ਜੇ ਕੋਈ ਯੂਜ਼ ਕਰਦਾ, ਉਹ ਉਹਨਾਂ ਨੂੰ ਬਹੁਤ ਮਾੜੀ ਲੱਗਦੀ ਆ। ਉਹ ਆਪ ਇਹ ਚੀਜ਼ ਨੂੰ ਬਹੁਤ ਸੀਰੀਅਸਲੀ ਲੈਂਦੇ ਨੇ। ਸੋ ਉਹ ਮੈਨੂੰ ਵੀ ਪੂਰੀ ਉਮੀਦ ਹੈ ਕਿ ਉਹ ਇਹ ਚੀਜ਼ ਤੇ ਜ਼ਰੂਰ ਐਕਸ਼ਨ ਲੈਣਗੇ। ਧੰਨਵਾਦ ਤੁਹਾਡਾ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ। ਅਸਲ ਪ੍ਰੈਕਟਿਸ ਇਹ ਹੈ, ਅਗਲੇ ਹਿੱਸੇ 'ਚ ਆਪਾਂ ਚੱਲਦੇ ਹਾਂ, ਗੱਲ ਕਰਦੇ ਹਾਂ। ਪ੍ਰੈਕਟਿਸ ਇਹ ਹੈ ਕਿ ਰੇਡੀਓ ਤੇ 2-4 ਦਿਨ ਗੱਲ ਹੁੰਦੀ ਹੈ, ਗੱਲ ਖਤਮ ਹੋ ਜਾਂਦੀ ਹੈ, ਉਹ ਕਹਿੰਦੇ 2-4 ਦਿਨ ਕੰਨਾਂ ਦਾ ਸਵਾਦ ਹੈ। ਦਫ਼ਤਰ ਵਾਲੇ ਵੀ ਇਹੀ ਕਹਿੰਦੇ ਆ, ਨਿਊਟਨ ਵਾਲੇ 132 76 ਵਾਲੇ, ਉਹ ਕਹਿੰਦੇ 2-4 ਦਿਨ ਦੀ ਗੱਲ ਹੈ, ਬਸ ਨਿਬੜ ਜਾਣੀ ਹੈ ਗੱਲ। ਇਹੋ ਨਹੀਂ ਗੱਲ ਹੁੰਦੀ। ਜਿੱਥੇ ਇੱਜ਼ਤਾਂ ਦੀ ਕਹਾਣੀ ਹੈ ਉੱਥੇ ਨਹੀਂ ਕੋਈ ਸਮਝੌਤੇ ਹੋ ਸਕਦੇ।
ਮੈਂ ਤਾਂ ਉਹ ਮੈਸੇਜ ਪਹਿਲਾਂ ਸਾਂਭ ਕੇ ਰੱਖਿਆ ਹੋਇਆ। ਧਰਮ ਜਿਗਰਾ ਉਸ ਬੀਬੀ ਦਾ ਜਿਹਨੇ ਲਿਖ ਕੇ ਮੈਨੂੰ ਭੇਜਿਆ ਵੀ ਮੈਂ ਜਦ ਲੈਣ ਗਈ ਸਪਲਾਈ ਮੈਨੂੰ ਇਸ ਤਰ੍ਹਾਂ ਕਿਹਾ, ਹਾਲਾਂਕਿ ਉਹਨਾਂ ਨੇ ਲਿਖਿਆ ਨਹੀਂ ਮੈਨੂੰ ਪੂਰਾ, ਪਰ ਉਹ ਕਹਿੰਦੇ ਵੀ ਮੈਂ ਸ਼ਬਦ ਵੀਰ ਜੀ ਲਿਖ ਨਹੀਂ ਸਕਦੀ, ਮੈਨੂੰ ਆਹ ਕਿਹਾ ਗਿਆ। ਐਨੀਵੇਜ਼ ਆਪਣਾ ਇਹ ਕਿਸੇ ਨੂੰ ਹਾਰ ਨਹੀਂ, ਕਿਸੇ ਦੀ ਜਿੱਤ ਨਹੀਂ। ਇਹ ਵੀ ਨਹੀਂ ਆਪਾਂ ਸੋਚਣਾ ਵੀ ਆਪਾਂ ਕਿਸੇ ਨੂੰ ਜਿੱਤ ਗਏ। ਇਹ ਤਾਂ ਇੱਕ ਕਮਿਊਨਿਟੀ ਹੈ, ਇੱਕ ਦੂਜੇ ਨਾਲ ਸਤਿਕਾਰ 'ਚ ਰਹਿਣਾ ਚਾਹੀਦਾ। ਦੂਜੀਆਂ ਕਮਿਊਨਿਟੀਆਂ 'ਚ ਗੱਲ ਕਰਕੇ ਵੇਖਿਓ ਤੁਸੀਂ, ਚਾਈਨੀਜ਼ ਲੋਕ ਖੜੇ ਹੁੰਦੇ ਨੇ, ਜੇ ਇੱਕ ਪੰਜਾਬੀ 'ਚ ਕਿਸੇ ਇੱਕ ਅੰਗਰੇਜ਼ੀ ਦਾ ਸ਼ਬਦ ਬੋਲਦੇ ਹਨ ਤੇ ਇੱਕ ਦੂਜੇ ਲਈ ਜਾਨ ਦੇਣ ਜਾਂਦੇ ਆ। ਫਿਲਪੀਨੋ ਕਮਿਊਨਿਟੀ ਨੂੰ ਵੇਖ ਲਿਓ ਕਿਵੇਂ ਇੱਕ ਦੂਜੇ ਨਾਲ। ਤੇ ਸਾਨੂੰ ਹੀ ਹੈ ਵੀ ਜਿੱਦਣ ਮੇਰੇ ਫਰਲਾ ਲੱਗ ਗਿਆ ਉਹ ਕਹਿੰਦਾ ਬਾਕੀ ਆ ਤਾਂ ਸੜਕ ਤੇ ਬਸ, ਬਾਕੀ ਤਾਂ ਜਨਤਾ ਤੁਰੀ ਫਿਰਦੀ ਹੈ, ਕੀੜੇ ਮਕੌੜੇ ਤੁਰੇ ਫਿਰਦੇ ਆ। ਤੇ ਆਰਗੇਨਾਈਜੇਸ਼ਨ ਕਮਿਊਨਿਟੀ ਕੋਲ ਹੋਣ, ਕਮਿਊਨਿਟੀ ਦੇ ਦਸਤਖਤ ਦੇ ਨਾਲ ਮਿਲੀਆਂ ਹੋਣ, ਇੱਕ ਨਾ ਹੋਵੇ 2 3 4 ਹੋਣ ਤੁਹਾਡੇ ਨੌਵਾਂ ਦੇ ਨਾਲ, ਤੇ ਤੁਹਾਨੂੰ ਸਾਂਭਣ ਨਾ ਉਹ। ਕਿਉਂਕਿ ਅਸੀਂ ਕੁਛ ਨਹੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਕੀਤਾ ਸਾਡੇ ਲਈ, ਵੀ ਜਿਹੜੀ ਤੁਸੀਂ ਸਾਲ ਦਾ $3-4 ਮਿਲੀਅਨ ਲੈਂਦੇ ਹੋ ਸਰਕਾਰ ਤੋਂ, ਇਹਦੇ 'ਚ ਕਰਦੇ ਕੀ ਹੋ ਦੱਸੋ ਸਾਨੂੰ। ਆ ਲਾਣਾ ਜਿਹੜਾ ਬਿਠਾਇਆ ਅੰਗੂਰੀਆਂ ਚਰਨ ਵਾਲਾ, ਇਹ ਇਹਨਾਂ ਨੂੰ ਜਿਹਨਾਂ ਨੂੰ ਦਿੰਦੇ ਹੋ 70-70 80-80 ਹਜ਼ਾਰ ਤੇ ਆਪ 2-2 ਲੱਖ ਲੈਂਦੇ ਹੋ ਨਾਲ ਲੱਗ ਕੇ CEO, ਕਰਦੇ ਕੀ ਹੋ ਤੁਸੀਂ ਕਮਿਊਨਿਟੀ ਲਈ ਦੱਸੋ, ਦੱਸ ਸਕਦੇ ਹੋ ਤੁਸੀਂ? ਕੋਈ ਕਿਉਂ ਪੁੱਛਦਾ ਨਹੀਂ ਕਿਸੇ ਦਾ, ਉਹ ਕਹਿੰਦੇ ਛੱਡੋ ਜੀ ਕੀ ਕਰਨਾ। ਇੱਥੇ ਹੀ ਸਾਡਾ ਅਸੀਂ ਮਰ ਰਹੇ, ਇਹੀ ਸਾਡੀ ਮੁਸ਼ਕਲ ਹੈ। ਔਰ ਜਿਹਦਾ ਸੈੱਟ ਹੋ ਗਿਆ ਕੋਈ ਵੀ ਆਰਗੇਨਾਈਜੇਸ਼ਨ ਆ, ਧਾਰਮਿਕ ਸਮਾਜਿਕ ਹੈ, ਕੋਈ ਜਦੋਂ ਕਮਿਊਨਿਟੀ ਦਾ ਨੂੰ ਯੂਜ਼ ਕਰਦੀ ਆ ਨਾ ਛਲਾਵੇ ਦੇ ਕੇ ਵੀ ਆਹ ਅਸੀਂ ਆਹ ਕਰਤਾ, ਹੁਣ ਅਸੀਂ ਆਹ ਕਰਤਾ, ਪਿੱਛੇ ਉਹਦੇ ਰੋਲ ਕੋਈ ਹੋਰ ਹੁੰਦਾ, ਇੱਕ ਦਿਨ ਤੁਸੀਂ ਨੰਗੇ ਹੋ ਜਾਣਾ, ਨਿਕਲ ਜਾਣਾ, ਤੁਹਾਡਾ ਪਰਦਾ ਜਾਂ ਲੈ ਜਾਣਾ। ਆਪਾਂ ਨਾ ਕਹੀਏ ਇੱਕ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਪੈਸੇ ਚਾਹੀਦੇ ਨੇ, ਤੁਸੀਂ ਕੀ ਕਰੋਗੇ ਲੋਕਾਂ ਦੇ ਹੱਕਾਂ ਦੇ ਪੈਸੇ ਕੱਢ ਕੇ, ਤੇ ਤੁਸੀਂ ਕਿੱਥੇ ਨੂੰ ਲੈ ਜਾਓਗੇ ਤੁਸੀਂ? ਅੱਜ ਕਿਸੇ ਨੇ ਪਰਸਨਲ ਇਨਫੋਰਮੇਸ਼ਨ ਭੇਜੀ ਹੈ ਖੰਨੇਰੇ ਇੱਕ ਦਵਾਈਆਂ ਦੇ ਦੁਕਾਨ ਦੇ ਮਾਲਕ ਦੀ, ਜਿਹਨੇ ਆਪ ਲਿਖੀ ਹੈ। ਉਹ ਕਹਿੰਦਾ ਮੈਨੂੰ ਪਤਾ ਸੀ ਵੀ ਇਹ 10 ਰੁਪਏ ਦੀ ਦਵਾਈ ਅਸੀਂ 17 ਦੀ ਵੇਚਦੇ ਹਾਂ, 60 ਰੁਪਏ ਬਚਦੇ ਆ। ਕਹਿੰਦਾ ਛੋਟੀ ਜਿਹੀ ਦੁਕਾਨ, ਗਾਹਾਂ ਪਲਾਟ ਜੇ ਬੋ ਤੇ ਕਰਤੇ ਇਕੱਠੇ। ਕਹਿੰਦਾ ਇੱਕ ਦਿਨ ਦੁਕਾਨ ਤੇ ਬਜ਼ੁਰਗ ਆ ਗਿਆ ਤੇ ਬਜ਼ੁਰਗ ਦੀ ਘਰ ਵਾਲੀ ਨੂੰ ਬਲੱਡ ਕੈਂਸਰ ਸੀ। ਜਿਹੜੀਆਂ ਉਹਨੇ ਦਵਾਈਆਂ ਲਿਖੀਆਂ ਡਾਕਟਰ ਨੇ ਉਹ 700 ਦੀਆਂ ਸੀ। ਸਾਰੇ ਖੀਸੇ ਫੋਲਤੇ, ਸਾਰੀਆਂ ਜੇਬਾਂ ਫੋਲਤੀਆਂ, 160 ਰੁਪਏ ਬਜ਼ੁਰਗ ਦੀ ਜੇਬ ਚੋਂ ਨਿਕਲੇ। ਤੇ ਕਹਿੰਦਾ ਮੈਂ ਹਿਸਾਬ ਲਾ ਲਿਆ ਵੀ ਦਵਾਈ 130 ਦੀ ਸੀ, 30 ਰੁਪਏ ਮੈਨੂੰ ਫੇਰ ਬਚ ਰਹੇ ਸੀ ਉਹਦੇ 'ਚ। ਕਹਿੰਦਾ ਮੈਂ ਬਜ਼ੁਰਗ ਨੂੰ ਮੋੜਤਾ ਵੀ ਜਦ ਜਿੱਥੇ ਜਦ 700 ਹੋ ਲੈ ਜੀ ਦਵਾਈਆਂ, ਰੱਖੋ ਕਾਕਾ, ਐਂ ਕਹਿਤਾ। ਕਹਿੰਦਾ ਕੋਲ ਮੇਰਾ ਵਰਕਰ ਇੱਕ ਖੜਾ ਮੁੰਡੂ, ਜਿਹਦੀ ਤਨਖਾਹ $700-800 ਸੀ, 700-800 ਰੁਪਏ ਸੀ। ਕਹਿੰਦਾ ਮੈਨੂੰ ਕਹਿੰਦਾ ਲਾਲਾ ਜੀ ਦੇ ਦਿਓ ਇਹਨੂੰ, ਮੇਰੇ ਪੈਸੇ ਕੱਟ ਲਿਓ, ਮੇਰੇ ਤੋਂ 400 ਰੁਪਇਆ ਲੈ ਲਿਓ। ਕਹਿੰਦਾ ਦਵਾਈ ਦੇਤੀ। ਕਹਿੰਦਾ 3 ਮਹੀਨੇ ਬਾਅਦ ਮੇਰੇ ਬੇਟੇ ਨੂੰ ਬਲੱਡ ਕੈਂਸਰ ਹੋ ਗਿਆ, ਨਾ ਬ੍ਰੇਨ ਟਿਊਮਰ ਹੋ ਗਿਆ। ਅੱਜ ਲਿਖ ਕੇ ਮੈਨੂੰ ਕਿਸੇ ਨੇ ਭੇਜੀ ਆ, ਪੂਰੀ ਕਿਸੇ ਦੀ ਫੇਸਬੁੱਕ ਤੋਂ। ਕਹਿੰਦਾ ਜਦ ਉਹਨੂੰ ਉਹ ਬ੍ਰੇਨ ਟਿਊਮਰ ਹੋਇਆ, ਸਭ ਕੁਛ ਕਹਿੰਦਾ ਮੇਰਾ ਵਿਕ ਗਿਆ, ਉਹ ਪਲਾਟ ਵੀ ਵਿਕ ਗਏ, ਕੁਛ ਨਹੀਂ ਰਿਹਾ, ਸਭ ਕੁਛ, ਐਵਰੀਥਿੰਗ। ਤੇ ਉਹਦੇ ਬਾਅਦ ਕਹਿੰਦਾ ਮੁੰਡਾ ਵੀ ਨਾ ਬਚਿਆ, ਸਾਰਾ ਕੁਝ ਵਿਕ ਗਿਆ। ਕਹਿੰਦਾ ਮੈਨੂੰ ਪੈਰਾਲਾਈਜ਼ ਹੋ ਗਿਆ, ਮੈਨੂੰ ਰੰਗ ਦਾ ਦੌਰਾ ਪਿਆ, ਮੈਂ ਮੰਜੇ ਤੇ ਪਿਆ। ਕਹਿੰਦਾ ਮੈਂ ਲੋਕਾਂ ਨੂੰ ਕਹਿਣਾ ਨਾ ਤੰਗ ਕਰਿਓ ਕਿਸੇ ਨੂੰ, ਇਹ ਬਹੁਤ ਔਖਾ ਹੈ। ਕਿਸੇ ਨੂੰ ਹਰਟ ਜਾਂ ਤੁਸੀਂ ਕਰਦੇ ਹੋ, ਕਿਸੇ ਦਾ ਦਿਲ ਜਾਂ ਟੁੱਟਦਾ, ਉਹ ਬੜਾ ਡੇਂਜਰਸ ਹੈ। ਇਸ ਤੋਂ ਬਚਿਓ, ਇਹ ਬਹੁਤ ਔਖਾ ਕੰਮ ਹੈ। ਜਿੰਨਾ ਬਚ ਸਕਦੇ ਹੋ, ਕਿਸੇ ਦਾ ਚੰਗਾ ਨਹੀਂ ਕਰ ਸਕਦੇ, ਨਾ ਕਰਿਓ, ਪਰ ਹਰਟ ਨਾ ਕਰਿਓ ਕਿਸੇ ਨੂੰ। ਇਹ ਬਹੁਤ ਹੀ ਜ਼ਰੂਰੀ ਹੈ, ਬਹੁਤ ਹੀ ਜ਼ਰੂਰੀ। ਤੋ ਇਹ ਜਿਹੜੀ ਮਤਲਬ ਇਹ ਖਿਆਲ ਰੱਖੀਏ, ਆਪਾਂ ਵਧੀਆ ਤਰੀਕੇ ਨਾਲ ਰਲ ਕੇ ਰਹੀਏ, ਇੱਕ ਦੂਜੇ ਦਾ ਕੰਮ ਕਰੀਏ, ਮਦਦ ਕਰੀਏ। ਤੇ ਇੰਨੇ ਜਾਣੀ ਤੁਹਾਡੇ ਸੁਨੇਹੇ ਸੀ, ਇਹਦੇ ਕਰਕੇ ਹੋ ਗਿਆ। ਬਸ ਕਾਇਮ ਰਹੋ ਹੁਣ, ਬਾਕੀ ਅੱਗੇ ਜਿਵੇਂ ਠੀਕ ਹੋਏਗਾ। ਪ੍ਰੋਫੈਸਰ ਭਾਈ ਮਨੀ ਸਿੰਘ ਉਹਨਾਂ ਦੀ ਸ਼ਹੀਦੀ ਦੀ ਗੱਲਬਾਤ ਮੈਂ ਸ਼ੁਰੂ ਕਰਦਾ। ਉਹ ਤੋਂ ਪਹਿਲਾਂ ਇੱਕ ਕਾਲਰ ਨੇ, ਕੁਲਵਿੰਦਰ ਕੌਰ ਜੀ, ਤੁਸੀਂ ਏਅਰ ਤੇ ਹੋ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਤਿ ਸ੍ਰੀ ਅਕਾਲ ਭੈਣ ਜੀ। ਹੈਲਥ ਕੇਅਰ ਵਰਕਰ ਆ ਜੀ। ਹਾਂਜੀ, ਮੈਂ ਪਹਿਲੀ ਵਾਰੀ ਰੇਡੀਓ ਤੇ ਕਾਲ ਕੀਤੀ ਆ। ਬਸ ਮੈਂ ਥੋੜਾ ਧੰਨਵਾਦ ਕਰਨ ਲਈ ਕੀਤਾ, ਜੋ ਤੁਸੀਂ ਸਾਡੇ ਲਈ ਕੀਤਾ ਅਸੀਂ ਹਮੇਸ਼ਾ ਯਾਦ ਰੱਖਾਂਗੀਆਂ। ਕੋਈ ਨਾ ਭੈਣ ਜੀ, ਮੇਰਾ ਫਰਜ਼ ਬਣਦਾ ਸੀ, ਗੱਲੇ ਨਹੀਂ ਕੋਈ। ਹਾਂਜੀ,
ਪਰ ਵੀਰ ਜੀ ਅਸੀਂ ਬਹੁਤ ਬਾਕੀ ਥਾਵਾਂ ਤੇ ਵੀ ਟਰਾਈ ਕੀਤਾ, ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਮੈਨੂੰ ਪਤਾ, ਮੈਨੂੰ ਬਹੁਤ ਲੋਕੀ ਸੁਣ ਰਹੇ ਨੇ, ਮੈਂ ਔਨ 에ਅਰ ਦੱਸ ਰਹੀ ਹਾਂ। ਤੇ ਤੁਸੀਂ ਸਾਡੀ ਹੈਲਪ ਕੀਤੀ ਆ, ਅਸੀਂ ਹਮੇਸ਼ਾ ਤੁਹਾਡੇ ਨਾਲ ਖੜਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਬਹੁਤ ਹੀ ਇਸ਼ੂ ਸੀਗੇ ਜਿਹੜੇ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਗਾਹਾਂ ਪਹੁੰਚਾਏ ਨੇ। ਉਹਨਾਂ ਨੇ ਆ ਕੇ ਸਾਡੇ ਨਾਲ ਗੱਲ ਕੀਤੀ ਆ ਤੇ ਬਿਹੇਵੀਅਰ ਤਾਂ ਸਾਡੇ ਸਟਾਫ ਦਾ ਓਨੈਸਟਲੀ ਮੈਂ ਤੁਹਾਨੂੰ ਦੱਸਾਂ ਵੀਰ ਜੀ, ਪਿਛਲੇ ਮਹੀਨੇ 'ਚ ਸੁਧਰ ਗਿਆ ਸੀਗਾ ਪਹਿਲੇ ਟਾਕ ਸ਼ੋ ਤੋਂ ਬਾਅਦ। ਠੀਕ ਹੈ, ਉਹੀ ਜ਼ਰੂਰੀ ਸੀ। ਹੁਣ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਅਸੀਂ ਫੀਲ ਕਰਦੇ ਹਾਂ ਵੀ ਹੁਣ ਗੁੱਡ ਹੋਣੀਆਂ ਸ਼ੁਰੂ ਹੋਈਆਂ ਨੇ। ਵੈਰੀ ਗੁੱਡ। ਤੇ ਬਸ ਮੈਂ ਇਹੀ ਕਹਿਣਾ ਸੀਗਾ ਵੀ ਪੋਜ਼ਿਟਿਵ ਥਿੰਗ ਇਹੀ ਆ ਵੀ ਆਪਣੇ ਟਾਕ ਸ਼ੋ ਦਾ ਬਹੁਤ ਜ਼ਿਆਦਾ ਸਾਨੂੰ ਹੈਲਪ ਹੋਇਆ ਵਾ ਇਹਦੇ ਨਾਲ, ਤੁਹਾਡੇ ਬੋਲਣ ਤੋਂ ਬਾਅਦ, ਸਾਡੇ ਬੋਲਣ ਤੋਂ ਬਾਅਦ। ਤੇ ਹੁਣ ਬਹੁਤ ਹੀ ਹੋਪਸ ਹੋਵਾ ਸਾਨੂੰ ਵੀ ਸਾਰਾ ਕੁਝ ਸਮੂਥ ਹੋ ਜਾਊਗਾ। ਸਾਡੀਆਂ ਜਿਹੜੇ ਕੈਜੂਅਲ ਕੇਅਰ ਵਰਕਰ ਨੇ ਉਹ ਜ਼ਿਆਦਾ ਸਫਰ ਨਹੀਂ ਕਰਨਗੇ, ਸਾਡੀ ਗੱਲ ਸੁਣੀ ਜਾਊਗੀ। ਹੋ ਜਾਣਾ ਜੀ ਠੀਕ। ਆਪਾਂ ਉਹਨਾਂ ਨਾਲ ਕਮਿਊਨੀਕੇਸ਼ਨ, ਉਹਨਾਂ ਦੇ ਚੈਨਲ ਆਪਣੇ ਨਾਲ ਖੋਲਿਆ ਜੀ। ਮੇਰੇ ਨਾਲ ਉਹਨਾਂ ਨੇ ਪਰਸਨਲ ਫੋਨ ਨੰਬਰ ਮੈਨੂੰ ਹੁਣ ਭੇਜੇ ਨੇ, ਆਪਣਾ ਪਰਸਨਲ ਈਮੇਲ ਭੇਜਿਆ। ਤੁਸੀਂ ਵੇਖਿਓ, ਚੀਜ਼ਾਂ ਠੀਕ ਹੋ ਜਾਣੀਆਂ ਨੇ। ਮੈਨੂੰ ਬੜਾ ਵਧੀਆ ਲੱਗਿਆ ਉਹਨਾਂ ਦੇ ਇੰਟਰਵਿਊ ਤੋਂ ਬਾਅਦ। ਹੋਰ ਉਹਨਾਂ ਨੇ ਆਪਣਾ ਚੈਨਲ ਭੇਜਿਆ, ਵਿਦਨ 5 ਮਿੰਟਸ ਇੱਕ ਈਮੇਲ ਹੋਰ ਆਈ ਹੈ। ਸੋ ਉਹਦੇ ਤੇ ਉਹਨਾਂ ਦੇ ਅਸਿਸਟੈਂਟ ਨੇ ਗੱਲ ਕੀਤੀ ਆ ਵੀ ਤੁਸੀਂ ਆਹ ਚੈਨਲ ਆ ਜਿਹਦੇ ਨਾਲ ਤੁਸੀਂ ਡਾਕਟਰ ਲੀ ਨਾਲ ਸਿੱਧੀ ਗੱਲ ਕਰ ਸਕਦੇ। ਸੋ ਇਹ ਚੀਜ਼ਾਂ ਠੀਕ ਹੋ ਜਾਣੀਆਂ ਨੇ। ਵੀ ਕਰਾਂਗੇ ਵੀ ਸਿੱਧੀਆਂ ਵੀ ਅਸੀਂ ਸਿੱਧੀ ਵੀ ਈਮੇਲ ਕਰੀਏ, ਤੁਹਾਡੇ ਥਰੂ ਵੀ ਕਰੀਏ, ਤਾਂ ਕਿ ਸਾਡੇ ਮਸਲੇ ਸੋਲਟ ਹੋ ਸਕਣ। ਬਿਲਕੁਲ ਠੀਕ ਹੈ। ਥੈਂਕ ਯੂ ਵੀਰ ਜੀ, ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਚ ਰਹੋ। ਥੈਂਕ ਯੂ। ਅੱਜ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸ਼ਹੀਦੀ ਦਾ ਦਿਨ ਹੈ। 1736 ਦੇ ਵਿੱਚ ਸ਼ਹੀਦੀ ਹੋਈ ਨਖਾਸ ਚੌਂਕ 9 ਜੁਲਾਈ ਨੂੰ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਅਬਦ ਸਮੰਦ ਖਾਨ ਨੇ, ਜ਼ਕਰੀਏ ਦੇ ਪਿਓ ਨੇ, ਧਰਤੀ ਹਿਲਾ ਦਿੱਤੀ। ਬਹੁਤ ਤਾਕਤਵਰ ਜਿਹੜਾ ਲਾਹੌਰ ਦਾ ਇਹ ਸੂਬਾ ਸੀ, ਉਹਦਾ ਕਾਰਨ ਇਹ ਸੀ ਕਿ ਦਿੱਲੀ ਦਰਬਾਰ ਦੇ ਨਾਲ ਉਹਦੀ ਸੱਥਰੀ ਪੈਂਦੀ। ਜਦ ਸਿੰਘਾਂ ਦੇ ਖੁਰਾ ਖੋਜ ਮਿਟਾਉਣ ਦੇ ਲਈ ਤੇ ਬੜੀ ਤੇਜ਼ੀ ਉਹਨੇ ਕੀਤੀ, ਸਾਰੇ ਪੰਜਾਬ ਦੇ ਵਿੱਚ ਜਦ ਤੇਜ਼ੀ ਕਰ ਦਿੱਤੀ ਤਾਂ ਚੌਧਰੀ ਲਾਤੇ ਸਿੰਘਾਂ ਦੇ ਪਿੱਛੇ। ਚੌਧਰੀ ਜਿਹੜੇ ਲਾਏ, ਨਸ਼ਹਿਰੇ ਦੇ ਚੌਧਰੀ ਸਾਹਿਬ ਰਾਏ ਨੇ ਸ਼ੁਰੂਆਤ ਕੀਤੀ ਜਦ ਪੰਜਾਬ 'ਚ ਪਹਿਲੀ, ਜਦ ਉਹਨੇ ਘੋੜੀਆਂ ਸਿੱਖਾਂ ਦੇ ਖੇਤਾਂ 'ਚ ਛੱਡੀਆਂ। ਜਦ ਉਹਨੂੰ ਕਿਹਾ ਵੀ ਘੋੜੀਆਂ ਬੰਦ ਲਾ, ਉਹ ਕਹਿੰਦਾ ਘੋੜੀਆਂ ਤੁਹਾਡੀਆਂ ਵਾਲਾਂ ਨਾਲ, ਸਿਰ ਦੇ ਉੱਤੇ ਦਾੜੀ ਦੇ ਵਾਲਾਂ ਨਾਲ ਰੱਸੇ ਵੱਟ ਕੇ ਵੱਢਣੀਆਂ, ਜਿਵੇਂ ਹੁਣ ਦੇ ਸਮੇਂ 'ਚ ਗੋਬਿੰਦ ਰਾਮ ਕਹਿੰਦਾ ਸੀ ਮਾਝੇ ਦੇ ਵਿੱਚ। ਫਿਰ ਚਿਮਟੀਆਂ ਨਾਲ ਇਕੱਠਾ ਕੀਤਾ PAP 'ਚੋਂ। ਸੋ ਇਹ ਕੌਮ ਨੂੰ ਚੈਲੰਜ ਜਿਹਨੇ ਕੀਤਾ, ਇਹ ਨਹੀਂ ਹੈ ਵੀ ਹੁਣ ਇਹ ਮੁੱਕ ਗਏ ਜੀ, ਇਹ ਖਿੰਡ ਗਏ ਜੀ, ਤੁਸੀਂ ਸਾਡੇ ਗੱਲ ਦਿਓ। ਇਹ ਤਾਂ ਕੋਈ ਭੁਲੇਖੇ 'ਚ ਨਾ ਰਹੇ। ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੌਮ ਹੈ, ਇਹ ਨਹੀਂ ਕਿਸੇ ਦੇ ਮਾਰਿਆ ਮਰਦੀ। ਠੀਕ ਆ, ਸਾਡੇ ਆਪਸ ਵਿੱਚ ਵੀ ਇਹ ਰੌਲੇ ਰਹਿਣੇ ਹੀ ਨੇ। ਪਹਿਲਾਂ ਕੋਈ 18ਵੀਂ ਸਦੀ 'ਚ ਉੱਧਰੋਂ ਜ਼ਕਰੀਆ ਸਿਰਾਂ ਦੇ ਮੁੱਲ ਪਾਉਂਦਾ, ਇੱਧਰੋਂ ਆਪਸ ਵਿੱਚ ਬੁੱਢਾ ਦਲ ਤਰਨਾ ਦਲ ਖੜਕਰੀ ਹੋ ਰਹਿੰਦੀ। ਕਿਉਂਕਿ ਜਿੱਦਣ ਵਿਹਲੇ ਹੋ ਗਏ ਕਹਿੰਦੇ ਚਲ ਆਪ ਹੀ ਮਾਰ ਲਈਏ ਮਾੜੀਆਂ 4 ਡਾਂਗਾਂ, ਘਰੇ ਕਾਹਨੂੰ ਬੈਠੇ ਆ। ਇਹੀ ਗੱਲ ਹੈ। ਸੋ ਜਦ ਇਹ ਗੱਲ ਹੋਈ ਤਾਂ ਭੂਸੇ ਪਿੰਡ ਦੇ ਅਮਰ ਸਿੰਘ ਤੇ ਬਘੇਲ ਸਿੰਘ ਢਿੱਲੋਂ ਨੂੰ ਸੱਦ ਕੇ ਇਹ ਘੋੜੀਆਂ ਜਿਹੜੀਆਂ ਬੰਨ੍ਹਦੀਆਂ ਸਿੰਘਾਂ ਨੇ, ਬੰਨ ਕੇ ਭੂਸੇ ਸਰਦਾਰਾਂ ਨੇ ਘੋੜੀਆਂ ਲਖਮੀਰ ਸਿੰਘ ਘਰਿਆਲੇ ਨੂੰ ਦੇਤੀਆਂ, ਉਹਨੇ ਆਲਾ ਸਿੰਘ ਨੂੰ ਦੇਤੀਆਂ। 4 ਪੈਸੇ ਜਿਹੜੇ ਮਿਲੇ ਆ ਕੇ ਗੁਰੂ ਦੇ ਲੰਗਰ 'ਚ ਪਾਤੇ। ਉਹਨਾਂ ਦਿਨਾਂ 'ਚ ਭਾਈ ਬਾਬਾ ਤਾਰਾ ਸਿੰਘ ਬੁੱਟਰ ਵਾਂ, ਉਹਨਾਂ ਦਾ ਬਹੁਤ ਸਤਿਕਾਰ ਸੀ। ਬੁੱਟਰ ਗੋਤ ਸੀ, ਉਹਨਾਂ ਦਾ ਦਿਨ ਮਨਾਉਂਦੇ ਆ ਬੁੱਟਰ ਗੋਤ ਵਾਲੇ ਸਾਰੇ, ਭੋਗਪੁਰ ਦੇ ਨੇੜੇ ਦੇ ਵੀਰ ਹਰ ਸਾਲ। ਤੇ ਇਹ ਬਹੁਤ ਪੂਜੇ ਤੇ ਤੇਗ ਧਾਰੀ ਸੰਤ ਸੀ। ਸਿਮਰਨ ਤੇ ਨਾਲ ਕਿਰਤ ਕਰਨ ਵਾਲੇ ਗੁਰੂ ਦਾ ਲੰਗਰ। ਤੇ ਪਿੰਡ ਦੇ ਬਾਹਰ ਉਹਨਾਂ ਨੇ ਵਾੜਾ ਬਣਾਇਆ ਹੋਇਆ ਸੀ ਜਿੱਥੇ ਰਹਿੰਦੇ। ਘੋੜੀਆਂ ਦੀ ਸੂਹ ਨਿਕਲਦੀ ਅਖੀਰ ਇਹ ਪਤਾ ਲੱਗਿਆ ਕਿ ਬਾਬਾ ਤਾਰਾ ਸਿੰਘ ਦੇ ਨਾਲ ਇਹ ਗੱਲ ਹੋਈ। ਉੱਥੇ ਉਹਦੇ ਜਥੇ 'ਚ ਰਹਿੰਦੇ ਆ। ਬਘੇਲ ਸਿੰਘ ਵੀ ਇਹਦੇ ਨਾਲ, ਅਮਰ ਸਿੰਘ ਤੇ ਬਘੇਲ ਸਿੰਘ ਮੁੜ ਕੇ ਬਾਬਾ ਤਾਰਾ ਸਿੰਘ ਦੇ ਡੇਰੇ 'ਚ ਆ ਗਿਆ। ਸਵੇਰੇ ਜਦ ਚੌਧਰੀ ਨੇ ਜਾ ਕੇ ਚੋਰ ਮੰਗੇ ਦੂਜੇ ਦਿਨ,
ਤਾਂ ਸਿੰਘਾਂ ਨੇ ਘੇਰ ਕੇ ਸਿਰ ਦੇ ਵਿੱਚ ਜਦ ਜੁੱਤੀਆਂ ਛੱਡੀਆਂ ਤੇ ਰੋਂਦਾ ਜ਼ਕਰੀਏ ਦੇ ਸਿੱਧਾ ਫੌਜਦਾਰ ਦੇ ਅਬਦੁਲਸਮਦ ਖਾਨ ਦੇ, ਪਹਿਲਾਂ ਫੌਜਦਾਰ ਪੱਟੀ ਕੋਲ ਗਿਆ ਜਾਫਰ ਬੇਗ ਕੋਲ, ਤੇ ਸਵੇਰੇ ਇਹਨਾਂ ਨੇ ਘੇਰਾ ਪਾਇਆ ਤੇ ਬਘੇਲ ਸਿੰਘ ਹੋਣੀ ਮੈਦਾਨ ਮਾਰਨ ਚੱਲੇ ਸੀ। ਵਰਸ਼ਾ ਸਿੰਘ ਦੇ ਕੋਲ ਸੀ, ਕਹਿੰਦੇ ਹੁਣ ਮੋੜਨਾ ਕਿੱਥੇ ਆ। ਜਦ ਮਾਰ ਕੇ ਲਲਕਰਾ ਫਤਿਹ ਬੁਲਾ ਕੇ ਖੜਕਣ ਲੱਗੇ ਤਾਂ ਉਸ ਸਮੇਂ ਬੁੰਗੇ ਦੇ ਵਿੱਚ ਸਾਰੇ ਲਖਵੀਰ ਸਿੰਘ ਘਰਿਆਲਾ, ਆਲੀ ਸਿੰਘ, ਗੁਰਬਖਸ਼ ਸਿੰਘ ਪੜਾਣਾ, ਭੀਮ ਸਿੰਘ, ਬਾਦਲ ਸਿੰਘ ਰਤੋ ਕੇ, ਮੇਘ ਸਿੰਘ ਮੱਦਰ, ਹਾਤਾ ਸਿੰਘ ਚੂੰਗ, ਬਲਾਕਾ ਸਿੰਘ, ਜੋਤ ਸਿੰਘ ਨਾਰੋਵਾਲ, ਮੇਹਰ ਸਿੰਘ ਤੁੰਗ, ਪੁਰਾਣੇ ਓਏ ਸਿੰਘ, ਸਮੁੰਦ ਸਿੰਘ, ਬਹੁਤ ਜਾਣੀ ਸਿੰਘ ਸੀ। ਅਖੀਰ ਜਦ ਡੇਰੇ ਦੇ ਵਿੱਚ ਸਿੰਘਾਂ ਨੂੰ ਆ ਕੇ ਮੋਮਨ ਖਾਂ ਤੇ ਤੱਕੀ ਬੇਗ ਉਹਨਾਂ ਨੇ ਘੇਰਾ ਪਾਇਆ ਤਾਂ ਅੰਦਰੋਂ ਆਲੇ ਦੁਆਲੇ ਪਾਣੀ ਛੱਡਿਆ ਹੋਇਆ ਸੀ ਖਾਹੀ ਭਰ ਕੇ, ਤੇ ਉਹਦੇ ਠੰਡ ਦੇ ਵਿੱਚ ਅੱਗ ਲਾ ਦਿੰਦੇ, ਗਰਮੀਆਂ 'ਚ ਪਾਣੀ ਛੱਡ ਦਿੰਦੇ। ਤਾਂ ਤਾਰਾ ਸਿੰਘ ਉਹਨਾਂ ਨੇ ਸਿਰ ਤੇ ਦਮਾਲਾ ਸਜਾਇਆ ਹੋਇਆ ਸੀ ਤੇ ਤੱਕੀ ਬੇਗ ਦੇ ਜਦ ਮੂਹਰੇ ਖੜੇ ਸਿੰਘ ਜਾ ਕੇ ਪੂਰਾ ਸੰਜੋਗ ਨਾਲ ਤੱਕੀ ਬੇਗ ਮੜਿਆ ਹੋਇਆ, ਘੋੜਾ ਵੀ ਤੇ ਆਪ ਵੀ, ਤੇ ਤੱਕੀ ਬੇਗ ਦਾ ਮੂੰਹ ਵੇਖ ਲਿਆ ਸਿੰਘ ਸਾਹਿਬ ਨੇ ਖਾਲੀ। ਬਾਦਸ਼ਾਹ ਮੂੰਹ ਦੇ ਵਿੱਚ ਮਾਰਿਆ ਤੱਕੀ ਬੇਗ ਦੇ। ਪਹਿਲਾਂ ਤੱਕੀ ਬੇਗ ਜਦ ਭੱਜਿਆ ਪਿੱਛੇ ਨੂੰ, ਮੋਮਨ ਖਾਨ ਤੱਕੀ ਬੇਗ ਨੂੰ ਕਹਿੰਦਾ ਪਾਨ ਖਾਨਾ, ਕਹਿੰਦਾ ਤਾਰਾ ਸਿੰਘ ਵਾਂ ਵੱਢਦਾ, ਪਾਨ ਜਾ ਕੇ ਲੈ ਲਾ ਤੂੰ ਵੀ ਮੂਹਰੇ। ਤਾਰਾ ਸਿੰਘ, ਬਾਬਾ ਤਾਰਾ ਸਿੰਘ ਵਾਂ ਦੀ ਸ਼ਹੀਦੀ ਹੋਈ ਇਹ ਕੋਈ 1729 ਕਹਿੰਦਾ ਤੇ 1730 ਦੇ ਵਿੱਚ। ਸ਼ਹੀਦੀ ਨੇ ਇੰਨਾ ਜ਼ੋਰ, ਸ਼ਹੀਦੀ ਕਰਕੇ ਜ਼ੋਰ ਇੰਨਾ ਫੜਿਆ, ਮੋਮਨਾ ਦਾ ਬੁਰਾ ਹਾਲ ਕਰ ਦਿੱਤਾ। ਰਾਮ ਰੰਧਾਵੇ ਵਾਲੇ ਤੇ ਜਿੰਨੇ ਚੌਧਰੀ ਸੀ ਇਹਨਾਂ ਨੇ ਜ਼ੁਲਮ ਕਰਤਾ। ਖਾਨ ਬਹਾਦਰ ਜ਼ਕਰੀਏ ਨੇ ਇਸ਼ਤਿਹਾਰ ਦੇਤਾ 10 ਰੁਪਈਏ ਸਿਰ ਦਾ ਹੀ, 10 ਪਾਵੇ ਉਹਨੂੰ 10 ਰੁਪਈਏ ਤੇ ਸਿਰ ਪੇਸ਼ ਕਰੇ 25 ਰੁਪਈਏ ਤੇ ਜਾਂ ਫੜਾਵੇ 25 ਤੇ ਸਿਰ ਦਾ 100। ਉਹਦੇ ਬਾਅਦ ਸਾਰੀਆਂ ਫੌਜਾਂ ਜਿਹੜੀਆਂ ਪਿੱਛੇ ਲੱਗ ਗਈਆਂ ਤੇ ਉਹਦੇ ਬਾਅਦ ਸਿੰਘ ਵੀ ਇਕੱਠੇ ਹੋ ਗਏ। ਸਿੰਘਾਂ ਨੇ ਇੰਨਾ ਕੁ ਕੰਮ ਕੱਸਿਆ ਉਹਨਾਂ ਦਿਨਾਂ ਦੇ ਵਿੱਚ। 3 ਸਾਲ ਬਾਅਦ 1733 ਦੇ ਵਿੱਚ ਜ਼ਕਰੀਆ ਦੀ ਜਿਹੜੀ ਜਗੀਰ ਆ ਜਿਹੜੀ ਖਾਲਸੇ ਦੇ ਘਰੇ ਆ ਗਈ। ਚੌਬਦਾਰ ਨੇ ਅੱਗੇ ਵੀ ਤੁਹਾਨੂੰ ਦੱਸਿਆ, ਸਵੇਗ ਸਿੰਘ ਨੂੰ ਰੋਕਤਾ ਵੀ ਤੂੰ ਸਰਕਾਰੀ ਸਿੱਖਾ, ਤੂੰ ਅੰਦਰ ਨਹੀਂ ਜਾ ਸਕਦਾ। ਜਦ ਗਏ ਕੌਮ ਦਾ ਮਹਾਨ ਜਥੇਦਾਰ ਬਾਬਾ ਦਰਬਾਰਾ ਸਿੰਘ ਦਰਬਾਰ ਸਾਹਿਬ ਦੇ ਵਿੱਚ, ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂ ਦਰਬਾਰ ਸਾਹਿਬ ਜਿੱਥੇ ਵੀ ਉਹ ਬੈਠੇ ਨੇ, 5 ਸਿੰਘ ਨੇ, ਹਰੀ ਸਿੰਘ ਹਜੂਰੀਆ, ਬਾਬਾ ਦੀਪ ਸਿੰਘ ਸ਼ਹੀਦ, ਜੱਸਾ ਸਿੰਘ ਰਾਮਗੜੀਆ, ਬਾਬਾ ਕਰਮ ਸਿੰਘ, ਬਾਬਾ ਬੁੱਢਾ ਸਿੰਘ ਸ਼ੁਕਰ ਚੱਕੀਆ, ਪੜਦਾਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ। ਤੇ ਜਦ ਦਿੱਤੀ ਨਵਾਬੀ ਮੰਨੀ ਨਾ, ਪੰਥ ਵਾਸਤੇ 1 ਲੱਖ ਦੀ ਜਗੀਰ ਤੇ ਨਵਾਬੀ ਦਾ ਖਿਤਾਬ ਭੇਜਿਆ। ਤੇ ਅਖੀਰ ਗੱਲ ਇਹ ਹੋਈ ਕਿ ਵਾਕ ਲੈ ਜਾਣ। ਜਦ ਮੁੱਖ ਵਾਕ ਲਿਆ ਉਹਦੇ 'ਚ ਸੇਵਾ ਦੀ ਗੱਲ ਹੋਈ। ਸੇਵਾ ਉਸ ਸਮੇਂ ਕਪੂਰ ਸਿੰਘ ਫੈਜ਼ਲਪੁਰੀਆ, ਜਿਨ੍ਹਾਂ ਨੂੰ ਬਾਅਦ 'ਚ ਨਵਾਬ ਕਪੂਰ ਸਿੰਘ ਹੋਇਆ, ਤੇ ਉਸ ਦਿਨ ਜਦ ਨਵਾਬੀ ਦਿੱਤੀ ਉਹਦੇ ਬਾਅਦ ਭਾਈ ਮਨੀ ਸਿੰਘ ਗ੍ਰੰਥੀ ਦਰਬਾਰ ਸਾਹਿਬ, ਦਰਬਾਰਾ ਸਿੰਘ ਦੀਵਾਨ, ਨਵਾਬ ਕਪੂਰ ਸਿੰਘ ਨਿਸ਼ਾਨ ਬਰਦਾਰ, ਗੁਰਬਖਸ਼ ਸਿੰਘ ਕੋਲ ਤੋਪਾਂ ਜਬੂਰੇ, ਹਰੀ ਸਿੰਘ ਲੰਗਰ ਦਾ ਜਥੇਦਾਰ, ਜੱਸਾ ਸਿੰਘ ਆਲੂ ਵਾਲੀਆ ਘੋੜੇ ਦੇ ਦਾਣਿਆਂ ਦਾ ਦੀਵਾਨ, ਤੇ ਨਵਾਬ ਦੇ ਸਲਾਹਕਾਰ ਹਰੀ ਸਿੰਘ ਹਜ਼ੂਰੀ, ਦੀਪ ਸਿੰਘ ਸ਼ਹੀਦ, ਜੱਸਾ ਸਿੰਘ ਰਾਮਗੜੀਆ, ਕਰਮ ਸਿੰਘ ਖੱਤਰੀ, ਬੁੱਢਾ ਸਿੰਘ ਸ਼ੁਕਰ ਚੱਕੀਆ, ਭੂਮਾ ਸਿੰਘ, ਗਰਜਾ ਸਿੰਘ। ਇਹ 34 ਦੇ ਵਿੱਚ 1734 ਸਾਲ ਬਾਅਦ ਦਰਬਾਰਾ ਸਿੰਘ ਸਵਰਗਵਾਸ ਹੋ ਗਏ ਤਾਂ ਭਾਈ ਸਾਹਿਬ ਭਾਈ ਕਪੂਰ ਸਿੰਘ ਨੂੰ ਪੰਥ ਦਾ ਜਥੇਦਾਰ ਬਣਾਇਆ। ਉਹਦੇ ਬਾਅਦ ਗੱਲ ਇਹ ਹੋਈ ਕਿ ਮੁਗਲਾਂ ਦੇ ਨਾਲ ਫੇਰ ਇੱਟ ਖੜਕਾ ਹੋਣ ਲੱਗਾ, ਨਵਾਬੀ ਵਾਪਸ ਲੈ ਜੀ ਅੰਮ੍ਰਿਤਸਰ ਦੇ ਉੱਪਰ। ਗੱਲ ਇਹ ਚੱਲੀ ਕਿ ਦਰਬਾਰ ਸਾਹਿਬ ਆਬੇ ਹਯਾਤ ਹੈ, ਇਹਦੇ ਤੇ ਕਬਜ਼ਾ ਕਰੋ। ਤੇ ਫੌਜਾਂ ਚੜ ਕੇ ਜਿਹੜੀਆਂ ਜ਼ਕਰੀਏ ਨੇ, ਸੂਬੇਦਾਰ ਲਾਹੌਰ ਨੇ, ਮੁੱਲਾ ਕਾਜ਼ੀਆਂ ਨੂੰ ਪੁੱਛਿਆ। ਉਹ ਕਹਿੰਦੇ ਗੁਰੂ ਅੰਮ੍ਰਿਤਸਰ ਦਾ ਤਲਾਅ ਜਿਹੜਾ, ਇਹਨੂੰ ਆਬੇ ਹਯਾਤ ਪੀ ਕੇ ਸਿੰਘ ਜਿਹੜੇ ਨੇ ਇਹ ਮਰਦੇ ਨਹੀਂ, ਇਹਦੇ ਤੇ ਕਬਜ਼ਾ ਕਰੋ। ਖਾਨ ਬਹਾਦਰ ਨੇ ਕਾਜ਼ੀ ਅਬਦੁਲ ਰਹਿਮਾਨ ਮੁਹੰਮਦ ਬਖਸ਼ ਨੂੰ 10,000 ਫੌਜ ਦੇ ਕੇ ਅੰਮ੍ਰਿਤਸਰ ਤੇ ਕਬਜ਼ਾ ਕਰ ਲਿਆ, ਸਖਤ ਪਹਿਰਾ ਲਾ ਦਿੱਤਾ। ਉਸ ਸਮੇਂ ਭਾਈ ਸਾਹਿਬ ਮਨੀ ਸਿੰਘ ਥੋੜੇ ਜਿਹੇ ਸਿੰਘਾਂ ਦੇ ਨਾਲ ਅੰਮ੍ਰਿਤਸਰ ਰਹਿੰਦੇ ਤੇ ਨਿਰਮਲੇ ਜਿਹੜਾ ਸ਼ਬਦ ਉੱਥੋਂ ਚੱਲਿਆ ਤੇ ਉਹ ਆਪ ਚਿੱਟੇ ਕੱਪੜੇ, ਚਿੱਟਾ ਹੀ ਸਾਫਾ, ਚਿੱਟੇ ਹੀ ਚੋਲਾ ਪਾ ਕੇ ਰੱਖਦੇ
ਉਹਨਾਂ ਨੂੰ ਫਕੀਰ ਰੂਪ ਰੱਖਦੇ ਤੇ ਨਾਲ 10 ਜਣੇ 15 ਹੁੰਦੇ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹ ਰਹੇ। ਸਰੋਵਰ ਦੀ ਬੇਅਦਬੀ ਲਖਪਤ ਰਾਏ ਨੇ ਕਰ ਦਿੱਤੀ ਤੇ ਭਾਈ ਮਨੀ ਸਿੰਘ ਹੋਣੀ ਨਿਰਮਲਿਆਂ ਦੇ ਤੌਰ ਤੇ ਜਦ ਉੱਥੇ ਵਿਚਰਦੇ ਰਹੇ, ਭਾਈ ਮਨੀ ਸਿੰਘ ਉਹਨਾਂ ਦਾ ਹੀ ਪੜਪੋਤਾ ਹੈ ਗਿਆਨੀ ਗਿਆਨ ਸਿੰਘ ਸਵਾਰ ਇੱਕ ਗੁਰੂ ਖਾਲਸਾ ਜਿਹੜਾ ਕਰਤਾ। ਭਾਈ ਮਨੀ ਸਿੰਘ ਉਹਨਾਂ ਦਾ ਪਿਛਲਾ ਪਿੰਡ ਆ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਤੇਗ ਬਹਾਦਰ ਸਾਹਿਬ ਅਕੋਈ ਪਿੰਡ ਚ ਗਏ ਤਾਂ ਪਿੰਡ ਕੈਬੋਵਾਲ ਜਿਹੜਾ ਸ਼ਹਿਰ ਸੁਨਾਮ ਦੇ ਕੋਲ, ਜਿਹੜਾ ਹੁਣ ਹੈ ਨਹੀਂ, ਉਹਦੇ ਸਿੱਖ ਭਾਈ ਕੱਲਾ ਆਪਣੇ ਪੁੱਤਰ ਮਨਾਈਆ ਤੇ ਗਨਾਈਆਂ ਦੇ ਨਾਲ ਗੁਰੂ ਸਾਹਿਬ ਨੂੰ ਮੱਥਾ ਟੇਕਣ ਆਏ। ਹੁਣ ਇਹ ਜਿਹੜਾ ਨਾਦਰ ਦੇ ਹਮਲੇ ਵੇਲੇ ਥੇ ਹੋ ਗਿਆ ਤੇ ਇਹ ਪਰਿਵਾਰ ਹੁਣ ਇਸ ਪਿੰਡ ਦੇ ਲੌਂਗੋਵਾਲ ਵਸੇ ਹੋਏ। ਜਦ ਫਿਰ ਦਸ਼ਮੇਸ਼ ਜੀ ਪਟਨੇ ਤੋਂ ਆਏ ਤਾਂ ਭਾਈ ਕੱਲਾ ਆਪਣੇ ਪੁੱਤਰ ਮਨੀਏ ਨੂੰ ਜਿਹੜਾ ਗੁਰੂ ਸਾਹਿਬ ਦੇ ਕੋਲ ਛੱਡਿਆ ਅੰਮ੍ਰਿਤਸਰ ਸਾਹਿਬ, ਤੇ ਗੁਰੂ ਸਾਹਿਬ ਦੇ ਨਾਲੋਂ ਮਨੀਏ ਦੀ ਜਿਹੜੀ ਉਸ ਸਮੇਂ ਉਮਰ 2 ਸਾਲ ਵੱਡੀ ਸੀ। ਭਾਈ ਮਨੀਆ ਹਜ਼ੂਰ ਦਾ ਬਾਲ ਸਿਖਾਈ ਸੀ। ਜਦ ਖਾਲਸੇ ਦੀ ਰਚਨਾ ਹੋਈ ਤਾਂ ਅੰਮ੍ਰਿਤ ਛਕ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਬਣੇਗਾ। ਅਨੰਦਪੁਰ ਸਾਹਿਬ ਛੱਡਿਆ ਭਾਈ ਮਨੀ ਸਿੰਘ ਗੁਰੂ ਸਾਹਿਬ ਜੀ ਦੇ ਮਹਿਲਾਂ ਨਾਲ ਦਿੱਲੀ ਗਏ ਤੇ ਮੁਕਤਸਰ ਦੇ ਯੁੱਧ ਵਿੱਚੋਂ ਮਾਤਾ ਸਾਹਿਬ ਦੇ ਨਾਲ ਭਾਈ ਮਨੀ ਸਿੰਘ ਜੀ ਦੁਆਰਾ ਦਮਦਮਾ ਸਾਹਿਬ ਮਿਲੇ ਤੇ ਗੁਰੂ ਸਾਹਿਬ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਹਜ਼ੂਰ ਸਾਹਿਬ ਗਏ। ਤੇ ਉਸ ਤੋਂ ਬਾਅਦ ਜਿਹੜਾ ਭਾਈ ਸਾਹਿਬ ਦਾ ਭਰਾ ਸੀ ਨਗਾਈਆ ਸਿੰਘ, ਇੱਕ ਵਾਰ ਉਹ ਅੰਮ੍ਰਿਤਸਰ ਆਇਆ ਭਾਈ ਸਾਹਿਬ ਕੋਲ, ਉਹਦੇ 7 ਪੁੱਤਰ ਨਾਲ ਅਗੜ ਸਿੰਘ, ਥਰਾਜ ਸਿੰਘ, ਦਰਗਾਹਾ ਸਿੰਘ, ਰੁੱਗਾ ਸਿੰਘ, ਭਗਤ ਸਿੰਘ, ਸੁਜਾਨ ਸਿੰਘ, ਉਹਨਾਂ ਨੇ ਅੰਮ੍ਰਿਤ ਛਕਿਆ। ਤੇ 3 ਪੁੱਤ ਪਹਿਲੇ ਜਿਹੜੇ ਨੇ ਉਹ ਭਾਈ ਮਨੀ ਸਿੰਘ ਉਹਨਾਂ ਕੋਲੇ ਰਹਿ ਗਏ, ਅਗੜ ਸਿੰਘ, ਥਰਾਜ ਸਿੰਘ ਤੇ ਦਰਗਾਹਾ ਸਿੰਘ। ਉਹਦੇ ਬਾਅਦ ਜਦ ਦੀਵਾਨ ਲਖਪਤ ਰਾਏ ਨੇ ਕਾਜ਼ੀ ਅਬਦੁਲ ਰਜ਼ਾਕ ਦੇ ਕਰੜੇ ਪ੍ਰਬੰਧਾਂ ਦੇ ਕਾਰਨ ਸਾਰਿਆਂ ਦਾ ਬੰਦ ਹੋ ਗਿਆ ਤਾਂ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ ਇਸ ਗੱਲ ਦਾ ਦੁੱਖ ਹੋਇਆ। ਉਹਨਾਂ ਦੀ ਦਿਲੀ ਰੀਸ ਸੀ ਕਿ ਦੀਵਾਲੀ ਤੇ ਦਰਬਾਰ ਸਾਹਿਬ ਇਕੱਠ ਕੀਤਾ ਜਾਵੇ। ਕਾਜ਼ੀ ਅਬਦੁਲ ਰਜ਼ਾਕ ਦੇ ਨਾਲ ਗੱਲ ਹੋਈ ਤਾਂ ਠੇਕੇ ਦੀ ਗੱਲ ਚੱਲੀ ਕਿ 5000 ਰੁਪਇਆ ਠੇਕੇ ਵਜੋਂ ਤੁਹਾਨੂੰ ਦਿੱਤਾ ਜਾਊਗਾ, ਸਾਨੂੰ ਦੀਵਾਲੀ ਬਣਾ ਲੈਣ। ਭਾਈ ਸਾਹਿਬ ਨੂੰ ਇਹ ਸੀ ਕੌਮ ਇਕੱਠੀ ਹੋਵੇ, ਕੋਈ ਗੁਰਮਤਾ ਕਰੀਏ। ਸੰਗਤਾਂ ਨੂੰ ਭੇਜ ਦਿੱਤੇ ਦੁਆਦੇ ਕਿ ਆ ਜਾਓ, ਪਰ ਪਤਾ ਲੱਗ ਗਿਆ ਕਿ ਜ਼ਕਰੀਆ ਦੀ ਫੌਜ ਅੰਮ੍ਰਿਤਸਰ ਸਾਹਿਬ ਇਕੱਠੀ ਹੋਣ ਲੱਗੀ। ਪਤਾ ਲੱਗ ਗਿਆ ਕਿ ਹੁਣ ਇਹ ਮੁਸ਼ਕਲ ਹੋਊ, ਕੌਮ ਇਕੱਠੀ ਹੋਊ ਤੇ ਜ਼ੁਲਮ ਕਰੂ। ਨੀਅਤ ਬਦਲ ਗਈ। ਮੋੜਵੇਂ ਚਿੱਠੀਆਂ, ਮੋੜਵੇਂ ਸੁਨੇਹੇ ਭੇਜ ਕੇ ਸੰਗਤ ਇਕੱਠੀ ਨਾ ਹੋਣ ਦਿੱਤੀ। ਦੀਪਮਾਲਾ ਦੇ ਦਿਨ ਲੰਘ ਗਏ ਤੇ ਜਦ ਹਾਕਮਾਂ ਨੇ ਦੁਆਰਾ ਕਿਹਾ ਵੀ ਠੇਕਾ ਦਿਓ ਤਾਂ ਭਾਈ ਸਾਹਿਬ ਭਾਈ ਮਨੀ ਸਿੰਘ ਹੋਣੀ ਕਰੜੇ ਹੋ ਕੇ ਉਹਨੂੰ ਕਹਿੰਦੇ ਤੁਹਾਡਾ ਜ਼ੁਲਮ ਹੈ ਇਹ, ਤੁਸੀਂ ਕਹਿਰ ਕਰਦੇ ਹੋ। ਲਖਪਤ ਰਾਏ ਨੇ ਅਖੀਰ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ ਜਿਹੜਾ ਅੰਮ੍ਰਿਤਸਰ ਤੋਂ ਕੈਦ ਕਰਕੇ ਜ਼ਕਰੀਆ ਦੇ ਪੇਸ਼ ਕਰ ਦਿੱਤਾ। ਉੱਥੇ ਜਦ ਪੇਸ਼ ਹੋਏ ਤਾਂ ਦੁਆਰਾ ਉੱਥੇ ਗੱਲ ਚੱਲੀ ਕਿ ਧਰਮ ਤਿਆਗਣਾ ਪੈਣਾ, ਜੇ ਤਾਂ ਧਰਮ ਤਿਆਗਦੇ ਆ ਫਿਰ ਕੁਛ ਨਹੀਂ, ਮੁਸਲਮਾਨ ਬਣ ਜਾਓ, ਨਹੀਂ ਤਾਂ ਸ਼ਹੀਦੀ ਆ, ਨਹੀਂ ਜ਼ਿਬਾ ਹੋਣਗੇ। ਵਪਾਰਕ ਸੰਦੇਸ਼ਾਂ ਤੋਂ ਬਾਅਦ ਅੱਗੇ ਚੱਲਦੇ ਹਾਂ। ਕਾਜ਼ੀ ਨੇ ਜਦ ਕਿਹਾ ਵੀ ਬੰਦ ਕੱਟਿਆ ਜਾਣਾ, ਇਸ ਚੀਜ਼ ਨੂੰ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ, ਉਹਨਾਂ ਦੇ ਪਿਤਾ ਜੀ ਉੱਥੇ ਮੌਜੂਦ ਸਨ ਜਦ ਸ਼ਹੀਦੀ ਹੋਈ। ਉਹਨਾਂ ਦੇ ਪਿਤਾ ਜੀ ਨੂੰ ਬਾਬਾ ਜੀ ਨੂੰ ਲਾਹੌਰ ਦੇ ਵਿੱਚ ਸ਼ਹੀਦ ਹੁੰਦੇ ਅੱਖੀ ਦਿੱਤਾ, ਜਿਨ੍ਹਾਂ ਨੇ ਬਿਆਨ ਵੀ ਕੀਤਾ। ਉਹਦੇ ਚ ਲਿਖਦੇ ਨੇ ਮਨਸੂਰ ਇਮ ਜਗ ਭਇਓ, ਕੱਟੇ ਹੱਥ ਇੱਕ ਸੱਟ, ਮਨੀ ਸਿੰਘ ਬਹੁਤ ਸੱਟ ਸਹੀ, ਬੰਦ ਸਟਾਇਓ ਕੱਪ, ਸੂਲੀ ਰਿਖ ਰੱਖ ਦੇ ਕੋ, ਮਦ ਸੂਲੀ ਦੇ ਫਰਾਏ, ਸੋਹੀ ਦੇ ਇਨਕਾ ਰੱਖੀ ਇਮ ਮਨੀ ਸਿੰਘ ਦਿਕਾਏ। ਰਤਨ ਸਿੰਘ ਭੰਗੂ ਕਹਿੰਦੇ ਨੇ ਜਦ ਨਵਾਬ ਨੇ ਬਾਬਾ ਜੀ ਦੇ ਬੰਦ ਕੱਟਣ ਦਾ ਦੇ ਦਿੱਤਾ, ਜਲਾਦਾਂ ਦੇ ਹਵਾਲੇ ਕੀਤਾ, ਉਹਨਾਂ ਚੋਂ ਇੱਕ ਜਲਾਦ ਟੋਕਾ ਲੈ ਕੇ ਆਇਆ। ਜਿਹੜਾ ਜਲਾਦ ਬੰਦ ਕੱਟਣ ਲਈ ਤਿਆਰ ਸੀ ਉਹਨੇ ਆਖਿਆ ਸਰੀਰ ਦੇ ਬੰਦ ਜੋੜ, ਮਤਲਬ 4 ਨੇ, 2 ਮੋਢਿਆਂ ਦੇ 2 ਚੂਲਿਆਂ ਦੇ। ਬਸ ਬਾਬਾ ਜੀ ਨੇ ਕਿਹਾ ਨਹੀਂ ਇਹ ਨਹੀਂ ਗੱਲ ਹੈ, ਬੰਦ ਕੱਟਣ ਦੇ ਅਰਥ ਨਹੀਂ ਤੂੰ ਜਾਣਦਾ, ਤੈਨੂੰ ਮੈਂ ਦੱਸਦਾ।
ਉਹ ਕਹਿੰਦਾ ਮੋਢਿਆਂ ਦੇ 2 ਜੋੜ ਕੱਟਣ ਤੋਂ ਪਹਿਲਾਂ ਹੱਥਾਂ ਦੀਆਂ ਉਂਗਲੀਆਂ ਨੇ, ਉਹਦੇ 3-3 ਪੋਟੇ ਨੇ, ਗਾਂਹ 2 ਗੁੱਟ ਨੇ, 2 ਕੂਹਣੀਆਂ। ਇਸ ਤਰ੍ਹਾਂ ਲੱਤਾਂ ਦੇ 2 ਚੂਲੇ ਵੱਢਣ ਤੋਂ ਪਹਿਲਾਂ ਪੈਰਾਂ ਦੇ ਪੋਟੇ ਨੇ, ਗਿੱਟੇ ਨੇ ਤੇ ਗੋਡੇ ਨੇ। ਤਬੇ ਮਨੀ ਸਿੰਘ 1900 ਕਹੀ, ਤੁਮ ਬੰਦ ਬੰਦ ਕੋ ਜਾਨਤ ਨਹੀਂ, मैं बंद बंद निज देव बताई, तिमें तू छुरी चलाई। पहले उंगलियों पोटे कटाए, फिर मद गंढों बंद छुड़ाए। चंडाल चाहे पर मोढों लहाई, मनी सिंह दई कूनी अड़ाई। कूनी कटाए फिर मोढों लहाई, सज्जी कटाए फिर खब्बी फड़ाई। इस तरह अखीर जालम का टोका जिहड़ा चलदा रहा ते बाबा मनी सिंह जी का गर्दन अते धड़ जिहड़ी ਉਹ अलग कर दिता। रतन सिंह भंगू जी लिखते ने, शीस पयो तब धड़ते दूर, रही सिक्की सिंह साबत सूर। है का जगत में भयो, जय जयकार सिखन में ठयो। जिसके मन में भौ गुरु, तिस पै जम का नाही। जिसके हथ मिसाल है, की करूगी अंधोरे ताही। इस शहीदी ने इह जा दुनिया के इतिहास च अजिही शहीदी नहीं जिथे सिंह ने कहा बिना टोका जिहड़ा है पोटे तो लिया। पहला हत्थां उंगलियां दे पोटे वढ, फिर गुट वढ, फिर कूहणी वढ, फिर मोढा वढी, कल्ली कल्ली बांह। चूले तो वढण तो पहला पैर दे पोटे ने, फिर गिट्टे ने, फिर गोडे ने, फिर अखीर चौण। नखास चौंक दे विच कट कट के कहंदे गरा ला दिता। ਉਹਦੇ बाद मतलब पंजाब दियां तवारीख दे विच शहीदी तो बाद एडा वड्डा बदलाव। पहला भाई बाबा तारा सिंह वाह की शहीदी, वो तो चलो लड़दियां होई, पर भाई साहब भाई मनी सिंह की जिहड़ी शहीदी है, इस तो बाद पंजाब दे विच जिहड़ा कुछ होया, जद फिर उसदे बाद समा होया अब्दुल रजाक जिन्हें जिहड़ी सजा दिती, जिहड़ा लखपत दे नाल सी, समा पा के सिंघां ने काजी दे जद्दी पिंड अलीगढ़ जिला गुजरात च उहनूं आजाद ही दिता। ਉਹਦਾ नाम अकालगढ़ रखिया। अगड़ सिंह ने काजी वड्ढिया, इस काजी ने फतह दिता। ਉਹਦੇ थरार सिंह ने ਉਹਦੇ घर मजंग लाहौर जाके वड्ढे, दोने ही वड्ढे, दोने भतीजियां ने। ते जिहड़ा लखपत दा हाल होया वो भी तुहानूं पता भी ਉਹਨੂੰ ਕਿਹੜੇ हाली वड्ढिया खालसे। सो ये जिहड़ा ਇਹ शहीदी का दिन अज भाई साहब भाई मनी सिंह की शहीदी जिहड़ी बहुत एक अलग किस्म की शहीदी हुई सी। जद आप सिंह ने कहा होवे भी ना इस तरह नहीं, इउं वड्ढ। नखास चौंक दे विच बहुत वड्डियां साडियां शहीदियां होईयां। लाहौर जद जाने हो ਉਹਦੇ दर्शन बहुत जरूरी ने। कहंदे अगे भी तुहानूं मैं दस्सिया बई गागरां भर के खून दियां वड्डे घल्लूघारे दे विचों मस्जिदां दे विच सफाई की गई। नखास चौंक दे विच जद बंद बंद कट्टे गए, उस तो बाद बीबियां दे सामने पुत वड्ढ वड्ढ के आंदरा उन्हां दी झोली दे विच बच्चा उपर नूं सिट के बरछे नाल परोनिया गया ते सवा सवा मन दे पीसने। ये नखास चौंक दी जेल सी जिथे फिर ਸਿੰਘਾਂ दे सिरां दे दियां लाइनां ला के चगाठां वांगू दरवाजियां दे विच रखेंगे। पर वेख लो कौम कित्थे है। जब लाहौर जाने हो नखास चौंक जरूर जाने की जरूरत है। बाकी तो ठीक है, लाहौर है, उत्थे देखो जी उत्थे फूड मार्केट है। फूड मार्केट की कहानी नहीं है, कहानी ये है कि उस शहर नाल साडा बहुत कुछ जुड़िया होया, बहुत ज़्यादा। सरकारे खालसा दा बानी उत्थे है, उहदे महल उत्थे ने। पंजवें पातशाह की शहीदी ते इन्हां ਸਿੰਘਾਂ दी शहीदी बहुत वड्डी गल है। भाई साहब भाई मनी सिंह का शहीदी का दिन है। व्यापारक संदेश मुड़ के आओ। 12:54 होया जी। प्रभजोतपाल सिंह जी तुसीं एयर ते हो लाइव 2। हाँ जी सिंह साहब, वाहिगुरू जी खालसा वाहिगुरू जी फतेह। जिद्दां तुसीं भाई मनी सिंह होणां दी गल कीती हैगी है जी। देखो धन्नवाद आ, तुसीं जिद्दां सिख इतिहास नाल सुणाउने आ, जिथे रोजमर्रा दीयां गल्लां जिहड़ियां चलदियां ਉਹਦੇ ਨਾਲ ਜਿਹੜਾ ਸਾਨੂੰ रिमाइंडर दिंदे आ भी ਅਸੀਂ ਸਾਡੇ ਜਿਹੜੇ ਪੁਰਖੇ ਕੌਣ ਸੀਗੇ, ਉਹਨਾਂ ਨੇ ਕੀ ਕੀਤਾ, ਕਿਸ ਤਰ੍ਹਾਂ ਉਹਨਾਂ ਨੇ ਜ਼ਿੰਦਗੀਆਂ ਜੀਆਂ ਤੇ ਸਾਨੂੰ ਕਿੱਦਾਂ ਜੀਣਾ ਚਾਹੀਦਾ ਆ।
ਧੰਨਵਾਦ ਹੈ ਤੁਹਾਡਾ। ਤੇ ਇੱਥੇ ਜਿੱਦਾਂ ਹੁਣ ਤੁਸੀਂ ਗੱਲ ਕਰਦੇ ਸੀ ਆਪਣੇ, ਮੈਂ ਕਈ ਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਜਾ ਕੇ ਗੱਲਬਾਤ ਕਰੀਦੀ ਆ ਵੀ ਭਾਈ ਜਿਹੜੀ ਅਰਦਾਸ ਆ ਵੀ ਜਿਹੜੇ ਅਰਦਾਸ ਆ ਜਿੱਦਾਂ ਅੱਗੇ ਅਸੀਂ ਛੋਟੇ ਹੁੰਦੇ ਜਿਹੜੀ ਸੁਣਦੇ ਹੁੰਦੇ ਸੀ, ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪੜੀਆਂ ਲਹਾਈਆਂ, ਝੜਖੜੀਆਂ ਦੇ ਚੜੇ ਆਦਿਆਂ ਨਾਲ ਚੜਾਏ ਗਏ, ਦੇਗਾਂ ਵਿੱਚ ਉਬਾਲੇ ਗਏ, ਜੰਨਾਂ ਨਾਲ ਬੰਨ ਕੇ ਸਾੜੇ, ਸਵਾ ਮਨ ਚੱਕੀਆਂ ਦੇ ਪੀਠਣ ਪੀਠੇ, ਬੱਚੇ ਉੱਪਰ ਚੜਵਾ ਕੇ ਨੇਜਿਆਂ ਦੇ ਟੰਗਵਾਏ, ਬੱਚਿਆਂ ਦੀਆਂ ਬੋਟੀਆਂ ਝੋਲੀਆਂ ਵਿੱਚ ਪਵਾਈਆਂ, ਬੱਚਿਆਂ ਦੇ ਆਂਦਰਾਂ ਦੇ ਹਾਰ ਗਲਾਂ ਵਿੱਚ ਪਵਾਏ, ਪਰ ਮੁਖ ਤੋਂ ਤੀਨੇ ਉਚਾਰਿਆ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਉਹ ਕਾਹਤੇ ਨਹੀਂ ਕਹਿੰਦੇ ਤਾਂ ਉਹ ਮੋਰਿਓ ਕਹਿ ਦਿੰਦੇ ਜੀ ਦੱਸੋ ਜੀ ਕਿੱਥੇ ਲਿਖਿਆ, ਕਾਹਤੇ ਕਹੀਏ। ਜਾਣੀ ਕਿ ਅੱਜ ਨਿਘਾਰ ਆ ਰਿਹਾ ਸਾਡੇ ਪ੍ਰਬੰਧਕੀ ਢਾਂਚੇ 'ਚ। ਤੇ ਇਹ ਜਿਹੜਾ ਧੰਨਵਾਦ ਆ, ਤੁਸੀਂ ਇਹ ਜਿਹੜੀ ਗੱਲ ਕਰਦੇ ਆ ਘੱਟੋ ਘੱਟ ਤੁਸੀਂ ਇੱਥੋਂ ਬੈਠ ਕੇ ਜਿਹੜਾ ਆ ਇਹ ਜਿਹੜੇ ਸਾਡੀ ਜਿਹੜੀਆਂ ਅਗਲੀਆਂ ਜਨਰੇਸ਼ਨਾਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ। ਤੇ ਮੈਂ ਪ੍ਰਬੰਧਕ ਵੀ ਕਮੇਟੀਆਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਸਾਡਾ ਅਰਦਾਸ ਦੇ ਵਿੱਚ ਜਿਹੜਾ ਇਤਿਹਾਸ ਦੱਸਿਆ ਜਾਂਦਾ ਸੀ, ਉੱਥੋਂ ਸਾਨੂੰ ਸਾਡੇ ਜਿਹੜੇ ਬੱਚਿਆਂ ਦੇ ਮਨਾਂ 'ਚ ਕਿਉਰਿਓਸਿਟੀ ਪੈਦਾ ਹੁੰਦੀ ਸੀ ਵੀ ਕੀ ਗੱਲ ਆ, ਕਿਹੜੀ ਗੱਲ ਦੀ ਗੱਲ ਹੋ ਰਹੀ ਹੈ, ਇਹ ਅਰਦਾਸ 'ਚ ਕੀ ਕਿਹਾ ਜਾ ਰਿਹਾ। ਤੋ ਜੇ ਇਸ ਗੱਲ ਨੂੰ ਜਾਰੀ ਕੀਤਾ ਜਾ ਸਕੇ ਤਾਂ ਬਹੁਤ ਵਧੀਆ ਗੱਲ ਹੋਊਗੀ। ਧੰਨਵਾਦ ਹੈ। ਤੇ ਦੂਸਰਾ ਜਿਹੜਾ ਬੀਬੀਆਂ ਦੀ ਗੱਲ ਤੁਸੀਂ ਗੱਲ ਕਰਦੇ ਸੀ ਤੇ ਭੈਣ ਜੀ ਆਏ ਵੀ ਉਹ ਕਹਿੰਦੇ ਸਾਡੇ ਹੱਕ ਜਿਹੜੇ ਮਿਲਣੇ ਸ਼ੁਰੂ ਹੋ ਗਏ ਆ। ਇੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਆ ਵੀ ਜੇ ਹੱਕ ਮਿਲਣੇ ਸ਼ੁਰੂ ਹੋਏ ਆ ਤਾਂ ਕਿਤੇ ਅਧੂਰੇ ਹੱਕ ਲੈ ਕੇ ਇਹਨੂੰ ਗੱਲ ਨੂੰ ਅਧੂਰੀ ਨਾ ਛੱਡ ਦਿਓ। ਹੁਣ ਇਹ ਜਿਹੜਾ ਗੱਲ ਸ਼ੁਰੂ ਹੋਈ ਆ ਇਹਦਾ ਨਵੇੜਾ ਹੋ ਜਾਣਾ ਚਾਹੀਦਾ। ਜਿਹੜਾ ਗੋਲਡਨ ਕੈਂਪਬਲ ਦੇ ਟਾਈਮ ਤੋਂ ਜਿਹੜਾ ਆ ਜਿਹੜੇ ਕਾਮਿਆਂ ਦੇ ਜਿਹੜੇ ਹੱਕ ਆ ਉਹ ਖੋਹੇ ਗਏ ਸੀ, ਅੱਜ ਅਲਬਰਟਾ ਵਿੱਚ ਖੋਏ ਜਾ ਰਹੇ ਆ। ਸਾਡਾ ਉੱਥੇ ਓਵਰ ਟਾਈਮ ਹੈ ਜਿਹੜਾ ਖਤਮ ਕਰ ਦਿੱਤਾ ਗਿਆ ਆ। ਇਹ ਜੇ ਅੱਜ ਅਸੀਂ ਇਸ ਗੱਲ ਤੇ ਪਹਿਰਾ ਨਾ ਦਿੱਤਾ ਤਾਂ ਕੱਲ ਨੂੰ ਸਾਡੇ ਦੂਜਾ ਜੇ ਅਸੀਂ ਥੋੜੇ ਜਿਹਾ ਲੈ ਕੇ ਖੁਸ਼ ਹੋ ਗਏ ਤਾਂ ਉਹ ਗੱਲ ਨਹੀਂ ਬਣਨੀ। ਸੋ ਇਹ ਧੰਨਵਾਦ ਹੈ, ਤੁਸੀਂ ਗੱਲਾਂ ਬਾਤਾਂ ਕਰਦੇ ਹੋ ਤੇ ਜਾਰੀ ਰੱਖਿਓ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਿਲਕੁਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਆਪਣੇ ਵੱਲੋਂ ਪੂਰਾ ਇਹਦੇ ਤੇ ਆਪਾਂ ਖਿਆਲ ਰੱਖਾਂਗੇ ਤੇ ਇਹ ਠੀਕ ਹੋਣਾ ਚਾਹੀਦਾ। ਜਿਵੇਂ ਪੁਸ਼ਪਿੰਦਰ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹੈਲੋ, ਧੰਨਵਾਦ ਬਾਈ ਜੀ, ਕਿਸੇ ਨੇ ਅੱਜ ਭਾਈ ਮਣੀ ਸਿੰਘ ਜੀ ਦਾ ਸਹੀ ਇਤਿਹਾਸ ਦੱਸਿਆ, ਨਹੀਂ ਤਾਂ 3 ਭਾਈ ਮਣੀ ਸਿੰਘ ਨੂੰ ਰਲਗੱਡ 'ਚ ਕਰ ਜਾਂਦੇ ਆ ਇਤਿਹਾਸਕਾਰ। ਸਾਡੇ ਖਾਨਦਾਨੀ ਬਜ਼ੁਰਗ ਆ ਭਾਈ ਮਣੀ ਸਿੰਘ ਜੀ, ਇਹਨਾਂ ਦੇ ਚਾਚਾ ਜੀ ਸ਼ਹੀਦ ਭਾਈ ਦਿਆਲਾ ਜੀ। ਕੈਂਬੋਵਾਲ ਕਿਲੋਮੀਟਰ 2 ਕਿਲੋਮੀਟਰ ਦੇ ਫਰਕ ਤੇ ਹੀ ਆ ਆਪਣਾ ਲੌਂਗੋਵਾਲ ਤੋਂ। ਸੰਤ ਹਰਚਰਨ ਸਿੰਘ ਲੌਂਗੋਵਾਲ ਨੇ ਹੀ ਇਸ ਸਥਾਨ ਦੀ ਸੇਵਾ ਕਰਵਾਈ ਸੀ। ਪੋਲੀਟੀਕਲੀ ਆਪਣੀ ਜੱਜਮੈਂਟ ਕਿਵੇਂ ਵੀ ਰਹੇ, ਪਰ ਸਾਡੇ ਪਰਿਵਾਰਾਂ 'ਚ ਸਿੱਖੀ ਨੂੰ ਦੁਬਾਰਾ ਜਗਾਉਣ ਦੇ ਵਿੱਚ ਉਹਨਾਂ ਦਾ ਬਹੁਤ ਯੋਗਦਾਨ ਆ। ਤੇ ਜਿਹੜੇ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ, ਇਹ ਵੀ ਇਸੇ ਖਾਨਦਾਨ 'ਚੋਂ ਹੀ ਆ। ਤੇ ਇੱਕ ਵੱਡੀ ਗੱਲ ਇਹ 'ਚੋਂ ਜਿਹੜੀ ਸਾਡੇ ਸਾਹਮਣੇ ਆਉਂਦੀ ਆ ਵੀ ਜਿਹੜੀ ਪਰਿਵਾਰਕ ਵਿਰਾਸਤ ਹੁੰਦੀ ਆ ਨਾ, ਉਹ ਵੱਖਰੀ ਹੁੰਦੀ ਆ, ਪੰਥਕ ਵਿਰਾਸਤ ਵੱਖਰੀ ਹੁੰਦੀ ਆ। ਅੱਜ ਮੈਂ ਉਹਨਾਂ ਦਾ ਖਾਨਦਾਨੀ ਜਿਹੜਾ ਸਾਡਾ ਖਾਨਦਾਨ ਪਰਿਵਾਰ ਆ ਉਹ ਮੰਨਦਾ ਵੀ ਭਾਈ ਮਣੀ ਸਿੰਘ ਜੀ ਬਿਹੰਗਮ ਸੀ। ਭਾਈ ਦਿਆਲਾ ਜੀ ਤੋਂ ਪਰਿਵਾਰ ਚੱਲਿਆ। ਲੌਂਗੋਵਾਲ ਜਿਹੜਾ ਇੰਜੀਨੀਅਰਿੰਗ ਕਾਲਜ ਉਹਦੇ ਪਿੱਛੇ ਸਮਾਧ ਵੀ ਹੈਗੀ ਆ, ਭਾਈ ਕੀ ਸਮਾਧ, ਜਿੱਥੇ ਉਹਨਾਂ ਦੇ ਅਸਥ ਨਾਭੇ ਰਾਜੇ ਦੇ ਟਾਈਮ ਤੇ ਉਹ ਸ਼ਾਇਦ ਜਲ ਪ੍ਰਵਾਹ ਕਰਦੇ ਸੀ, ਉਹ ਲਾਹੌਰ ਤੋਂ ਲਿਆ ਕੇ ਦੱਬੇ ਹੋਏ ਸੀਗੇ। ਉਹ ਜਗ੍ਹਾ ਨਿਰਮਲਿਆਂ ਉਦਾਸੀਆਂ ਦੇ ਪ੍ਰਬੰਧ 'ਚ ਹੀ ਰਹੀ ਆ। ਸੋ ਮੈਂ ਵੱਡੀ ਗੱਲ ਜਿਹੜੀ ਇਹ 'ਚੋਂ ਕਹਿਣਾ ਹੁੰਦਾ, ਮੈਂ ਇਹੀ ਕਹਿਣਾ ਹੁੰਦਾ ਵੀ ਅਸੀਂ ਖਾਨਦਾਨੀ ਵਾਰਸ ਜ਼ਰੂਰ ਆ, ਪਰ ਪੰਥਕ ਵਾਰਸ ਜਿਹੜੇ ਸ਼ਹਾਦਤਾਂ ਦੇ ਹੁੰਦੇ ਆ ਉਹ ਪੰਥ ਹੁੰਦਾ ਆ। ਇਹ ਕਦੇ ਨਹੀਂ ਹੁੰਦਾ ਕਿ ਜੇ ਮੈਂ ਭਾਈ ਮਣੀ ਸਿੰਘ ਜੀ ਦੀ ਬੰਸ 'ਚੋਂ ਆ ਤਾਂ ਮੈਂ ਕੱਲ ਨੂੰ ਕਹਾਂ ਵੀ ਸਾਡਾ ਸ਼ਹੀਦ ਸੀ। ਨਹੀਂ, ਅਸੀਂ ਤਾਂ ਉਹਨਾਂ ਨੂੰ ਪੂਜਣ ਜੋਗੇ ਹੀ ਆ। 10ਵੀਂ ਤੇ ਤਿੱਥ ਤਿਉਹਾਰਾਂ ਤੇ ਉਹਨਾਂ ਦੀਆਂ ਅਰਦਾਸਾਂ ਕਰਨ ਜੋਗੇ ਹੀ ਆ, ਥਈਆਂ ਰੱਖਣ ਜੋਗੇ ਆ। ਅਸਲੀ ਜਿਹੜੀ ਉਹਨਾਂ ਦੀ ਵਿਰਾਸਤ ਦੇ ਜਿਹੜੇ ਹੈਗੇ ਆ ਉਹ ਪੰਥ ਆ, ਜਿਹੜੇ ਉਹਨਾਂ ਚਿੰਨ੍ਹਾਂ ਤੇ ਚੱਲੇ ਆ। ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ ਬਾਈ ਜੀ, ਬੜੇ ਬਜ਼ੁਰਗਾਂ ਨੂੰ ਯਾਦ ਕਰਨ ਲਈ ਤੇ ਦੱਸਣ ਲਈ ਕਿ ਅਸਲ ਜਨਮ ਸਥਾਨ ਉਹਨਾਂ ਦਾ ਕਿੱਥੇ ਦਾ ਸੀਗਾ। ਥੈਂਕ ਯੂ ਜੀ। ਬਿਲਕੁਲ ਬਿਲਕੁਲ, ਕੈਂਬੋਵਾਲ ਜਮਾ ਹੀ ਹੈ ਨਹੀਂ ਪਿੰਡ ਉਸ ਨਾਮ ਦੇ ਨਾਲ, ਹੁਣ ਉਹ ਲੌਂਗੋਵਾਲ ਦੇ ਵਿੱਚ ਪਰਿਵਾਰ ਹੈ। ਧਾਲੀਵਾਲ ਸਾਹਿਬ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਹਰਜੀਤ ਸਿੰਘ ਗੱਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਜੀ, ਪਹਿਲਾਂ ਤਾਂ ਮੈਂ ਉਹ ਮਹਾਨ ਸ਼ਹੀਦ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਜਿਨ੍ਹਾਂ ਨੇ ਇੰਨੀ ਕੁਰਬਾਨੀ ਕੀਤੀ, ਇੰਨੀ ਉਹਨਾਂ 'ਚ ਤਿਆਗ ਦੀ ਭਾਵਨਾ, ਇੰਨੀ ਉਹਨਾਂ ਦੀ ਜ਼ਮੀਰ ਜਾਗਦੀ ਸੀਗੀ ਤੇ ਕੋਈ ਪਰਵਾਹ ਹੀ ਨਹੀਂ ਕੀਤੀ ਸ਼ਹੀਦੀਆਂ ਦੇਣ ਵੇਲੇ। ਕਿਹਾ ਵੀ ਸੰਗਤਾਂ ਨੇ ਵੀ ਪੈਸੇ ਇਕੱਠੇ ਕਰਕੇ ਦੇ ਦਿੰਦੇ, ਉਹ ਕਹਿੰਦੇ ਨਹੀਂ, ਦੇ ਦਿੰਦੇ, ਕੋਈ ਯਕੀਨ ਨਹੀਂ ਇਹਨਾਂ ਤੇ।
ਸੰਗਤਾਂ ਨੇ ਕਿਹਾ ਜੀ ਵੀ ਪੈਸੇ ਇਕੱਠੇ ਕਰ ਲੈਨੇ ਆਪਾਂ ਤੇ ਤੁਹਾਨੂੰ ਛਡਾ ਲੈਨੇ ਆ। ਲਾਹੌਰ ਦੇ ਜਿਹੜੇ ਸੀਗੇ ਤਕੜੇ ਸੀ ਬੰਦੇ, ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਹ ਕਹਿੰਦੇ ਅਸੀਂ ਸਿੱਧੀ ਦੇਣੀ ਆ, ਇਹਨਾਂ ਦਾ ਕੋਈ ਅਖਬਾਰ ਨਹੀਂ ਬਈ ਇਹ ਪੈਸੇ ਲੈ ਕੇ ਵੀ ਸਾਨੂੰ ਸ਼ਹੀਦ ਕਰ ਦੇਣਾ, ਅਸੀਂ ਸ਼ਹੀਦ ਹੋਣਾ। ਤੇ ਉਹਨਾਂ ਦੀ ਦੇਣ ਆ ਜੀ ਆਪਾਂ ਜਿਹੜੇ ਇੱਥੇ ਬੈਠੇ ਆ ਬਾਹਰਲੇ ਮੁਲਕਾਂ 'ਚ ਹੋਰ ਸਾਰੇ, ਤੇ ਉਹਨਾਂ ਦੀ ਜਿਹੜੀ ਸ਼ਹਾਦਤ ਆ ਤੇ ਦਲੇਰੀ ਆ ਤੇ ਤਿਆਗ ਦੀ ਭਾਵਨਾ ਤੇ ਦਰਦ ਕੌਮ ਦਾ, ਉਹ ਭੁਲਾਇਆ ਨਹੀਂ ਜਾ ਸਕਦਾ। ਪਰ ਮੈਂ ਮੌਕੇ ਦੇ ਜਿਹੜੇ ਹੁਣ ਉੱਥੇ ਗ੍ਰੰਥੀ ਜਾਂ ਸੇਵਾਦਾਰ ਜੇ ਕੋਈ ਵੀ ਆ, ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਜੀ ਇਸ ਗੱਲ ਦੀ। ਹੁਣ ਜਿਹੜੇ ਆਪਣੇ ਜਥੇਦਾਰ ਸੀਗੇ ਪਿਛਲੇ ਰਿਟਾਇਰ ਹੋ ਗਏ, ਉਹਨਾਂ ਨੇ ਅੰਬ ਸਾਹਿਬ ਗੁਰਦੁਆਰੇ ਦੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾ ਕੇ ਕਿਹਾ ਬਈ ਮੈਂ ਛਡਾਊਂ ਜਿਹੜੇ ਕਈ ਉਮਰ ਆਪਦੀ ਸਜ਼ਾ ਭੁਗਤ ਕੇ ਜੇਲ੍ਹ 'ਚ ਮੈਂ ਛਡਾਊਂ ਜਾ ਕੇ, ਮੈਂ ਗੱਲ ਕਰਦਾ ਮੇਰੀ ਜ਼ਿੰਮੇਵਾਰੀ ਆ। ਉਹ ਤਾਂ ਵਿਚਾਰਾ ਸ਼ਹੀਦੀ ਪਾ ਗਿਆ, ਕਿਵੇਂ ਪਾ ਗਿਆ। ਤੇ ਉਹ ਹੁਣ ਵੀ ਉੱਥੇ ਸਵੇਰੇ ਹੁਕਮਨਾਮਾ ਸਾਹਿਬ ਸੁਣਦੇ ਆ, ਦਰਬਾਰ ਸਾਹਿਬ ਬੈਠੇ ਅੱਖਾਂ ਮੀਚ ਕੇ। ਹੁਣ ਜਦੋਂ ਅੱਖਾਂ ਮੀਚਦੇ ਆ ਉਹਨਾਂ ਨੂੰ ਦਰਦ ਨਹੀਂ ਆਉਂਦਾ। ਉਹਨਾਂ ਦਾ ਜਿਹੜੇ ਜੇਲ੍ਹਾਂ 'ਚ ਬੈਠੇ ਆ ਜੀ, ਉਹ ਵੀ ਕੁਰਬਾਨੀ ਵਾਲੇ ਸਿੰਘ ਆ ਜਿਹੜੇ ਜੇਲ੍ਹਾਂ 'ਚ ਬੈਠੇ ਆ। ਉਹਨਾਂ ਦੀ ਕੁਰਬਾਨੀ ਘੱਟ ਨਹੀਂ ਜੀ, ਜਿਹਨਾਂ ਨੂੰ 20 ਸਾਲ ਹੋ ਗਏ ਉੱਤੇ ਲੰਘਿਆਂ ਨੂੰ। ਤੇ ਇਹ ਸਮਝ ਨਹੀਂ ਲੱਗਦੀ ਵੀ ਇਹ ਦਿਖਾਵਾ ਇੰਨਾ ਕਿਉਂ ਕਰਦੇ ਆ। ਤੇ ਉੱਥੋਂ ਛੱਡ ਕੇ ਪਰੇ ਹੋਵੋ ਜੇ ਨਹੀਂ ਤੁਹਾਡੀ ਗੱਲ ਮੰਨਦੇ ਗੌਰਮੈਂਟ ਵੀ, ਮੈਂ ਨਹੀਂ ਜਥੇਦਾਰ ਰਹਿਣਾ, ਚੱਕੋ ਭਾਈ। ਹੁਣ ਵੀ ਬੈਠੇ ਹੀ ਆ ਪਾਸੇ। ਹੁਣ ਉੱਥੇ ਤੁਸੀਂ ਦੇਖੋ ਦਰਬਾਰ ਸਾਹਿਬ 'ਚ ਨਿੱਤ ਬਹਿੰਦੇ ਆ ਕੇ, ਤੇ ਜ਼ਮੀਰ ਹਜੇ ਵੀ ਨਹੀਂ ਜਾਗਦੀ। ਤੇ ਬਾਕੀ ਗੱਲ ਸਾਹਿਬ ਤੁਹਾਡਾ ਬਹੁਤ ਧੰਨਵਾਦ ਆ। ਤੁਸੀਂ ਕਹਿੰਦੇ ਇੱਕ ਵੈਦ ਜਿਵੇਂ ਹੁੰਦੇ ਸੀ ਪਿੰਡ, ਸਾਰਿਆਂ ਦਾ ਦੁੱਖ ਸੁਣਦੇ ਆ। ਮਹਾਰਾਜ ਤੁਹਾਡੇ ਸਿਰ ਤੇ ਮਿਹਰ ਦਾ ਹੱਥ ਰੱਖੇ, ਚੜ੍ਹਦੀ ਕਲਾ 'ਚ ਰੱਖੇ। ਤੇ ਪ੍ਰੋਗਰਾਮ ਸੁਣਦੇ ਆ ਬਹੁਤ ਗੌਰ ਨਾਲ, ਤੇ ਕਾਲ ਦਾ ਕਈ ਟਾਈਮ ਨਹੀਂ ਮਿਲਦਾ ਜੀ। ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ, ਆਸ਼ੀਰਵਾਦ ਵੱਡਿਆਂ ਦਾ। ਸਾਹਿਬ ਮਹਿੰਦਰ ਸਿੰਘ ਜੀ, ਲਾਈਨ ਨੰਬਰ 3। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਰਦਾਰ ਹਰਜੀਤ ਸਿੰਘ ਜੀ ਅੱਜ ਸਾਡੇ ਉਸ ਮਹਾਨ ਸ਼ਹੀਦ ਦਾ ਸ਼ਹੀਦੀ ਦਿਨ ਹੈ, ਜਿਨ੍ਹਾਂ ਕਰਕੇ ਸਾਡੇ ਸਿਰਾਂ ਤੇ ਦਸਤਾਰਾਂ। ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਹੱਥ ਜੋੜ ਕੇ ਉਹਨਾਂ ਦੀ ਉਸ ਸ਼ਹੀਦੀ ਨੂੰ ਨਮਸਕਾਰ ਕਰਦੇ ਹਾਂ। ਤੁਸੀਂ ਬਹੁਤ ਵਧੀਆ ਇਤਿਹਾਸ ਨਾਲ ਜਾਣਕਾਰੀ ਦਿੱਤੀ ਹੈ, ਜਿਸ ਤਰ੍ਹਾਂ ਤਾਰਾ ਸਿੰਘ ਵਾਹ ਹੋਣਾ ਦੀ ਸਾਰੀ ਉਹ ਸ਼ਹੀਦੀ ਹੈ ਤੇ ਉਹਨਾਂ ਦਾ ਸਿਦਕ ਸਬਰ ਸਿਰੜ ਹੈ। ਭਾਈ ਮਨੀ ਸਿੰਘ ਹੋਣਾ ਬਾਰੇ ਜਿੰਨਾ ਵੀ ਤੁਸੀਂ ਦੱਸਿਆ, ਮੈਂ 2007 ਵਿੱਚ ਆਪ ਲਾਹੌਰ ਜਾ ਕੇ ਆਇਆ ਤੇ ਮੈਂ ਉਹ ਨਖਾਸ ਚੌਂਕ ਵਿੱਚ ਉਹ ਖੂਹ, ਉਹ ਜਿਹੜੀਆਂ ਵੱਡੀਆਂ ਪਈਆਂ ਆਪਣੀਆਂ ਚੱਕੀਆਂ ਦੇ ਪੁੜ, ਜਿਸ ਖੂਹ ਦੇ ਵਿੱਚ ਬੀਬੀਆਂ ਨੇ ਇੱਜ਼ਤ ਬਚਾਉਣ ਲਈ ਛਾਲਾਂ ਮਾਰੀਆਂ ਸੀ, ਉਹ ਅੱਖੀਂ ਵੇਖਿਆ। ਉਹਦੇ ਨਾਲ ਲੂ ਕੰਡੇ ਖੜੇ ਹੋ ਜਾਂਦੇ ਆ ਵੀ ਸਾਡੇ ਵੱਡਿਆਂ ਨੇ ਕੀ ਕੀਤਾ। ਤੇ ਅੱਜ ਜਿਹੜੇ ਆ ਸਾਡੇ ਕਹਿ ਗਏ ਆ ਭਾਈ ਸਾਹਿਬ, ਅੱਜ ਸਾਡੇ ਪੰਥ ਨੂੰ ਵੇਚਣ ਵਾਲੇ ਬੈਠੇ ਆ। ਪਹਿਲੇ ਭਾਈ ਸਾਹਿਬ ਨੇ ਵੀ ਬੜੀ ਵਧੀਆ ਗੱਲ ਕੀਤੀ ਹੈ ਵੀ ਇੱਕ ਸਾਡੀ ਪੰਥਕ ਵਿਰਾਸਤ ਹੈ, ਇੱਕ ਖਾਨਦਾਨੀ ਵਿਰਾਸਤ ਹੈ। ਖਾਨਦਾਨੀ ਤਾਂ ਫਾਰਸੀ ਵਾਲਿਆਂ ਨੇ ਬਹੁਤ ਵਧੀਆ ਗੱਲ ਕਹੀ ਹੈ, ਸੁਲਤਾਨ ਪਿਰਮਬੂਦ, ਵੱਡੇ ਵਡੇਰੇ ਤਾਂ ਬਹੁਤ ਵੱਡੇ ਸੀ, ਅਸੀਂ ਕੀ ਕੀਤਾ। ਉਹ ਬਹੁਤ ਵਧੀਆ ਗੱਲ ਹੈ ਤੁਹਾਡੇ ਇਸ ਪ੍ਰੋਗਰਾਮ ਰਾਹੀਂ ਤੇ ਕਾਲਰਸ ਰਾਹੀਂ, ਜਿਹੜੀ ਕੌਮ ਨੂੰ, ਸੁੱਤੀ ਕੌਮ ਨੂੰ ਜਗਾਉਣਾ ਹੈ। ਉਹੀ ਹੈ ਕਿ ਅੱਜ ਸਾਡੀ ਕੌਮ ਉਸ ਭੰਬਲ ਭੂਸਿਆਂ ਵਿੱਚ ਪਈ ਹੋਈ ਹੈ। ਭਾਵੇਂ ਗਦਾਰ ਪਹਿਲਾਂ ਵੀ ਸੀ, ਖੁਦਗਰਜ਼ ਪਹਿਲਾਂ ਵੀ ਸੀ, ਪਰ ਅੱਜ ਉਹਨਾਂ ਦੀ ਗਿਣਤੀ ਵੱਧ ਰਹੀ ਹੈ। ਤੁਸੀਂ ਇਸ ਨੂੰ ਉਜਾਗਰ ਕਰ ਰਹੇ ਹੋ। ਚਿੰਗ ਜਿਹੜੀ ਆ ਚੁਆਤੀ ਜਗਦੀ ਰੱਖਣੀ, ਜੋਤ ਜਗਦੀ ਰੱਖਣੀ, ਤੁਸੀਂ ਇੱਕ ਫਰਜ਼ ਨਿਭਾ ਰਹੇ ਹੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਬਹੁਤ ਬਹੁਤ। ਮਹਿਲ ਸਿੰਘ ਕਵੀਸ਼ਰ ਜਿਹੜੇ ਨੇ, ਉਹਨਾਂ ਦੇ ਪੁੱਤਰ ਬਹੁਤ ਵਧੀਆ ਕਵੀਸ਼ਰੀ ਗਾਉਂਦੇ ਆ, ਤੇ ਅੱਜ ਇੱਕ ਕਵੀਸ਼ਰੀ ਇਹਨਾਂ ਯੋਧਿਆਂ ਦੇ ਨਾਮ। ਚਰਖ ਕਤੀਆਂ ਪੂਣੀਆਂ, ਮੇਲਾ ਬਤੋਣੇ ਜੋਟੀਆਂ, ਅਟੇਰ ਨੇ ਨਾ ਅੱਟੀਆਂ, ਨਾ ਹੋ ਤਰੀ ਗਲੋਟੀਆਂ। ਪੱਤ ਹਿਲਿਆ ਚਰਮ ਕਾਸੋ ਤੱਕਲਾ ਵੱਲ ਖਾਰਿਆ, ਜਿੰਦ ਚੱਲੀ ਮੈਂ ਚੱਲੀ ਪਰਦੇਸ, ਆ ਮਿਲ ਪਿਆਰਿਆ, ਆ ਮਿਲ ਪਿਆਰਿਆ।
ਇੱਕ ਜਿੱਤ ਦੀ ਇੱਕ ਹਾਰ ਦੀ ਨੂਰੀ ਦਰਸ਼ ਪ੍ਰੀਤ ਮਾਂ ਜੀਵਨ ਤੇ ਮਰਨ ਸਵਾਰਿਆ ਜਿੰਦ ਚੱਲੀ ਮੈਂ ਚਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਪ੍ਰੀਤਮ ਕੀ ਖੇਲ ਗੁਜ਼ਾਰਤਾ ਜੀਵਨ ਮਰਨ ਦੀ ਕਾਰ ਤੋਂ ਦਿਲ ਛਲਕਦਾ ਸਾ ਢਲਕਦਾ ਜੋ ਕੂੰਜ ਵਿਛੜੀ ਡਾਰ ਤੋਂ ਲੱਖ ਰਵਿਸ ਸਾਤੋਂ ਸੋਹਣਿਆ ਪ੍ਰੀਤਾਂ ਦੇ ਵਨਜ਼ਾਰਿਆ ਜਿੰਦ ਚੱਲੀ ਮੈਂ ਚਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਨਾਨਕ ਦੇ ਅੰਗੋਂ ਉਪਜ ਕੇ ਅੰਗਦ ਤੋਂ ਅਮਰ ਹੋ ਗਿਆ ਰਾਮਦਾਸ ਸੋਢੀ ਗੁਰੂ ਅਰਜਨ ਤਾਲ ਤਾਰਨ ਜੋਗਿਆ मोहब्बत दे वनज़ारिया गल तारन हारिया मोहब्बत दे वनज़ारिया गल लाल तारन हारिया जिंद चली मैं चली परदेस आ मिल प्यारिया आ मिल प्यारिया ਕਦੇ ਟੇਕਦੀ ਕਦੇ ਸੇਕਦੀ ਜਿੱਦ ਆ ਰੁਕੇ ਲਗ ਸਾਹ ਦੇ ਤੇਰੇ ਨੀਲੇ ਜਿੱਥੋਂ ਲੰਘਣਾ ਦਿਆ ਫੁਕਰਾ ਉਸ ਰਾਤੇ हर जियो गोबिंद जियो मोहब्बत दे वनज़ारिया जिंद चली मैं चली परदेस आ मिल प्यारिया आ मिल प्यारिया ਅਸਲ ਚਰਨ ਤੇਰੇ ਤੋੜ ਲਈ ਨੈਣਾ ਚ ਰੱਖਿਆ ਨੀਰ ਹੈ ਸਾਨੂੰ ਬਖਸ਼ੀ ਬਖਸ਼ਣ ਹਾਰਿਆ ਜੇ ਹੋਈ ਕੋਈ ਤਕਸੀਰ ਹੈ मिलाप है जा बिरहड़ा मिलाप है जा बिरहड़ा है कुछ ता गुनगुना रिया जिंद चली मैं चली परदेस आ मिल प्यारिया आ मिल प्यारिया ਛੱਡ ਤੇਰਾ ਦੇਸ਼ ਪ੍ਰੀਤਮਾ ਮਲ ਤੁਰੀ ਅੱਗੇ ਦੀ ਵਾਟ ਨੂੰ ਮੈਂ ਨੱਪਾ ਕਿਵੇਂ ਤਰਾਟ ਨੂੰ ਨਾੜੀ ਫਿਰੀ ਚਰਨਾਟ ਨੂੰ दशती सोनिया है समा खिसकदा ज़ारिया आया दशती सोनिया है समा खिसकदा ज़ारिया जिंद चली मैं चली परदेस आ मिल प्यारिया आ मिल प्यारिया AM 1550 ਸਿਹਤ ਹੈ ਜਿਹੜੀ ਵਾਹਵਾ ਦਿਨ ਹੋ ਗਏ ਇਹਦੇ ਤੇ ਗੱਲਬਾਤ ਨਹੀਂ ਕੀਤੀ ਗਰਮੀ ਇਸ ਵਾਰ ਆ ਨਹੀਂ ਰਹੀ ਠੰਡ ਹੀ ਠੰਡ ਹੈ ਫਲਵਾੜੀ ਜਿਹੜੀ ਪਿੱਛੇ ਲਾਈ ਉਹ ਵੀ ਨਹੀਂ ਹੋ ਰਹੀਆਂ ਸਬਜ਼ੀਆਂ ਕੰਮ ਸੂਤ ਨਹੀਂ ਬੈਠੇ ਪਰ ਹਰ ਸਾਲ ਦਾ ਮੈਨੂੰ ਲੱਗਦਾ ਇਹੀ ਪੈਟਰਨ ਹੋ ਗਿਆ ਕਿ ਅਗਸਤ ਦੇ ਵਿੱਚ ਆਪਣੇ ਸੂਰਜ ਜਿਹੜਾ ਉਹ ਖੁੱਲਦਾ ਤੇ ਅਗਸਤ ਸਤੰਬਰ ਵਧੀਆ ਚੱਲ ਜਾਂਦਾ ਪਰ ਦੇਖਦੇ ਆ ਇਸ ਵਾਰ ਤਾਂ ਠੰਡ ਇੰਨੀ ਪੈ ਰਹੀ ਹੈ ਕਿ ਜਿਹੜੀ ਇਸ ਵਾਰ ਲਾਈ ਲੋਕਾਂ ਨੇ ਪਿੱਛੇ ਕਿਚਨ ਗਾਰਡਨ ਬਹੁਤ ਲਾਇਆ ਵਾੜੀ ਵੀ ਕਹਿੰਦਾ ਕੋਈ ਫਲਵਾੜੀ ਵੀ ਕਹਿੰਦਾ ਸਾਰਿਆਂ ਨੇ ਸਬਜ਼ੀਆਂ ਸੁਬਜ਼ੀਆਂ ਲਾਈਆਂ ਪਰ ਹੋ ਨਹੀਂ ਰਿਹਾ ਸਾਰਿਆਂ ਨੂੰ ਕੋਈ ਮੁਸ਼ਕਲ ਆਵੇ ਨਿਕਲ ਨਹੀਂ ਰਿਹਾ ਕੁਝ ਕਿ ਜਿਹੜੇ ਵਧੀਆ ਫੁੱਲ ਹੁੰਦੇ ਨੇ ਉਹਨਾਂ ਨੂੰ ਲੋਕ ਬਾਹਰਲੇ ਬੰਨੇ ਖਸਖਸ ਬੀਜ ਦਿੰਦੇ ਨੇ ਤੇ ਚੋਰੀ ਬਹੁਤ ਹੋ ਰਹੀ ਹੈ 3-4 ਨੇ ਤਾਂ ਵੀਡੀਓ ਬਣਾ ਲਈ ਮੁੜੁੱਛ ਕੇ ਹੀ ਲੈ ਗਏ ਮੁੜੁੱਛ ਕੇ ਕਈ ਜੜੋਂ ਹੀ ਪੱਟ ਕੇ ਲੈ ਜਾਂਦੇ ਆ ਕਹਿੰਦੇ ਇਹ ਵੀ ਲੁਕਮੇ ਰੱਖਣੇ ਪੈਣੇ ਨੇ ਹੁਣ ਅੰਦਰ ਲੁਕੋ ਕੇ ਹੁਣ ਗੱਲ ਇਹ ਆ ਸਾਰਿਆਂ ਨੂੰ ਪਤਾ ਵੀ ਫੁੱਲਾਂ ਨੂੰ ਤਾਂ ਲਾਏ ਨਹੀਂ ਹੋਏ
ਪਹਿਲਾਂ ਤਾਂ ਭੁਰਜੀ ਬਣਾ ਕੇ ਖਾਂਦੇ ਨੇ, ਪਹਿਲਾਂ ਭੁਰਜੀ ਖਾਓ, ਉਹਦੇ ਬਾਅਦ ਪਰ ਇੱਕ ਯਾਦ ਰੱਖਿਓ, ਜਦ ਇਹਦਾ ਕੰਮ ਕਰਨ ਲੱਗਦੇ ਹੋ, ਚੀਰੇ ਚੂਰੇ ਲਾਉਣ ਲੱਗਦੇ ਹੋ, ਲੀਗਲ ਨਹੀਂ ਹੈ, ਲਾ ਨਹੀਂ ਸਕਦੇ ਤੁਸੀਂ, ਇਹ ਯਾਦ ਰੱਖਿਓ, ਫਸ ਨਾ ਜਾਇਓ ਕਿਤੇ। ਮੈਂ ਕੱਲ ਇਸ ਬਾਰੇ ਪਤਾ ਕੀਤਾ, ਕਿਸੇ ਨੇ ਪਿਕਚਰਾਂ ਭੇਜੀਆਂ, ਮੈਂ ਮਾੜਾ ਜਿਹਾ ਪੁੱਛਿਆ ਪੁਲਿਸ ਨੂੰ, ਉਹ ਕਹਿੰਦੇ ਨੋ, ਇਹ ਲੀਗਲ ਨਹੀਂ ਹੈ, ਇਹ ਨਹੀਂ ਕੰਮ ਕਰ ਸਕਦੇ, ਤੇ ਜੇ ਕਿਸੇ ਨੇ ਦੇਖ ਲਿਆ ਫੇਰ ਗੜਬੜ ਹੋਊਗੀ, ਇਹ ਯਾਦ ਰੱਖਿਓ। ਤੋ ਅਸਲ ਤਾਂ ਇਹ ਆ ਵੀ ਬੂਟਿਆਂ ਲਈ, ਫੁੱਲਾਂ ਲਈ ਉਹ ਲਾਏ ਜਾਂਦੇ ਨੇ, ਔਰ ਹੁਣ ਉਹ ਤਾਂ ਹੁਣ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ, ਉਹ ਕਹਿੰਦੇ ਇੰਨੇ ਬੰਦੇ ਤੁਹਾਡੇ ਮਰਨ ਲੱਗ ਗਏ। ਇੱਕ ਸ਼ੁਰੂ ਜਦ 7-8 ਸਾਲ ਪਹਿਲਾਂ, 7-8 ਨਹੀਂ, ਇਹਦਾ 2005 ਦੀ ਗੱਲ ਹੈ, ਜਾਦੀਆਂ ਗਰਾਰੀਆਂ ਚੱਲਣ ਲੱਗੀਆਂ ਸਰੀ ਦੇ ਵਿੱਚ ਚੱਕੀਆਂ, ਫਿਰ ਬਾਕੀਆਂ ਤਾਂ ਪੱਕੀਆਂ ਦੁਕਾਨਾਂ ਹੀ ਖੋਲ ਲਈਆਂ ਸੀ, ਮੁੰਡੇ ਕੰਮ ਕਰਨ ਲੱਗ ਗਏ। ਤੇ ਫਿਰ ਇੱਕ ਟੋਰਾਂਟੋ ਵਾਲੇ ਪਾਸਿਓਂ ਆਇਆ, ਉਹ ਕਹਿੰਦਾ ਇਹ ਤਾਂ ਕੰਮ ਬੰਦ ਕਰਾਈਏ, ਇੱਥੇ ਵਾਲੇ ਨਾਲ ਲੱਗ ਗਏ, ਉਹ ਜਿਉਂ ਪੱਟੇ ਹੋਏ ਵਿਚਾਰੇ, ਤੇ ਮੁੜ ਕੇ ਕੋਈ ਕਿਸੇ ਡਰੱਗ ਤੇ ਖੜਿਆ, ਕਿਸੇ ਡਰੱਗ ਤੇ ਖੜਿਆ, ਸਾਰੇ ਦਰਸੀਸਾਂ ਦਿੰਦੇ ਦਿਨੇ ਉੱਠਦੀ ਸਾਰ, ਕਿਉਂਕਿ ਵੀ ਆਪਣੀ ਸਾਡੀ ਹੈਂਕੜ ਹੋ ਗਈ, ਅਸੀਂ ਇਹਨੂੰ ਬੰਦ ਕਰਾਉਣਾ। ਤੇ ਹੁਣ ਸਾਰੇ ਰੁਲ ਗਏ, ਤੇ ਉਹ ਜਦ ਸ਼ੁਰੂ ਹੋਏ ਤੇ ਡੱਬਿਆਂ ਦੇ ਡੱਬੇ ਲੱਗੇ ਵਿਖਣ, ਉਹ ਕਹਿੰਦੇ ਇੰਨੇ ਬੰਦੇ ਤੁਹਾਡੇ ਮਰਨ ਲੱਗੇ, ਤੁਸੀਂ ਪੌਪੀ ਫਲਾਵਰ ਚੜਾਉਂਦੇ ਹੋ, ਇਹ ਤਾਂ ਕਬਰਾਂ ਤੇ ਚੜਾਉਂਦੇ ਆ। ਹੁਣ ਉਹਨਾਂ ਨੂੰ ਥੋੜਾ ਪਤਾ ਵੀ ਘਰ ਘਰ ਦੀ ਸਵੇਰੇ ਆਵਾਜ਼ ਆਉਂਦੀ ਹੈ, ਤੇ ਜਿੱਦਣ ਕਚਹਿਰੀ ਲੱਗਣੀਆਂ ਇੱਕ ਦੂਜੇ ਵੱਲ ਨੂੰ ਉਂਗਲਾਂ ਕਰੀ ਜਾਂਦੇ ਨੇ, ਉਹ ਵੀ ਹੈ, ਉਹ ਵੀ ਹੈ, ਆਪਣੇ ਵੱਲ ਨੂੰ ਕੋਈ ਨਹੀਂ ਕਰਦਾ। ਤੇ ਉਹ ਹੁਣ ਅੱਗੇ ਗੱਲ ਇਹ ਚੱਲ ਪਈ ਵੀ ਫੁੱਲਾਂ ਦੇ ਤੌਰ ਤੇ ਬੀਜਣ ਲੱਗ ਜਾਓ। ਪੌਪੀ ਫਲਾਵਰ ਬਹੁਤ ਸੋਹਣੇ ਨੇ, ਲਾਲ, ਪੀਲੇ, ਗੁਲਾਬੀ ਨੇ, ਲਾਉਂਦੇ ਹੋ ਸਾਰੇ ਤੁਸੀਂ। ਤੇ ਕੈਲੀਫੋਰਨੀਆ 'ਚ ਬਹੁਤ ਨਿਕਲਦੇ ਆ, ਉੱਥੇ ਗਰਮੀ ਬਹੁਤ ਹੈ। ਸਿਆਟਲ ਤੱਕ ਕੀ ਨਿਕਲਣੇ ਨੇ ਥਿੰਨ ਸਾਹਿਬ, ਤੁਹਾਡੇ ਵੀ ਆਪਣੇ ਵਰਗਾ ਹੀ ਕੰਮ ਹੈ। ਤੇ ਗੱਲ ਇਹ ਬੈਠੀ ਹੁਣ ਜਿਨ੍ਹਾਂ ਨੇ ਬਾਹਰ ਲਾਏ ਨੇ, ਇੱਕ ਨਾ ਇੱਕ ਬਹੁਤ ਸਾਫ਼ ਘਰ ਹੈ, ਬਹੁਤ ਸੋਹਣਾ ਘਰ ਹੈ। ਜਦ ਤੁਸੀਂ ਸਕਾਟ ਰੋਡ ਆਈ ਜਾਓ ਨਾ, ਹਾਈਵੇ 10 ਟੱਪ ਕੇ ਮੂਹਰੇ 56 ਆ ਜਾਂਦਾ ਨਾ, ਮਕਲੈਨਨ ਆ ਉਹ, ਤੇ ਉੱਥੋਂ ਆ ਕੇ ਉਹ ਖੱਬੇ ਨੂੰ ਮੁੜਦਾ, ਮੂਹਰੇ ਐਲ ਕਾਰਨਰ ਆ, ਤੇ ਉਹਦੇ ਸੱਜੇ ਬੰਨੇ ਘਰ ਹੈ, ਜਿਹਦੇ ਬਹੁਤ ਵਧੀਆ ਬਾਹਰ ਜਿਹੜਾ ਉਹਦੇ ਗਾਰਡਨ ਬਹੁਤ ਵਧੀਆ ਬਣਾਇਆ ਹੋਇਆ। ਬਜ਼ੁਰਗ ਆ, ਕੱਲਾ ਰੌਫ ਉਹਦਾ ਨਾਮ, ਤੁਰੇ ਫਿਰਦੇ ਕਈ ਵਾਰ ਉਹਦੇ ਕੋਲ ਖੜ ਜਾਂਦੇ ਆ, ਬਹੁਤ ਵਧੀਆ ਇਨਸਾਨ ਆ। ਕਹਿੰਦਾ ਮੈਂ 82 ਸਾਲ ਦਾ, ਹੁਣ ਉਹਨੇ ਉਹ ਸੇਲ ਤੇ ਲਾਇਆ ਹੋਇਆ, ਕਦੀ 35 ਲੱਖ ਮੰਗਦਾ, ਕਦੇ 34 ਮੰਗਣ ਲੱਗ ਜਾਂਦਾ, ਆਪਣਾ ਹੀ ਬੋਰਡ ਲਾਈ ਬੈਠਾ। ਉਹ ਕਹਿੰਦਾ ਮੈਂ ਕਿਹਾ ਕੀ ਕਰਨਾ ਕੀ ਹੈ? ਕਹਿੰਦਾ ਕੁਛ ਨਹੀਂ ਕਰਨਾ, ਘਰ ਵਾਲੀ ਮਰ ਗਈ 4 ਸਾਲ ਹੋ ਗਏ, ਤੇ ਬਸ ਆ ਮੇਰਾ ਘਰ ਆ, ਇਹ ਗਾਰਡਨ ਆ, 2 ਰੂਮ ਨੇ, ਉਹਦੇ ਪਿੱਛੇ ਉਹਨੇ ਬਣਾਇਆ ਹੋਇਆ ਪੂਲ ਵਗੈਰਾ, ਤੇ ਉਹ ਉੱਥੋਂ ਸਾਰਾ ਪਾਣੀ ਦਾ ਵਿਊ ਥੱਲੇ ਬਾਉਂਡਰੀ ਵੇ ਦਿਖਦਾ। ਜਦ ਤੁਸੀਂ ਆਈ ਜਾਣਾ ਸਕਾਟ ਰੋਡ, ਹਾਈਵੇ 10 ਟੱਪਣਾ, ਮੂਹਰੇ ਆ ਕੇ ਐਲ ਸ਼ੇਪ ਆਉਂਦਾ, ਪੈਨੋਰਾਮਾ ਰਿਜ ਦੀ ਗੱਲ ਕਰਦਾ ਮੈਂ, ਉੱਥੇ ਤੁਰਨ ਚਲੇ ਜਾਈਦਾ ਜਦ ਕਦੇ। ਇੱਕ ਹੋਰ ਤੁਰਨ ਦੀ ਗੱਲ ਤੁਹਾਨੂੰ ਦੱਸਾਂ, ਜਿੰਨੇ ਵੀ ਤੁਸੀਂ ਹੋ, ਕੋਲਬਰੁੱਕ ਸੜਕ ਹੈ ਨਾ ਥੱਲੇ, ਟਰਾਈ ਕਰਿਓ, ਜਿੱਧਰ ਮਡਵੇ ਪਾਰਕ ਹੈ, ਮਡਵੇ ਪਾਰਕ ਦੇ ਨਾਲ ਵੀ ਤੁਰ ਜਾਂਦੇ ਹੋ, ਜਿਹੜੀ ਉਹ ਟ੍ਰੇਲ ਜਾਂਦੀ ਹੈ ਨਨੈਮੋ ਆਪਣੇ ਟਵਾਸਨ ਤੱਕ, ਉਹ ਪਾਰਕ 'ਚ ਜਿੱਥੇ ਥਾਣੇਦਾਰਨੀ ਨੇ ਕਿਰਨ ਸਿੱਧੂ ਤੇ ਪਾਣੀ ਪਾਇਆ ਸੀ। ਸੋ ਇਹ ਜਿਹੜੀ ਥੱਲੇ ਨਾ ਕੋਲਬਰੁੱਕ ਤੋਂ, ਜਦ ਕਿੰਗ ਜਾਰਜ ਤੋਂ ਜਾਂ 160 ਤੋਂ ਕੋਲਬਰੁੱਕ ਥੱਲੇ ਆਉਂਦੀ ਹੈ, 152 ਤੋਂ ਚਾਹੇ ਕੋਲਬਰੁੱਕ ਪੈ ਲਓ, ਜਿਹਦੇ ਤੇ ਬੋਡੀਜ਼ ਅੱਗੇ ਕਤਲ ਕਰਕੇ ਕਈ ਸਿੱਟ ਗਏ ਸੀ ਨਾ, ਉਹ ਕੋਲਬਰੁੱਕ ਮੁੱਕ ਜਾਂਦੀ ਆ ਕੇ ਆਲਮੋਸਟ 100 ਜੇ ਕਹਾਂ 20 ਦੇ ਸਾਹਮਣੇ, 121 ਦੇ ਸਾਹਮਣੇ ਆ ਜਾਂਦੀ ਹੈ, 120 ਨਹੀਂ, 100 ਥੱਲੇ 18 ਦੇ ਸਾਹਮਣੇ ਆਉਂਦੀ। ਉੱਥੋਂ ਇੱਕ ਗ੍ਰੇਡਡ ਰੋਡ ਉਹਨਾਂ ਨੇ ਕੱਢਤੀ, ਜਿਹਦਾ ਤੇ ਘੋੜੇ, ਉਹ ਥੱਲੇ ਬਹੁਤ ਵੱਡਾ ਇੱਕ ਤਵੇਲਾ ਪੈਨੋਰਾਮਾ ਰਿਜ 125 ਦੇ ਥੱਲੇ, ਉੱਥੇ ਵਧੀਆ ਤੁਹਾਡੀ ਬੱਚਿਆਂ ਦੀ ਰਾਈਡਿੰਗ ਵੀ ਹੋ ਸਕਦੀ ਹੈ, ਚੰਗੀ ਸਿੱਖ ਵੀ ਸਕਦੇ ਨੇ, ਉਹ ਬਹੁਤ ਵਧੀਆ ਸ਼ੌਕ ਹੈ। ਉਹ ਕੋਲਬਰੁੱਕ ਤੋਂ ਉਹ ਗ੍ਰੇਡਡ ਰੋਡ ਬਹੁਤ ਵਧੀਆ ਬਣਾਈ ਹੋਈ ਹੈ ਘੋੜਿਆਂ ਖਾਤਰ। ਉਹਦੇ ਤੇ ਜੇ ਤੁਸੀਂ ਤੁਰਨਾ ਸ਼ੁਰੂ ਕਰ ਦਿੰਦੇ ਹੋ ਨਾ, ਹਾਈਵੇ 10 ਥੱਲੇ ਦੀ ਟੱਪ ਕੇ ਉਹ ਵਾਟਰਸ਼ੈਡ ਪਾਰਕ 'ਚ ਆ ਜਾਂਦੀ। ਉਹ ਬਹੁਤ ਵਧੀਆ, ਥੱਲੇ ਬਹੁਤ ਗ੍ਰੀਨਰੀ ਆ, ਕਦੇ ਟਰਾਈ ਕਰਿਓ, ਗੱਡੀ ਇੱਕ ਕੋਲਬਰੁੱਕ ਤੇ ਖੜਾ ਦੇਣੀ ਹੈ ਤੇ ਉੱਥੋਂ ਉਹ ਰੋਡ ਪੈ ਜਿਓ। ਮਤਲਬ ਕੋਲਬਰੁੱਕ ਸੜਕ ਥੱਲੇ ਆ, ਜਿਹੜੀ ਰੇਲਵੇ ਲਾਈਨ ਦੇ ਨਾਲ ਆਉਂਦੀ ਹੈ, 160 ਤੋਂ ਸ਼ੁਰੂ ਹੋ ਕੇ 118 ਤੱਕ ਉਹ ਆਉਂਦੀ ਹੈ। 118 ਸਟਰੀਟ ਤਾਂ ਨਹੀਂ ਉੱਥੇ ਹੈ, ਪਰ ਅਪਰੋਕਸੀਮੇਟ ਇਹ ਹੈ। ਤੇ ਜੇ ਉੱਪਰੋਂ ਵੀ ਉਤਰਨਾ ਹੈ, 128 ਤੋਂ ਜਾ ਕੇ ਸਕਾਟ ਰੋਡ ਤੋਂ ਜਾ ਕੇ 125 ਥੱਲੇ ਉਤਰ ਕੇ
ਕੋਲਬਰੁਕ ਤੋਂ ਰਾਈਟ ਕਰਕੇ ਉੱਥੇ ਗੱਡੀਆਂ ਖੜਾ ਕੇ ਉੱਥੇ ਤੁਰ ਕੇ ਆਇਆ ਉਹ ਰੌਫ ਕਹਿੰਦਾ ਆ ਵੀਕਐਂਡ ਤੇ ਮੈਂ ਉੱਥੋਂ ਲੰਘਿਆ ਜਾਵਾਂ, ਮੈਨੂੰ ਕਹਿੰਦਾ ਆ ਜਾ ਮਿਸਟਰ ਸਿੰਘ ਗੱਲ ਕਰੀਏ ਕੋਈ। ਉਹਦਾ ਬਾਹਰ ਝੂਲੇ ਤੇ ਬੈਠਾ ਹੁੰਦਾ, ਡੌਗ ਆ ਉਹਦੇ ਕੋਲ ਬਹੁਤ। ਉਹ ਕਹਿੰਦਾ ਸਾਰੀ ਜ਼ਿੰਦਗੀ ਮੈਂ ਇਹ 1954 ਚ ਬਣਾਇਆ, ਕਹਿੰਦਾ ਮੈਂ 6000 ਦੀ ਮੈਂ ਲੋਟ ਲਈ ਸੀ, 6000 ਮੇਰੇ ਕੋਲ ਹੈ ਨਹੀਂ ਸੀ ਤੇ ਉਹ ਕਹਿੰਦੇ ਵੀ ਮੈਂ 1954 ਚ ਇਹਨੂੰ ਬਣਾਇਆ, ਉਹਦੇ 3 ਹੀ ਕਮਰੇ ਆ ਬਸ ਸਿਰਫ। ਪਤਾ ਨਹੀਂ ਹੁਣ ਉਹਦਾ ਕੋਈ 35 ਲੱਖ ਉਹਨੂੰ ਦਊ ਕਿ ਨਹੀਂ, ਕਾਰਨਰ ਲਾਟ ਹਾਫ ਏਕੜ ਉਹਨੂੰ ਵੇਚਣ ਦੀ ਵੀ ਨਹੀਂ। ਮੈਂ ਕਿਹਾ ਕਰਨਾ ਕੀ ਹੈ? ਕਹਿੰਦਾ ਵਿਕ ਗਿਆ ਠੀਕ ਹੈ, ਨਹੀਂ ਬਸ ਜਦ ਮੈਂ ਤੁਰ ਗਿਆ ਤਾਂ ਪਿੱਛੋਂ ਜਿਹੜਾ ਲਿਖ ਕੇ ਦਿੱਤਾ ਹੋਇਆ ਮੈਂ ਕਿਸੇ ਨੂੰ ਦੇ ਦੇਣਾ, ਪਤਾ ਨਹੀਂ ਕਿਹਨੂੰ ਦਿੱਤਾ, ਫਰਦਰ ਪੁੱਛਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਚੰਗਾ ਨਹੀਂ ਲੱਗਦਾ। ਕਹਿੰਦਾ ਮੈਨੂੰ ਇੱਥੇ ਇਹ ਦੇਖ ਲਓ ਬਈ 65 ਸਾਲ ਹੋ ਗਏ, ਯਸ 65 ਸਾਲ ਹੋ ਗਏ। ਕਹਿੰਦਾ ਇੱਥੇ ਕੁਛ ਨਹੀਂ ਸੀ ਹੁੰਦਾ ਪੈਨੋਰਾਮਾ ਜਦ ਮੈਂ ਘਰ ਬਣਾਇਆ ਕਾਰਨਰ ਤੇ ਬਹੁਤ ਵਧੀਆ ਉਹਦਾ ਘਰ ਹੈ। ਕਹਿੰਦਾ ਇੱਕ ਮੈਨੂੰ ਦੱਸ ਮੇਰਾ ਮੇਰੇ ਪੌਪੀ ਫਲਾਵਰ ਲਾਏ ਹੋਏ ਨੇ ਕਾਰਨਰ ਤੇ। ਉਹਨੇ 120 ਦੇ ਇੱਕ ਥੱਲਿਓ ਉਹ ਗ੍ਰੇਡਰ ਰੋਡ ਤੋਂ ਨਾ ਪਹਾੜੀ ਤੈਨੂੰ ਰਾਹ ਚੜ੍ਹਦਾ, ਬਹੁਤ ਤੁਰਨ ਜਾਂਦੇ ਨੇ ਲੋਕ। ਉਹਨੇ ਘਰ ਦੇ ਖੂੰਜੇ ਤੇ ਆਪਣੇ ਖਸਖਸ ਸਿੱਟਤੀ ਤੇ ਉਹਦੇ ਤੇ ਹੁਣ ਗੁਲਾਬੀ ਲਾਲ ਚਿੱਟੇ, ਉਹਨੇ ਤਾਂ ਇੱਥੇ ਵਾਲੀ ਖਸਖਸ ਆ ਇਹ ਉਹਦੇ ਲਾਏ ਹੋਏ ਨੇ। ਕਹਿੰਦਾ ਜਦੋਂ ਫੁੱਲਾਂ ਤੋਂ ਬਾਅਦ ਇਹ ਡੋਡੇ ਬਣ ਗਏ, ਕਹਿੰਦਾ ਮੈਂ ਆਵਾਜ਼ ਕਰ ਰਿਹਾ ਤੁਹਾਡੇ ਬੰਦੇ ਤੁਰੇ ਜਾਂਦੇ ਤੋੜ ਕੇ ਲੈ ਜਾਂਦੇ ਨੇ, ਇਹ ਕੀ ਕਰਦੇ ਨੇ? ਮੈਂ ਕਿਹਾ ਇਹ ਨਾ ਤੂੰ ਪੁੱਛ, ਇਹਦਾ ਰੁਪਈ। ਕਹਿੰਦਾ ਮੈਂ ਕੈਮਰੇ 'ਚ ਦੇਖਿਆ, ਕਹਿੰਦਾ ਹਰ ਰੋਜ਼ ਇੱਕ ਤੁਰੇ ਜਾਂਦੇ ਤੋੜ ਕੇ ਲੈ ਜਾਂਦੇ ਨੇ ਮੇਰਾ, ਮੈਂ ਕੈਮਰੇ 'ਚ ਦੇਖਦਾ। ਕਹਿੰਦਾ ਬਹੁਤ ਸੋਹਣੇ ਫੁੱਲ ਸੀ, ਕਹਿੰਦਾ ਚੱਲ ਫੁੱਲਾਂ ਤੋਂ ਬਾਅਦ ਹੁਣ ਮੈਨੂੰ ਲੋੜ ਤਾਂ ਉਹਦੀ ਕੋਈ ਹੈ ਨਹੀਂ ਸੀ। ਕਹਿੰਦਾ ਸਟਾਈਲ ਬਹੁਤ ਆ, ਖੜਕੇ ਨਹੀਂ ਨਾਲੇ ਤੋੜਦੇ। ਮੈਂ ਕਿਵੇਂ ਤੋੜੇਗਾ? ਜਸਟ ਦੇ ਵਾਕ ਬਾਈ, ਡਰਾਈਵ ਥਰੂ ਵਾਂਗੂ। ਕਹਿੰਦਾ ਜਸਟ ਦੇ ਡੂ ਡਰਾਈਵ ਥਰੂ, ਦੇ ਜਸਟ ਪਲੱਕ ਇਟ ਐਂਡ ਗੋਨ। ਕਹਿੰਦਾ ਮੈਨੂੰ ਇਹ ਨਹੀਂ ਪਤਾ ਕੀ ਕਰਦੇ। ਮੈਂ ਕਿਹਾ ਉਹ ਤਾਂ ਫਿਰ ਸਵੇਰੇ ਪਤਾ ਲੱਗੂ ਨਾ ਜਦ ਮਾਮ ਜਿਸ ਦਾ ਖਿੜਕਦਾ ਹੋਊ, ਉਹ ਫੇਰ ਦੱਸਣਗੇ ਜਦ ਗੁਲਾਬੀ ਅੱਖ ਕਰਦੇ ਨੇ। ਤੇ ਜਿੱਦਣ ਇੱਕ ਜਦ ਫਿਰ ਇੱਕ ਦੂਜੇ ਨੂੰ ਤਾਨੇ ਮਿਹਣੇ ਮਾਰਦੇ ਆ, ਫਿਰ ਇੱਕ ਦੂਜੇ ਨੂੰ ਕਹੀ ਜਾਂਦੇ ਉਹਨੇ ਆਹ ਕਰਦਾ, ਉਹ ਆਹ ਕਰਦਾ, ਉਹ ਆਹ ਕਰਦਾ। ਆਪਣੇ ਕੋਈ ਗਿਰੇਬਾਨ ਚ ਨਹੀਂ ਦੇਖਦਾ, ਇੱਕ ਦੂਜੇ ਤੋਂ ਉੱਪਰ ਵੱਧ ਕੇ। ਕਈ ਤਾਂ ਸਾਰਾ ਦਿਨ ਨਾ ਮੁੱਛ ਤੇ ਹੱਥ ਫੇਰੀ ਜਾਂਦੇ ਨੇ, ਨੱਕ ਵੱਡ ਸੜਦੇ ਆ, ਖਾਜ ਕਰੀ ਜਾਂਦੇ ਆ। ਕਈਆਂ ਦਾ ਇੱਕ ਦੂਜੇ ਤੋਂ ਮੰਗ ਕੇ ਸਰਦਾ, ਕੋਈ ਕਿਸੇ ਦੀ ਮਿਹਨਤ ਕਰਦਾ, ਕੋਈ ਕਿਸੇ ਦੇ। ਜਿੰਨਾ ਕੋਲ ਵੱਧ ਪੈਸੇ ਓਨੇ ਹੀ ਵੱਡੇ ਮੰਗਦੇ। ਬਹੁਤ ਬੰਦੇ ਕਈ ਵਾਰ ਚੁਟਕਲੇ ਸੁਣਾਉਂਦੇ ਆ ਇੱਕ ਦੂਜੇ ਦੇ। ਐਨੀਵੇਜ਼ ਇਹ ਜਿਹੜਾ ਇਹਨੂੰ ਫੁੱਲਾਂ ਦੇ ਤੌਰ ਤੇ ਪਲੀਜ਼ ਬੀਜਣਾ, ਤੇ ਇਹਨੂੰ ਤੁਸੀਂ ਚੀਰ ਨਹੀਂ ਸਕਦੇ। 1 ਨੰਬਰ 2 ਕਿਸੇ ਦੇ ਤੋੜ ਕੇ ਨਾ ਲਿਜਾਓ। ਲੋਕਾਂ ਨੇ ਵੀਡੀਓ ਕੈਮਰੇ ਲਾਏ ਨੇ, ਫਿਰ ਉਹਨਾਂ ਨੇ ਫੋਟੋਆਂ ਭੇਜਣੀਆਂ, ਐਵੇਂ ਮੁੜ ਕੇ ਬਦਨਾਮੀ ਕਰਾਓਗੇ। ਚੰਗੇ ਕੰਮ ਕਰੀਏ ਆਪਾਂ, ਕੁਛ ਨਹੀਂ ਹੈ ਇਹਨਾਂ ਚੀਜ਼ਾਂ ਦੇ ਵਿੱਚ, ਕੱਖ ਨਹੀਂ ਹੈ। ਆਪਣੇ ਆਪ ਨੂੰ ਵਧੀਆ ਜ਼ਿੰਦਗੀ ਜਿਹੜੀ ਜਿਉ ਕੇ ਐਨ ਸੱਚ ਤੇ ਉਹਦੇ ਤੇ ਰਿਹਾ ਕਰੋ। ਇਹ ਕੰਮ ਨਾ ਕਰਿਆ ਕਰੋ ਛੋਟੇ ਹੁੰਦੇ। ਬਿਲਕੁਲ ਜਿਹੜਾ ਟਰੈਕਟਰ ਦੇਖਦੇ ਚਾਬੀ ਵਾਲਾ, ਕਹਿੰਦੇ ਪਹਿਲਾਂ ਐ ਦੇਖ ਚੱਲਦਾ ਕਿਵੇਂ, ਖੋਲ ਇਹਨੂੰ, ਉਹ ਆਦਤ ਨਾ ਕਰੋ। ਰਣਜੀਤ ਸਿੰਘ ਉਹਨਾਂ ਨੇ ਇਨਫੋਰਮੇਸ਼ਨ ਭੇਜੀ ਆ ਵੀ ਕਤਰ ਏਅਰਵੇਜ਼ ਦੀਆਂ ਫਲਾਈਟਾਂ ਜਿਹੜੀਆਂ ਟੋਰਾਂਟੋ ਨੂੰ ਆਉਣੀਆਂ ਨੇ 10 ਜੁਲਾਈ ਤੋਂ ਲੈ ਕੇ 30 ਤੱਕ 10 ਫਲਾਈਟਾਂ ਨੇ। $3200 ਦੀ ਟਿਕਟ ਇੱਕ ਮਿਲੀ ਆ ਕਤਰ ਏਅਰਵੇਜ਼ ਦੀ ਬਾਇਆ ਟੋਰਾਂਟੋ। 4 ਮੈਂਬਰ ਆ, ਦਿੱਲੀ, ਕਤਰ ਟੂ ਟੋਰਾਂਟੋ ਐਂਡ ਨੈਕਸਟ ਫਲਾਈਟ ਟੂ ਵੈਨਕੂਵਰ। $3200 ਦੀ ਮਿਲੀ। ਪਰ ਹੁਣ ਤੁਹਾਨੂੰ ਲੈਣੀ ਪੈਣੀ ਆ, ਲੈ ਲਓ, ਬਜ਼ੁਰਗਾਂ ਨੂੰ ਆਪਣੇ ਨੂੰ ਲੈ ਆਓ। ਇਹ 'ਚ PR ਵੀ ਆਉਂਦੇ ਆ, ਸਿਟੀਜ਼ਨ ਵੀ ਆਉਂਦੇ ਆ। ਬਲਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਮੈਂ ਗਾਰਡ ਦੀ ਗੱਲ ਕਰ ਰਿਹਾ। ਗਾਰਡ ਮੈਂ 3 ਮਹੀਨੇ ਪਹਿਲਾਂ ਲਾਈ ਸੀ ਤੇ ਲੋੜਾਂ ਦੇ ਪੈਸੇ ਉਸੇ ਨਿਕਲੇ ਸੀ, ਤੇ ਹੁਣ 3 ਵੀਕਾਂ ਹੋਰ ਹੋ ਗਏ ਬੀਜੇ ਨਾ, ਦੁਆਰੇ ਵੀ ਹੁਣ ਫੁੱਟੇ ਜਾਣ ਤੇਰਾ 2 ਵੀਕ ਵਾਧੇ ਹੁੰਦੇ, ਬਾਅਦ ਚ ਦੁਆਰੇ ਨਿਕਲ ਜਾਂਦੇ ਹੁੰਦੇ ਆ ਜੀ। ਉਹ ਰਹੀ ਹੋਈ ਹੈ ਸਾਰੇ ਗਾਰਡ। ਥੈਂਕ ਯੂ ਜੀ। ਹੋਇਆ ਨਹੀਂ ਪੂਰਾ। ਤੇ ਵਪਾਰਕ ਸੰਦੇਸ਼ਾਂ ਤੋਂ ਬਾਅਦ ਫਿਰ ਆ ਕੇ ਤੁਹਾਡੀ ਸਿਹਤ ਦੀ ਗੱਲ ਕਰਨਾ। ਠੰਡ ਦੇ ਵਿੱਚ ਹੁਣ ਠੰਡ ਹੀ ਹੈ ਤੇ ਬੰਦੇ ਬੜੇ ਵਧੀਆ ਲੈਂਦੇ ਬਾਈ। ਕਦੀ ਬਚਪਨ ਕਹਿੰਦੇ ਮੂੰਹ ਹੁਣ ਗਾਹਾਂ ਨੂੰ ਮੂੰਹ ਲਪੇਟ ਕੇ ਤੋੜਨਾ ਹੋਣਗੇ ਬਾਈ, ਕਿਆ। ਐਨੀਵੇਜ਼
ਖਾਣੇ ਦੇ ਨਾਲ ਜਿਹੜੀ ਅਸਲ ਸਿਹਤ ਜਿਹੜੀ ਤੁਸੀਂ ਵਧੀਆ ਆਪਣੀ ਨਾ ਤੁਹਾਡੇ ਘਰ ਦੇ ਵਿੱਚ ਹੀ ਹੈ, ਉਸ ਨੂੰ ਕਲੈਂਸਿੰਗ ਜਿਹੜੀ ਇੱਕ ਸ਼ਬਦ ਬੜਾ ਵਧੀਆ ਲੋਕਾਂ ਦੇ ਬੋਡੀ ਸਾਫ਼ ਰੱਖਣ ਲਈ। ਫਲ ਜਿਹੜੇ ਨੇ ਅਸਲ ਇਹਨੇ COVID-19 ਨੇ ਨਾ ਬਹੁਤ ਕੁਝ ਬਦਲਤਾ। ਇਹ ਜਿਹੜਾ ਬਦਲਾਅ ਹੈ ਉਹਦਾ ਕਾਰਨ ਆ ਮੀਟ ਤੋਂ ਲੋਕ ਦੂਰ ਹੋ ਗਏ, ਮੀਟ ਨਹੀਂ ਪਸੰਦ ਕਰਦੇ। ਆਪਣੇ ਘਰ ਦੇ ਵਿੱਚ ਬਹੁਤ ਕੁਛ ਆ ਜਿਹੜਾ ਵਧੀਆ। ਇੱਕ ਤਾਂ ਜੂਸ ਜਿਹੜਾ ਨਾ ਕਿਵੇਂ ਨਾ ਕਿਵੇਂ, ਖੈਰ ਬਣਾਉਂਦਾ ਤਾਂ ਮੈਂ ਵੀ ਨਹੀਂ, ਮੈਂ ਵੀ ਤੁਹਾਨੂੰ ਦੱਸਦਾ ਹੀ ਹਾਂ ਕਿਤੇ ਨਾ ਕਿਤੇ ਉਹ ਮੁੜ ਕੇ ਧੋਈਆ ਜਿਹੜਾ ਕੰਮ ਵਾਲਾ ਲੋਕ ਇਸ ਗੱਲੋਂ ਡਰ ਜਾਂਦੇ ਆ ਜੀ, ਉਹ ਕਿਹੜਾ ਬਣਾਊਗਾ ਜੀ, ਮੁੜ ਕੇ ਉਹਨੂੰ ਧੋਣ ਨੂੰ ਮਿਕਸਰ ਨੂੰ ਜੂਸਰ ਨੂੰ ਬੜਾ ਸਮਾਂ ਲੱਗਦਾ, ਉਹੀ ਲੈ ਆਓ। ਹੁਣ ਉਹ ਜੂਸ ਜਿਹੜਾ ਬੋਟਲਾਂ 'ਚ ਬੰਦ ਆਉਂਦਾ ਕੰਸਨਟਰੇਟਡ ਤੋਂ ਆਇਆ, ਪਾਊਡਰ ਤੋਂ ਬਣਿਆ ਹੋਇਆ, ਕਾਹਨੂੰ ਜੂਸ ਹੈ। ਗਾਜਰ ਲਿਵਰ ਜਿਹੜੀ ਕਲੈਂਸਿੰਗ ਦੇ ਲਈ ਨਾ, ਗਾਜਰ, ਪਾਲਕ, ਉਹਦੇ ਬਾਅਦ ਤੁਹਾਡਾ ਚੁਕੰਦਰ, ਸੈਲਰੀ, ਇਹ ਬਹੁਤ ਵਧੀਆ ਜੂਸ ਨੇ ਜੇ ਤੁਸੀਂ ਇਸ ਨੂੰ ਕਿਵੇਂ ਨਾ ਕਿਵੇਂ ਵਰਤੋਂ ਤੇ ਇਹਨੂੰ ਕੋਸ਼ਿਸ਼ ਕਰੋ। ਅਨਾਨਾਸ ਵੀ ਬਹੁਤ ਵਧੀਆ, ਪਾਈਨਐਪਲ ਬਹੁਤ ਵਧੀਆ। ਉਹ ਕੰਮ ਤਾਂ ਹੈਗਾ ਇਹ, ਪਰ ਹੁਣ ਗੱਲ ਇਹ ਵੀ ਆਪਣੀ ਸਿਹਤ ਵੀ ਆਪਣੀ ਹੈ। ਜੂਸ ਜਦ ਕੋਈ ਸ਼ਾਮਲ ਹੋਵੇ ਕਿਵੇਂ ਨਾ ਕਿਵੇਂ, ਉਹ ਜਿਹੜੀ ਉਹਨੂੰ ਹਰ ਰੋਜ਼ ਦੀ ਡਾਇਟ ਦੇ ਵਿੱਚ ਮੀਟ ਤੋਂ ਥੋੜਾ ਜਿਹਾ ਪਰੇ ਹੋਣ ਦੀ ਲੋੜ ਆ। ਹੁਣ ਲੋਕ ਮੀਟ ਤੋਂ ਬਹੁਤ ਦੂਰ ਹੋ ਰਹੇ। ਜੂਸ ਜਿਹੜਾ ਜਿਹਦੇ ਵਿੱਚ ਚੁਕੰਦਰ, ਗਾਜਰ, ਉਹਦੇ ਨਾਲ ਪਾਲਕ, ਥੋੜੀ ਜਿਹੀ ਪਾਲਕ ਦੇ ਨਾਲ ਬਰੋਕਲੀ ਬਹੁਤ ਵਧੀਆ, ਕੇਲ ਬਹੁਤ ਵਧੀਆ। ਮਤਲਬ ਇਹ ਚੀਜ਼ਾਂ ਜਿਹੜੀਆਂ ਨੇ, ਕਈ ਤਾਂ ਹੁਣ ਸਮੂਥੀ ਉਹ ਕਹਿੰਦੇ ਜਿਹੜਾ ਮੇਰੇ ਕੋਲ ਸਾਹਮਣੇ ਜਿਹੜਾ ਮਿਲਦਾ, ਕਈ ਤਾਂ ਡਾਕਟਰ ਸਿੰਘ ਕਹਿੰਦੇ ਹੁੰਦੇ, ਕਹਿੰਦੇ ਮੈਨੂੰ ਤਾਂ ਜਿਹੜਾ ਸਾਰਾ ਕੋਲ ਸਾਹਮਣੇ ਮਿਲਦਾ ਉਹੀ ਪਾ ਦੇਣ। ਮਤਲਬ ਸਮੂਦੀ ਜੇ ਬਣ ਜਾਵੇ ਤਾਂ ਹੋਰ ਵੀ ਵਧੀਆ, ਜੂਸ ਨਾਲੋਂ ਵੀ ਵਧੀਆ, ਫਾਈਬਰ ਉਹ 'ਚ ਬਹੁਤ। ਉਹਨੂੰ ਕਿਵੇਂ ਨਾ ਕਿਵੇਂ ਸਰੀਰ ਦਾ ਆਪਣਾ ਉਹਦਾ ਧਵਈਆ ਵੀ ਸੌਖਾ ਹੀ ਹੈ। ਜੇ ਉਹਨੂੰ ਰਗੜ ਕੇ ਨਾ ਥੋੜਾ ਜਿਹਾ ਪਾ ਕੇ ਉਹਨੂੰ ਸਿੱਟ ਲਓ, ਠੀਕ ਹੈ, ਬਹੁਤ ਵਧੀਆ। ਆ ਜਿਹੜਾ ਹੁਣ ਐਂਟੀਬਾਇਓਟਿਕ ਦੀ ਗੱਲ, ਇੱਕ ਤੇਲ ਜਿਹੜਾ ਮੈਂ ਮਸਾਜ ਦੀ ਤੁਹਾਨੂੰ ਸਦਾ ਗੱਲ ਦੱਸਦਾ ਰਹਿਣਾ, ਉਹ ਬਹੁਤ ਜ਼ਰੂਰੀ ਹੈ। ਇੱਕ ਥੀਵਜ਼ ਆਇਲ ਮਿਲਦਾ, ਉਹ ਥੀਵਜ਼ ਆਇਲ ਨੂੰ ਲੈ ਕੇ ਉਹਨੂੰ ਕਹਿੰਦੇ ਥੀਵਜ਼ ਆਇਲ, ਮਿਕਸ ਹੀ ਆਉਂਦਾ ਉਹ, ਤੇ ਉਹਦੇ 'ਚ ਲੌਂਗ ਤੇ ਦਾਲਚੀਨੀ ਦਾ ਬਹੁਤ ਵਧੀਆ ਤੇਲ ਹੈ, ਤੇ ਐਸੈਂਸ਼ੀਅਲ ਆਇਲ ਨੇ ਇਹ। ਉਸ ਦੇ ਵਿੱਚ ਕੈਰੀਅਰ ਤੇਲ ਜਿਹੜਾ ਮੇਨ ਕੋਈ ਵੀ, ਉਹਨੂੰ ਬੇਸ ਕਰਕੇ ਇਹ ਉਹ 'ਚ 10% ਪੈਣਾ। ਉਹਦੇ 'ਚ ਮੋਸਟਲੀ ਕਈ ਇਹ 'ਚ ਕਲੋਵ, ਸਿਨਾਮਨ, ਨਿੰਬੂ ਤੇ ਦਾਲਚੀਨੀ ਵੀ ਪਾਉਂਦੇ ਆ, ਇਕਲਿਪਟਸ ਦਾ ਵੀ ਕਈ ਵਾਰ ਪਾਇਆ ਹੁੰਦਾ, ਪਰ ਬੇਸਿਕਲੀ 3 ਨੇ। ਥੀਵਜ਼ ਆਇਲ ਦਾ ਬੇਸ ਲੈ ਕੇ ਉਹ $30-35 ਦਾ ਮਿਲਦਾ, ਉਹ 50 ml, ਤੇ ਉਹਨੂੰ 10% ਲੀਟਰ ਦੇ ਵਿੱਚ, ਜਿਵੇਂ ਬਦਾਮ ਰੋਗਨ ਤੁਸੀਂ ਲੈ ਲਓ, ਬਦਾਮਾਂ ਦਾ ਤੇਲ ਲੈ ਲਓ, ਉਹਦਾ 10% ਪਾਉਣਾ। 50 ml ਪਾ ਲਓ ਉਹਦੇ 'ਚ 1 ਲੀਟਰ 'ਚ, ਤੇ ਮੁੱਕਦਾ ਨਹੀਂ ਉਹ। ਪਹਿਲਾਂ ਥੋੜਾ ਜਿਹਾ ਲਾ ਕੇ ਵੇਖ ਲਓ, ਕਈ ਵਾਰ ਅਲਰਜੀ ਹੁੰਦੀ ਹੈ, ਪਰ ਚੰਗਾ ਬਹੁਤ ਆ। ਐਂਟੀਬਾਇਓਟਿਕਸ ਜਿਹੜੇ ਖੈਰ ਆਪਣੇ ਤਾਂ ਘਰਾਂ 'ਚ ਜਿਹੜਾ ਸਮਾਨ ਆ ਨਾ, ਅਸਲ ਲੂਣਦਾਨੀ ਜਿਹੜਾ ਵਧੀਆ, ਉਹ ਬਹੁਤ ਕੁਛ ਹੈ ਆਪਣੇ ਕੋਲ, ਤਾਂ ਮੁੱਕਦਾ ਹੀ ਨਹੀਂ। ਹਲਦੀ ਬਹੁਤ ਵਧੀਆ ਜਿਹੜੀ ਆਪਣੇ ਲਈ, ਅਦਰਕ ਆਪਣਾ ਬਹੁਤ ਵਧੀਆ ਹੈ, ਪਿਆਜ਼ ਜਿਹੜੇ ਆਪਣਾ ਆਪਾਂ ਖਾਂਦੇ ਆ ਉਹ ਬਹੁਤ ਵਧੀਆ। ਤੇ ਇੱਕ ਘਰ ਦੇ ਵਿੱਚ ਹਨੀ ਜਿਹੜਾ ਉਹ ਸ਼ਹਿਦ ਆ ਜਿਹੜਾ ਉਹ ਜ਼ਰੂਰ ਚਾਹੀਦਾ। ਸ਼ਹਿਦ ਦੁੱਧ ਦੇ ਵਿੱਚ ਪਾਇਆ ਵਧੀਆ। ਚੀਨੀ ਤੋਂ ਪਰਾਂ ਹੋਵੋ, ਚੀਨੀ ਦਾ ਬੜਾ ਪੰਗਾ ਯਾਰ। ਗੁੜ ਜਿੰਨਾ ਮਰਜ਼ੀ ਖਾ ਲਓ, ਗੁੜ ਬਹੁਤ ਵਧੀਆ। ਮੈਂ ਤਾਂ ਇਹ ਵੀ ਕਹਿਣਾ ਜਿਹੜੇ ਵਧੀਆ ਕੋਈ ਸ਼ੌਕੀਨ ਨੇ ਪੀਣ ਪੂਣ ਦੇ, ਉਹ ਘਰੇ ਆਪਣੀ ਘਰ ਦੀ ਜਿਹੜੀ ਸ਼ਰਾਬ ਹੈ ਉਹ ਲੋਕ ਮੂਨਸ਼ਾਈਨ ਇੱਥੇ ਬਣਾਉਂਦੇ ਨੇ ਵਧੀਆ, ਉਸ ਨੂੰ ਆਪਣੇ ਤਰੀਕੇ ਨਾਲ ਬਣਾ ਕੇ
ਆਪਣੇ ਹੱਥੀਂ ਬਣਾ ਲਓ, ਪਰ ਉਹਦੇ ਵਿੱਚ ਉਹਨੂੰ ਚੈੱਕ ਕਰਕੇ ਉਹਦਾ ਸ਼ੂਗਰ ਉਹਦਾ ਕੰਟਰੋਲ ਕਰਕੇ ਉਹਦੇ ਬੜਾ ਕੁਝ ਪੈ ਸਕਦਾ। ਕੱਢਣ ਵੇਲੇ ਕੋਈ ਹਰੜਾਂ ਵੀ ਪਾ ਲੈਂਦੇ ਨੇ, ਬਹੇੜੇ ਪਾ ਲੈਂਦੇ ਨੇ, ਬਹੁਤ ਕੁਝ ਪਾ ਲੈਂਦੇ। ਕਈ ਤਾਂ ਮਾਸਟਰ ਨੇ ਇਹ ਚੀਜ਼ ਦੇ, ਉਸ ਨੂੰ ਤੇ ਸ਼ਹਿਦ ਜਿਹੜਾ ਇਹ ਸਿਹਤ ਦੇ ਲਈ ਤੁਹਾਡੀ ਅਸ਼ਵਗੰਧਾ ਇੱਕ ਸ਼ਬਦ ਹੈ ਜਿਹਨੂੰ ਜਿਨਸਿੰਗ ਆ ਜਿਹੜਾ ਅਸ਼ਵਗੰਧਾ ਬਹੁਤ ਵਧੀਆ। ਉਹ ਇਕੱਲਾ ਬੰਦਿਆਂ ਲਈ ਨਹੀਂ, ਬੀਬੀਆਂ ਲਈ ਵੀ ਚੰਗਾ ਅਸ਼ਵਗੰਧਾ ਬਹੁਤ। ਅਸ਼ਵਗੰਧਾ ਦਾ ਪੇਸਟ ਜਿਹੜਾ ਇੱਕ, ਜਾਂ ਅਸ਼ਵਗੰਧਾ ਨੂੰ ਵੈਸੇ ਜੇ ਤੁਸੀਂ ਕੁੱਟ ਲਵੋ, ਅਸ਼ਵਗੰਧਾ ਨੂੰ ਤੇ ਚਿੱਟੀ ਮੂਸਲੀ ਹੈ ਜਿਹੜੀ ਉਹ ਤੇ ਚਿੱਟੇ ਤਿਲ ਤੇ ਬਦਾਮ, ਉਹਨਾਂ ਨੂੰ ਬਰਾਬਰ ਮਾਤਰਾ 'ਚ ਹੀ ਕੁੱਟ ਲਓ, ਲੈ ਕੇ 250-250 ਗ੍ਰਾਮ ਉਹਨਾਂ ਨੂੰ ਕੁੱਟ ਕੇ ਤੇ 1 ਚਮਚਾ ਦੁੱਧ ਨਾਲ ਬਸ ਸਿਰੇ ਆ ਕਹਾਣੀ। ਉਹ ਬਹੁਤ ਉਹ 'ਚ ਜਾਨ ਆ, ਬਹੁਤ ਤਾਕਤ ਹੈ, ਹਰ ਇੱਕ ਜੀਅ ਉਹਨੂੰ ਲੈ ਸਕਦਾ। ਬੱਚਿਆਂ ਲਈ ਵੀ ਬਹੁਤ ਵਧੀਆ, ਬ੍ਰੇਨ ਟੌਨਿਕ ਹੈ ਅਸ਼ਵਗੰਧਾ, ਬਹੁਤ ਵਧੀਆ ਚੀਜ਼ ਹੈ। ਘਰ ਦੇ ਵਿੱਚ ਇਲਾਜ ਨੇ। ਹੁਣ ਕੋਵਿਡ ਤੁਸੀਂ ਕਰੀ ਤਾਂ ਜਾਂਦੇ ਨੇ ਲੋਕ, ਇਮਿਊਨ ਸਿਸਟਮ ਆਪਣਾ ਤੁਸੀਂ ਕਾਇਮ ਕਰ ਲਵੋ ਤਾਂ ਤੁਹਾਨੂੰ ਲੋੜ ਨਹੀਂ ਹੈ ਜਿਹੜੀ ਇਹਦੀ ਕਿਸੇ ਚੀਜ਼ ਦੀ ਹੈ। ਤੁਸੀਂ ਆਪਣਾ ਸਿਸਟਮ ਵਧੀਆ ਕਰ ਲਵੋ ਤਾਂ ਉਹ ਸਭ ਤੋਂ ਬੈਸਟ ਹੈ। ਸਵੇਰ ਦੀ ਚਾਹ ਜਿਹੜੀ ਹੈ ਉਹਨੂੰ ਚਾਹ ਨੂੰ ਜੇ ਵਧੀਆ ਬਣਾ ਲਵੋ, ਗੱਲ ਹੈ ਜੇ ਬੀਬੀਆਂ ਬਣਾਉਂਦੀਆਂ, ਬੀਬੀਆਂ ਬਹੁਤ ਬੰਦੇ ਆਪਣੀ ਚਾਹ ਬਣਾਉਂਦੇ, ਉਹਦੇ ਵਿੱਚ ਜਿਹੜੀ ਤੁਹਾਡੀ ਬੇਸ ਉਹਦਾ ਤੁਲਸੀ ਹੈ। ਤੁਲਸੀ ਦੇ ਬਹੁਤ ਵਧੀਆ ਬੂਟੇ ਮਿਲ ਜਾਂਦੇ ਨੇ ਰਿਵਰ ਨਰਸਰੀ ਵਾਲਿਆਂ ਦੇ, ਤੁਸੀਂ ਲਿਆਓ, ਉਹਨਾਂ ਕੋਲ ਬਹੁਤ ਵਧੀਆ। ਚੌਹਾਨ ਬਾਈ ਜੀ ਉਹਨਾਂ ਕੋਲ ਤੇ ਕੁਲਵੀਰ ਚੌਹਾਨ ਉਹਨਾਂ ਕੋਲ ਹਾਈਵੇ 10 ਤੇ 163-64 ਤੇ ਆ ਜਿਹੜੀ ਉਹ ਰਾਤ ਦੀ ਰਾਣੀ ਦੇ ਬੂਟੇ ਬਹੁਤ ਵਧੀਆ ਨੇ। ਆਹ ਦਿਨਾਂ ਦੇ ਵਿੱਚ ਅੰਦਰ ਰੱਖੋ, ਰਾਤ ਦੀ ਰਾਣੀ ਦੇ ਫੁੱਲ ਖਿੜਦੇ ਨੇ, ਘਰ ਮਹਿਕਣ ਲਾਉਂਦੇ ਨੇ, ਰਾਤ ਨੂੰ ਮਹਿਕਦੀ ਆਉਂਦੇ ਨੇ, ਫੁੱਲ ਬੰਦ ਹੋ ਜਾਂਦੇ। ਉਹਨਾਂ ਕੋਲ ਇੰਡੀਆ ਦੀ ਜਿਹੜੀ ਹੈ ਨਾ ਭਾਰਤ ਵਾਲੀ ਹੈ ਅਸਲ, ਜਿਹਨੂੰ ਸੇਕਰਡ ਬੇਜ਼ਲ ਕਹਿੰਦੇ ਨੇ, ਅਸਲ ਜਿਹਦੀ ਪੂਜਾ ਹੁੰਦੀ ਆ ਆਪਣੇ ਪੰਜਾਬ ਭਾਰਤ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਬਹੁਤ ਚੰਗਾ ਮੰਨਿਆ ਗਿਆ। ਤੁਲਸੀ ਵੈਸੇ ਹੀ ਚੰਗੀ ਵਧੀਆ। ਤੁਲਸੀ ਤੇ ਪੁਦੀਨਾ ਇਹ ਬੇਸ ਰੱਖ ਕੇ ਉਹਦੇ ਬਾਅਦ ਅਦਰਕ ਹੈ, ਅਦਰਕ ਦੇ ਨਾਲ ਸੌਂਫ ਆ, ਲੌਂਗ ਆ, ਇਲਾਇਚੀ ਹੈ ਤੇ ਦਾਲਚੀਨੀ, ਤੇ ਥੋੜੀ ਜਿਹੀ ਉਹਦੇ 'ਚ ਮਤਲਬ ਜਿਹੜੀ ਤੁਹਾਡੀ ਆ ਅਜਮੈਣ ਵੱਧ ਨਹੀਂ ਪਾ ਸਕਦੇ, ਅਜਮੈਣ ਮਾੜੀ ਹੈ, ਅੱਛਾ ਉਬਾਲ ਨਹੀਂ ਮਾੜੀ ਹੈ, ਪਰ ਬੈਸਟ ਆ ਉਹ। ਇਹ ਤੁਹਾਡੀ ਚਾਹ ਦੇ ਵਿੱਚ ਸਵੇਰ ਦੀ ਚਾਹ ਦਾ 1 ਕੱਪ ਚਾਹੀਦਾ ਤੁਹਾਨੂੰ। ਆ ਛਿੱਕਾਂ ਜਿਹੜੀਆਂ ਜਿਹਦੇ ਇਮਿਊਨ ਸਿਸਟਮ ਜੀ ਤੇ ਜੇ ਤੇ ਉਹ ਕੋਵਿਡ ਇਹ ਨਹੀਂ ਹੈ। ਸਵੇਰ ਦੀ ਚਾਹ ਵਧੀਆ ਬਣਾਉਣੀ ਲਓ, ਆਪ ਬਣਾਓ, ਬੰਦੇ ਖੁਦ ਆਪਣੀ ਚਾਹ ਬਣਾਉਣ ਜਾਂ ਬੀਬੀਆਂ ਬਣਾਉਣ, ਉਹ ਵੀ ਇਸ ਤਰ੍ਹਾਂ ਬਣਾਉਣ ਟ੍ਰੇਨਡ ਕਰਕੇ ਪੂਰਾ, ਤੇ ਤਾਜ਼ਾ ਮਸਾਲਾ ਕੁੱਟਿਆ ਹੋਵੇ। ਮਸਾਲਾ ਕੁੱਟੋ ਨਾ ਪਹਿਲਾਂ ਮਾਮ ਜਿਸ ਤੱਕ ਖੜਕੇ ਸਵੇਰੇ ਖੜ ਹੋਵੇ, ਤੇ ਉਹਨੂੰ ਫੇਰ ਉਹਨੂੰ ਚਾਹ ਵਧੀਆ ਤੇ ਗੁੜ, ਉਹਨੂੰ ਗੁੜ 'ਚ ਬਣਾ ਲਓ ਬਸ, ਚੀਨੀ 'ਚ ਨਾ ਪਾਓ। ਜੇ ਗੁੜ ਨਹੀਂ ਪਾਉਣਾ ਤਾਂ ਸ਼ਹਿਦ ਪਾ ਲਓ ਥੋੜਾ। ਸਵੇਰ ਦੀ ਚਾਹ ਤੇ ਉਹਦਾ ਸਾਈਜ਼ ਵੀ ਆਪਣਾ ਵਧੀਆ ਹੁੰਦਾ, ਤੇ ਉਹ ਚਾਹ ਸਵੇਰ ਦੀ ਤੁਹਾਡੀ ਵਧੀਆ ਚਾਹੀਦੀ ਹੈ। ਤੇ ਅਸ਼ਵਗੰਧਾ ਜਿਹੜੀ ਹੈ ਉਹਨੂੰ ਜ਼ਿੰਦਗੀ ਦਾ ਹਿੱਸਾ ਬਣਾਓ। ਇੱਥੇ ਠੰਡ ਰਹਿੰਦੀ ਹੈ। ਅਸ਼ਵਗੰਧਾ, ਚਿੱਟੇ ਤਿਲ, ਚਿੱਟੀ ਮੂਸਲੀ ਤੇ ਬਦਾਮ ਚਾਰੇ ਰਗੜ ਲਓ ਬਰਾਬਰ 250-250 ਗ੍ਰਾਮ, ਤੇ 1 ਚਮਚਾ ਰਾਤ ਨੂੰ ਵਾਹਿਗੁਰੂ ਕਹਿ ਕੇ ਦੁੱਧ ਨਾਲ ਗੱਡ ਲਓ ਆਪਣਾ। ਬਹਿ ਜਾ। ਬਾਕੀ ਜਿਹੜੀਆਂ ਨਾ ਭੱਜਿਆ ਕਰੋ, ਬੰਦਿਆਂ ਨੂੰ ਬਹੁਤ ਬਿਮਾਰੀਆਂ ਨੇ। ਫਲਾਣੇ ਥਾਂ ਸੋਨਾ ਮਾਰ ਕੇ ਖਿਲਾਉਂਦਾ ਹੈ, ਉਹ ਅਦਰਕ ਭਸਮ ਬਣਾਉਂਦਾ, ਉਹ ਹੀਰੇ ਦੀ ਬਣਾਉਂਦਾ, ਉਹ ਕੁਛ ਨਹੀਂ ਹੈ ਉਹਨਾਂ ਚੀਜ਼ਾਂ 'ਚ। ਇਹ ਇਸ ਤਰ੍ਹਾਂ ਨਹੀਂ ਕਰਨਾ। ਬੇਸਿਕਲੀ ਤੁਹਾਡੀ ਬਾਡੀ ਜਿਹੜੀ, ਇੱਕ ਜਿਹੜਾ ਸਰੀਰ ਤੁਹਾਡਾ ਭੌਂਦਾ ਚੀਜ਼ ਨੂੰ ਉਹ ਖਾਓ, ਧੱਕੇ ਨਾਲ ਨਾ ਖਾਓ। ਇੱਕ ਦਿਨ ਸਬਜ਼ੀਆਂ ਖਾਂਦੇ ਹੋ, ਇੱਕ ਦਿਨ ਮੀਟ ਖਾਂਦੇ ਹੋ, ਤੁਸੀਂ ਸਵੇਰੇ ਵਾਸ਼ਰੂਮ ਨਹੀਂ ਜਾਂਦੇ, ਦੂਜੇ ਦਿਨ ਮੀਟ ਡਾਈਜੈਸਟ ਹੋਣ ਨੂੰ ਬਹੁਤ ਸਮਾਂ ਲੱਗਦਾ। ਇਹਨਾਂ ਨੇ ਪ੍ਰੋਸੈਸਡ ਮੀਟ ਆ, ਪਤਾ ਨਹੀਂ ਕਿੱਥੇ ਦੇ ਚੱਲੇ ਹੋਏ ਨੇ ਮੁਰਗੇ ਸ਼ੁਰਗੇ ਜੇ, 20-20 ਦਿਨਾਂ ਦੇ ਵਿੱਚ ਕਿਹੜੇ ਟੀਕੇ ਲਾ ਕੇ ਇਹਨਾਂ ਨੂੰ ਬਣਾਉਂਦੇ ਨੇ। ਇਹ ਅਲੱਗ ਚੀਜ਼ ਆ ਬਹੁਤ, ਤੇ ਮੀਟ ਤੋਂ ਲੋਕ ਪਰਾਂ ਹੋ ਰਹੇ ਨੇ। ਪਰ ਜਿਹਦਾ ਮਰਜ਼ੀ ਮਨ ਹੈ ਉਹ ਖਾਓ ਵੀ, ਮੈਂ ਤਾਂ ਕਿਸੇ ਨੂੰ ਰੋਕਦਾ ਨਹੀਂ। ਤੇ ਧਰਮ ਵਾਲੇ ਚੱਕਰ 'ਚ ਨਹੀਂ ਇਹ ਹੈ ਕੋਈ ਕਹਾਣੀ, ਐਵੇਂ ਬਿਨਾਂ ਮਤਲਬ ਉਹੀਓ ਚੀਜ਼ਾਂ ਸੈੱਟ ਕੀਤੀਆਂ ਧਰਮ 'ਚ ਵੀ ਆਹ ਨਹੀਂ ਖਾਣਾ, ਉਹ ਨਹੀਂ ਖਾਣਾ। ਇਹ ਗੱਲਾਂ ਕੱਚੀਆਂ ਨੇ, ਮੈਂ ਨਹੀਂ ਇਹਨਾਂ ਨੂੰ ਮੰਨਦਾ। ਤੇ ਤੁਸੀਂ ਬੰਦਿਆਂ ਦੀ ਰੱਤ ਪੀ ਚਲੋ, ਕਹਿੰਦੇ ਵੀ ਮਾਸ ਦਾ ਇਸਤੇਮਾਲ ਨਹੀਂ ਮੈਂ ਕਰਦਾ। ਰਣਜੀਤ ਸਿੰਘ ਜੀ, ਲਾਈਨ ਨੰਬਰ 3, ਤੁਸੀਂ ਏਅਰ ਤੇ ਹੋ। ਹਾਂਜੀ, ਹੈਲੋ
ਹਾਂਜੀ ਬਾਈ ਜੀ। ਹਾਂਜੀ ਬਹੁਤ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਰਹਿੰਦੇ ਤੁਸੀਂ ਟਾਈਮ ਤੇ। ਗਿੱਲ ਸਾਹਿਬ, ਜਿਹੜੀ ਆਪਣੀ ਪੰਜਾਬੀ ਰਸੋਈ ਆ ਇਹਦੇ ਵਿੱਚ ਤੇ ਇੰਨਾ ਕੁ ਕੁਛ ਹੈਗਾ ਜੀ ਵੀ ਜੇ ਆਪਾਂ ਚਾਹੇ ਬੰਦਾ, ਆਪਾਂ ਕਹਿੰਦੇ 100% ਜਿੱਦਾਂ ਤੰਦਰੁਸਤ ਤੁਸੀਂ। ਗਿੱਲ ਸਾਹਿਬ, ਮੈਂ ਤੁਹਾਨੂੰ ਆਪਦੀ ਹੱਡ ਬੀਤੀ ਦੱਸਦਾ। ਗਿੱਲ ਸਾਹਿਬ, ਮੇਰੀ ਸ਼ੂਗਰ 400-500 ਤੇ ਗਿੱਲ ਸਾਹਿਬ ਚੱਲ ਗਈ ਸੀ। ਮੇਰੀ ਬੈਕ ਦੀ ਸਰਜਰੀ ਹੋਈ ਸੀਗੀ ਤਾਂ ਮੈਨੂੰ ਕਿਸੇ ਸੱਜਣ ਨੇ ਦੱਸਿਆ ਸੀਗਾ ਪੁਦੀਨਾ, ਲਸਣ, ਅਦਰਕ ਤੇ ਇਹਦਾ ਪੇਸਟ ਜਾਣੀ ਕਿ ਆਪਾਂ ਬਣਾ ਲੈਣਾ ਨਾ, ਤੇ ਇਹਦੇ ਵਿੱਚ 1 ਚਮਚਾ ਜਵੈਣ ਦਾ ਤੇ 1 ਸ਼ਹਿਦ ਦਾ ਤੇ ਕਾਲਾ ਲੂਣ। ਗਿੱਲ ਸਾਹਿਬ, ਮੈਂ 4 ਵੀਕਾਂ ਇਹ ਜਿੱਦਾਂ ਨਿਰਣੇ ਪ੍ਰਕਾਰ 'ਚ 1 ਚਮਚਾ ਟੀਸਪੂਨ ਸਵੇਰ ਨੂੰ ਤੇ 1 ਦੁਪਹਿਰ ਨੂੰ 1 ਸ਼ਾਮ ਨੂੰ, 4 ਵੀਕਾਂ ਬਾਅਦ ਗਿੱਲ ਸਾਹਿਬ 120-130 ਤੇ ਮੇਰੀ ਸ਼ੂਗਰ ਜੀ ਹੁਣ ਮੈਂ ਬਿਲਕੁਲ ਨਾਰਮਲ ਆ। ਇਹ ਤੁਸੀਂ ਦੇਖ ਲਓ ਵੀ ਨਹੀਂ ਤੇ ਕਿੰਨੇ ਆਪਾਂ ਟੀਕੇ ਲਾਉਂਦੇ, ਕਈ ਕੁਛ ਕਰਦੇ ਆ। ਜਿਹੜੀ ਉਸ ਕਰਕੇ ਪੰਜਾਬੀ ਰਸੋਈ ਜਿਹੜੀ ਹੈ ਜੀ, ਇਹਦੇ ਵਿੱਚ ਆਪਣੇ ਕੋਲ ਇੱਕ ਆਯੁਰਵੈਦਿਕ ਜਿਹਨੂੰ ਕਹਿੰਦੇ ਉਹਦੇ ਵਿੱਚ ਹੈਗਾ ਜੀ ਸਾਰਾ ਕੁਝ। ਹਾਂਜੀ, ਥੈਂਕ ਯੂ ਗਿੱਲ ਸਾਹਿਬ। ਧੰਨਵਾਦ ਬਾਈ ਜੀ। ਇੰਦਰਜੀਤ ਸਿੰਘ ਜੀ, ਲਾਈਨ ਨੰਬਰ 4। ਹਾਂਜੀ ਸਰਦਾਰ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਹੁਤ ਗਿਆਨਵਾਨ, ਬੜਾ ਉਪਕਾਰ ਹੈ ਤੁਹਾਡਾ ਸਾਡੇ ਤੇ ਇਦਾਂ ਕਿ ਇਹ ਵਾਕਈ ਬਹੁਤ ਫਰਕ ਪੈਂਦਾ। ਇਹਨਾਂ ਦੀਆਂ ਜਿਹੜੀਆਂ ਮੈਡੀਸਨ ਆ ਨਾ, ਮੈਨੂੰ 20 ਸਾਲ ਤੋਂ 25 ਸਾਲ ਤੋਂ ਦੇਣ ਡਏ ਆ ਸਟ੍ਰੈਸ ਦੀ ਗੋਲੀ, ਮੈਂ ਨਹੀਂ ਖਾਧੀ। ਸਾਈਡ ਇਫੈਕਟ ਬਹੁਤ ਹੁੰਦੇ ਆ। ਦੇਸੀ ਜੀ ਵਧੀਆ। ਤੇ ਨੰਬਰ 2, ਮੱਝ ਵੇਚ ਕੇ ਘੋੜੀ ਲਈ ਤਾਂ ਦੁੱਧ ਪੀਣੋਂ ਗਿਆ ਤੇ ਲਿੱਦ ਸੁੱਟਣੀ ਪਈ। ਟੈਕਸੀ ਸੀ ਚੰਗੀ ਭਲੀ, 500-600 ਡਾਲਰ ਕੁੱਟ ਲਈਦਾ ਸੀਗਾ ਤੇ ਉਹ ਤਾਂ ਖੜ ਗਿਆ, ਲੈਮਨ ਵੀ ਖੜ ਗਈਆਂ। ਹੁਣ ਫਾਰਮ ਦਾ ਪੰਗਾ ਲਿਆ। ਇੱਕ ਕਿਰਪਾ ਕਰੋ ਥੋੜੇ, ਤੁਸੀਂ ਆਲਰੇਡੀ ਕਿਰਪਾ ਕਰਤੀ ਵੀ ਸਾਗ ਸੁਗ ਬੀਜਿਆ 2-4-10 ਡੰਗਾਂ ਦਾ ਹੋ ਗਿਆ, ਬਿਹਾਈਂਡ ਚੱਲਦਾ ਸਰਕਟ। ਸਬਜ਼ੀਆਂ ਸੁਬਜ਼ੀਆਂ ਇੱਥੇ ਅਸੀਂ ਬੀਜਦੇ ਆ, ਸਾਡੇ ਥੋੜੀ ਕਿਰਪਾ ਕਰਨ। ਨਾ ਬੇਰੀ ਬੀਜਣ ਜੋਗੇ ਆ, ਨਾ ਕੋਈ ਸਮਝ ਆਉਂਦੀ ਕੀ ਕਰੀਏ। ਬੂਝੇ ਪੱਟ ਬੈਠੇ ਆ ਤੇ ਸਿਰ ਫੜ ਕੇ ਬਹਿ ਗਏ। ਥੈਂਕ ਯੂ ਵੈਰੀ ਮਚ। ਸੁਖਦੇਵ ਸਿੰਘ ਜੀ, ਲਾਈਨ ਨੰਬਰ 2। ਇੱਕ ਮੈਂ ਹੋਰ ਬੇਨਤੀ ਕਰਾਂ, ਸੁੱਕੇ ਮੇਵੇ ਜਿਹੜੇ ਨੇ ਉਹ ਕਦੇ ਵੀ ਸੁੱਕੇ ਨਹੀਂ ਖਾਣੇ। ਮਤਲਬ ਬਿਨਾਂ ਭਿਉਂਤੇ ਕੋਈ ਵੀ ਨਟਸ ਜਿਹੜੇ ਨੇ ਉਹ ਕਦੇ ਨਹੀਂ ਖਾਣੇ, ਕਦੇ ਵੀ। ਉਹ ਭਿਉਂ ਕੇ ਹੀ ਖਾਣੇ। ਕੁਛ ਵੀ, ਕਾਜੂ ਹੋਵੇ, ਬਦਾਮ ਹੋਣ, ਚਾਹੇ ਸੌਗੀ ਹੋਵੇ, ਕੁਛ ਵੀ ਹੋਵੇ ਉਹਨਾਂ ਨੂੰ, ਤੇ ਅਖਰੋਟ ਹੋਵੇ। ਅਖਰੋਟ ਤਾਂ ਬਹੁਤ ਵਧੀਆ, ਜ਼ਿਆਦਾ ਹੀ ਵਧੀਆ। ਉਹ ਇੱਕ ਅਖਰੋਟ ਜਿਹੜਾ, ਇਹ ਤਾਂ ਯਾਰ ਕੁਛ ਨਹੀਂ, ਮੈਨੂੰ ਪਤਾ ਆਪਾਂ ਘੋਲ ਕਰਦੇ ਆ, ਘੋਲ ਹੋ ਜਾਂਦੀ ਆ। ਪਰ ਹੁਣ ਸੁੱਖੇ ਨੇ ਭੇਜੀ ਆ ਮੁੰਡੇ ਨੇ, ਉਹ ਕਹਿੰਦਾ ਹੋਇਆ ਦੇਖੋ ਮੇਰਾ ਪਲੇਟ ਉਹਨੇ ਬਣਾ ਕੇ ਭੇਜਿਆ ਡਿਨਰ ਦੀ। ਐਵੋਕਾਡੋ ਪਿਆ, ਉਹਦੇ ਨਾਲ ਇਹ ਖੀਰਾ ਪਿਆ, ਖੀਰੇ ਦੇ ਨਾਲ ਬਦਾਮ ਪਏ ਨੇ, ਬਦਾਮ ਦੇ ਨਾਲ ਸੌਗੀ ਪਈ ਹੈ, ਸੌਗੀ ਨਾਲ ਕਾਜੂ ਪਏ ਨੇ, ਕਾਜੂ ਨਾਲ ਪਈ ਹੈ ਇਹ ਆਪਣੀ ਖਜੂਰ, ਖਜੂਰ ਦੇ ਨਾਲ ਉਬਲੇ ਹੋਏ ਚਿੱਟੇ ਛੋਲੇ ਪਏ ਨੇ, ਨਾਲ ਬਰੋਕਲੀ ਪਈ ਹੈ ਤੇ ਨਾਲ ਪਾਲਕ ਪਈ ਹੈ। ਮਤਲਬ ਹੈ ਉਹ 5-7 ਪੀਸ ਹੀ ਨੇ ਤੇ ਬਸ ਖਤਮ ਕਹਾਣੀ। ਬਦਾਮ ਜਿਹੜੇ ਨੇ, ਮੈਂ ਅੱਗੇ ਵੀ ਤੁਹਾਨੂੰ ਕਹਿਣਾ, ਬਹੁਤ ਵਧੀਆ ਬਦਾਮ ਮਿਲਦੇ ਨੇ, ਕੈਲੀਫੋਰਨੀਆ ਤੋਂ ਮੰਗਾ ਲਓ। ਬਦਾਮ 10-15 ਰਾਤ ਨੂੰ ਭਿਉਂ ਦਿਓ ਬਸ। ਉਹਨਾਂ ਨੂੰ ਛਿੱਲ ਕੇ ਹੀ ਖਾਣਾ। ਉਹ ਆਪਾਂ ਛਿੱਲਣ ਤੋਂ ਵੀ ਰਾਤ ਨੂੰ ਭਿਉਂਤੇ ਹੋਣ ਗਰਮ ਪਾਣੀ 'ਚ, ਉਹ ਇੱਕ ਬੰਨੇ ਦੱਬੇ ਛਿੱਲ ਜਾਂਦੇ ਆ, ਬਸ ਛਿੱਲ ਲਓ ਉਹਨਾਂ। ਕਾਜੂ ਬਹੁਤ ਵਧੀਆ, ਕੁਛ 5-5 4-4 ਪੀਸ ਨੇ, ਬੁੱਕ ਭਰ ਕੇ ਨਹੀਂ ਖਾਣਾ। ਜਦ ਤੁਸੀਂ ਖਾਂਦੇ ਹੋ ਫਿਰ ਉਹ ਨਹੀਂ ਠੀਕ ਆਉਂਦੀ ਗੱਲ। ਇਹ ਵੈਰਾਈਟੀ ਹੈ, ਬਸ ਵੈਰਾਈਟੀ ਦੇ ਨਾਲ ਹੀ ਤੁਸੀਂ ਵਧੀਆ ਹੋਣਾ। ਐਵੋਕਾਡੋ ਬਹੁਤ ਵਧੀਆ, ਬਹੁਤ ਚੰਗਾ। ਐਵੋਕਾਡੋ ਦਾ ਤੇਲ ਬਹੁਤ ਵਧੀਆ। ਇੱਥੇ ਤਾਂ ਯਾਰ ਸਭ ਕੁਝ ਮਿਲਦਾ, ਉੱਥੇ ਤਾਂ ਖਿੱਲਾਂ ਖਾ ਕੇ ਤਕੜੇ ਹੋਈ ਜਾਂਦੇ ਸੀ। ਹੋਰ ਕੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੂੰ ਆਪਣੀ ਸਿਹਤ ਤੋਂ ਉੱਪਰ ਕੁਛ ਨਹੀਂ ਹੈ। ਮਤਲਬ ਸਿਹਤ ਜੇ ਤੁਹਾਡੀ ਚੰਗੀ ਨਹੀਂ ਹੈ, ਕਰਨਾ ਕੀ ਆ? ਪੈਸੇ ਕੀ ਕਰਨੇ? ਨਰਿੰਦਰ ਸਿੰਘ ਕੋਲ ਕਹਿੰਦੇ ਧਰ ਲਈ ਲੌਂਗ ਪਾ ਕੇ ਚਾਹ, ਨਾਲੇ ਪ੍ਰੋਗਰਾਮ ਸੁਣਦੇ ਆ। ਔਰ ਹੈ ਵੀ ਨਾਲੇ ਟਰੱਕ ਵਾਲਾ ਦਿਖਦਾ ਚੁੱਲ੍ਹਾ ਮੈਨੂੰ, ਆਪਣਾ ਸਾਂਝਾ ਪੰਜਾਬ ਵਾਲੇ ਨਰਿੰਦਰ ਸਿੰਘ ਸੇਖੋਂ ਜੀ ਨੇ ਫੋਟੋ ਦਿਖਾ। ਭਾਈ ਸਾਹਿਬ ਜਿਹੜੇ ਸ਼ੂਗਰ ਦਾ ਇਲਾਜ ਦੱਸ ਕੇ ਗਏ ਨੇ ਜੀ, ਮੈਨੂੰ ਸ਼ੂਗਰ ਵਾਲਾ ਭੇਜਿਓ ਮੇਰੇ ਫੋਨ ਤੇ ਬਹੁਤ ਫੋਨ ਆ ਗਏ ਮੇਰੇ ਤੋਂ ਵੀ, ਸਵਾਰ ਕੇ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਜਿਹੜੀ ਤੁਸੀਂ ਕਹੀ ਹੈ। ਮੈਨੂੰ ਮੈਸੇਜ ਕਰ ਦਿਓ, ਮੈਂ ਕੱਲ ਨੂੰ ਦੱਸ ਦੂੰਗਾ ਸੁਣਨ ਵਾਲਿਆਂ ਨੂੰ। 604 729 1224 ਤੇ ਸ਼ੂਗਰ ਦਾ ਜਿਹੜਾ ਇਲਾਜ ਦੱਸ ਕੇ ਗਏ ਨੇ। ਪਲੀਜ਼ ਪ੍ਰੋਗਰਾਮ ਤੁਹਾਡੇ ਤੱਕ, ਮਤਲਬ ਸਿਹਤ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ। ਇਹਦੇ ਲਈ ਇੱਕ ਜਾਂ ਗਰੋਸਰੀ ਕਰਦੇ ਹੋ ਨਾ,
ਉਸ ਸਮੇਂ ਕੰਜੂਸੀ ਨਾ ਕਰੋ। ਸਾਨੂੰ ਪਤਾ ਹੁੰਦਾ ਜਦ ਸਬਜ਼ੀ ਜਾਂ ਫਰੂਟ ਚੱਕਦੇ ਆ ਵੀ ਇਹਦੇ 'ਚ ਜਾਨ ਹੈ ਨਹੀਂ, ਕੱਖ ਨਹੀਂ ਹੈ ਇਹਦੇ। ਕੱਲ ਕਿਸੇ ਨੇ ਗੁੜ ਵਾਲੇ ਡੱਬੇ ਦੀ ਫੋਟੋ ਭੇਜਿਆ, ਵਿੱਚ ਕਿਰਲੀ ਦਾ ਜਵਾਕ ਸੀ। ਨਿਗਾਹ ਰੱਖਿਆ ਕਰੋ ਜਦ ਵੀ ਕੁਝ ਖਾਂਦੇ ਹੋ, ਇਹਦੇ 'ਚ ਨਾ ਕਰਿਆ ਕਰੋ। ਸਿਹਤ ਤੋਂ ਉੱਪਰ ਕੀ ਹੈ? ਫਿਰ ਕਾਹਦੇ ਲਈ ਕਰਨਾ? ਤੇ $20-50 ਦਾ ਫਰਕ ਨਹੀਂ ਪੈਂਦਾ ਸਾਰੇ ਮਹੀਨੇ 'ਚ। ਵਧੀਆ ਖਾਓ। ਆਟੇ ਦਾ ਖਾਸ ਖਿਆਲ ਰੱਖੋ। ਜਿਹੜਾ ਚਿੱਟਾ ਕੰਮ ਆ ਨਾ, ਚਿੱਟੀ ਚੀਨੀ ਤੇ ਚਿੱਟਾ ਮੈਦਾ ਤੇ ਚਿੱਟਾ ਆਟਾ, ਇਹਦਾ ਪੰਗਾ। ਜਿਹੜਾ ਬੰਦਾ ਉੱਠਦੀ ਸਾਰ ਪਾਣੀ ਪੀਂਦੇ ਹੀ 1.5 ਮਿੰਟ ਦੇ ਵਿੱਚ ਵਾਸ਼ਰੂਮ 'ਚੋਂ ਬਾਹਰ ਨਹੀਂ ਆਉਂਦਾ, ਉਹ ਬਿਮਾਰ ਹੈ। ਕਿਸੇ ਬਹੁਤ ਕਲੋਜ਼ ਬੰਦੇ ਨੇ ਦੱਸਿਆ, ਕਹਿੰਦੇ ਬਾਰਲੋਂ ਦੀ ਸਿਹਤ ਦਾ ਰਾਜ ਪਤਾ ਕੀ ਹੈ? ਮੈਂ ਕਿਹਾ ਦੱਸੋ ਕੀ ਹੈ? ਕਹਿੰਦਾ 90 ਸੈਕਿੰਡ ਲਾਉਂਦੇ ਆ ਵਾਸ਼ਰੂਮ 'ਚ ਜਾ ਜਾਂਦੇ ਆ, 90 ਸੈਕਿੰਡ 'ਚ ਬਾਹਰ। ਮਤਲਬ ਜਿਹਦਾ ਮਿਹਦਾ ਤਕੜਾ ਹੈ ਉਹ ਕੁਛ ਨਹੀਂ ਹੁੰਦਾ। ਤੇ ਇਹਦੇ ਲਈ ਆਪਣੇ ਆਪ ਨੂੰ ਠੀਕ ਰੱਖੋ। ਜਦ ਤੁਸੀਂ ਸਰੀਰ ਲਾ ਲੈਂਦੇ ਹੋ ਆਪਣੇ ਤੇ ਆਪਣਾ ਬਈ ਚੂਰਨਾ ਤੇ ਇਹਦੇ ਨਾਲ ਹੋਊ, ਇਹ ਨਹੀਂ ਹੈ। ਤੁਹਾਡਾ ਖਾਣਾ ਠੀਕ ਚਾਹੀਦਾ, ਕਬਜ਼ ਨਹੀਂ ਹੋ ਸਕਦੀ। ਕਬਜ਼ ਨਾ ਹੋਣ ਦਿਓ ਕਦੇ ਵੀ ਜ਼ਿੰਦਗੀ ਦੇ ਵਿੱਚ। ਕਬਜ਼ ਹੋਈ ਨਹੀਂ। ਪ੍ਰੂਨਸ ਬਹੁਤ ਵਧੀਆ ਨੇ, ਕੋਈ ਚੱਕਰ 'ਚ ਪੈਣ ਦੀ ਉਹ ਲੋੜ ਨਹੀਂ। ਹੱਥ ਨੇ 2 ਜਿਹੜੀ ਜਤਿੰਦਰ ਸੰਧੂ ਨਹੀਂ ਕਹਿੰਦੇ 198 ਤੇ 64 ਦੇ ਕੋਲ ਕਹਿੰਦੇ ਡਿਵਾਈਡਰ ਤੇ ਬਹੁਤ ਸੀ ਹੋਏ ਤੇ ਪਹਿਲਾਂ ਫੁੱਲ ਸੀ ਜਦ ਹੈਗੇ ਸੀ, ਹੁਣ ਫੁੱਲਾਂ ਤੋਂ ਬਾਅਦ ਹੈ ਨਹੀਂ ਉੱਥੇ। ਹੈ ਕਿੱਥੇ ਛੱਡਦੇ ਨੇ? ਤਾਂ ਡਰੋਨ ਛੱਡਦੇ ਆ ਹੁਣ, ਦੇਖ ਕੇ ਵੀ ਕਿੱਥੇ ਕਿੱਥੇ ਕਿਹੜੀ ਚੀਜ਼ ਲੱਗੀ ਹੋਈ ਹੈ। ਰਵਿੰਦਰ ਥਿੰਦ ਪ੍ਰੋਗਰਾਮ ਦੇ ਸਪਾਂਸਰ 604। ਸੋ ਕਬਜ਼ ਨੂੰ ਆਪਣੇ ਨੂੰ ਠੀਕ ਰੱਖਣਾ। ਇਸਬਗੋਲ ਬਹੁਤ ਵਧੀਆ ਦੁੱਧ ਦੇ ਵਿੱਚ ਨਾਲੇ ਖੀਰ ਬਣ ਜਾਂਦੀ ਹੈ। ਅੱਧਾ ਚਮਚਾ ਦੇ ਵਿੱਚ ਇਸਬਗੋਲ ਦੇ ਨਾਲ 2 ਚਮਚੇ ਇਸਬਗੋਲ ਦੇ ਤੇ 1 ਚਮਚਾ ਸ਼ਹਿਦ ਦਾ ਦੁੱਧ 'ਚ ਆਪਣਾ ਸਿੱਟ ਲਓ। ਇਸਬਗੋਲ ਤਾਂ ਵੈਸੇ ਹੀ ਸਾਲ 'ਚ 2 ਵਾਰ ਤੁਹਾਨੂੰ 1 ਮਹੀਨਾ ਚਾਹੀਦਾ। ਅੰਦਰੋਂ ਮਿਹਦਾ ਲਿਸ਼ਕਣ ਲਾ ਦਿੰਦਾ, ਇੰਨਾ ਵਧੀਆ ਇਸਬਗੋਲ। ਬਹੁਤ ਵਧੀਆ ਚੀਜ਼। ਇਹ ਮਾਮਜਸ ਤੇ ਕੁੱਟੇ ਹੋਏ ਨੇ 8ਵੀਂ 'ਚ 1978 ਦੀ ਗੱਲ ਹੈ, ਤਾਂ ਚੀਜ਼ਾਂ ਇਹ ਯਾਦ ਨੇ। 8-10 ਸਾਲ ਬਹੁਤ ਖੜਕਾਏ ਇਹ ਪਿੰਡ ਮਹੰਤ ਜੀ ਕੋਲ, ਬਹੁਤ ਕੁਝ ਸਿੱਖਿਆ। ਸੋ ਇਹ ਸਿਹਤ ਦੇ ਨਾਲ ਹੀ ਹੈ। ਗੱਲਾਂ ਗੁੱਲਾਂ ਤਾਂ ਖੂਹ ਖਾਤੇ ਪੈ ਨੇ ਜੇ ਸਿਹਤ ਨਾ ਚੰਗੀ ਹੋਵੇ। ਮਿਹਦੇ ਦੀ ਹਮਕ ਆ, ਜਿਹੜੀ ਸਟਮਕ ਦੇ ਵਿੱਚੋਂ ਆਰਡਰ ਹੈ, ਉਹ ਤਾਂ ਹੀ ਆਉਂਦੀ ਜਦ ਤੁਹਾਡਾ ਫੂਡ ਠੀਕ ਨਹੀਂ। ਜਦ ਤੁਹਾਡਾ ਫੂਡ ਠੀਕ ਹੋਵੇ ਕਦੇ ਵੀ ਕੁਛ ਨਹੀਂ ਹੁੰਦਾ। ਖਾਣਾ ਠੀਕ ਘੱਟ ਖਾਓ, ਨਾਲੇ ਜਿੰਨੀ ਜ਼ਰੂਰਤ ਹੈ। ਇਹ ਨਹੀਂ ਹੈ ਵੀ ਜਿਉਣ ਲਈ ਖਾਣਾ, ਖਾਣ ਲਈ ਨਹੀਂ ਜਿਉਣਾ। ਕਈ ਨਾ ਲੇੜਦੇ ਬਹੁਤ ਹੈ। ਜ਼ਰੂਰਤ ਜੇ ਤੁਹਾਡੇ ਮਨ 'ਚ ਨਾ ਵੀ 10 ਰੋਟੀਆਂ ਖਾ ਕੇ ਤਕੜੇ ਹੁੰਦੇ ਨੋ, ਇਹ ਨਹੀਂ ਜ਼ਰੂਰਤ। ਉਨੀ ਚੀਜ਼ ਦੀ ਜਿੰਨੀ ਸਰੀਰ ਨੂੰ ਜ਼ਰੂਰਤ ਆ ਓਨਾ ਖਾਓ। ਇਨਗ੍ਰੇਡੀਐਂਟਸ ਵਧੀਆ ਹੋਣ, ਸਬਜ਼ੀਆਂ, ਤੁਹਾਡੇ ਫਰੂਟ, ਦਾਲਾਂ, ਉਹਨਾਂ ਤੇ ਕਿਰਸ ਨਾ ਕਰਿਆ ਕਰੋ। ਇਹ ਬਹੁਤ ਔਖਾ। ਕਹਿੰਦਾ ਸਾਡੇ ਨਾਲ ਮਨਪ੍ਰੀਤ ਹੁੰਦਾ ਸੀ ਕਹਿੰਦਾ ਜਵਾਕਾਂ ਦੀ ਸਿਹਤ ਬਾਰੇ ਸਰਕਾਰ ਨੇ ਬਹੁਤ ਜਾਗਰੂਕ ਕਰਤਾ ਲੋਕਾਂ ਨੂੰ। ਪਿੰਡਾਂ ਵਾਲੀਆਂ ਬੁੜੀਆਂ ਹਾਲੇ ਵੀ ਪੋਤੜੇ ਜੇ ਬੰਨੀਆਂ ਜਾਂਦੀਆਂ ਨੇ। ਅਸਲ 'ਚ ਮੁਲਕ ਪੜ੍ਹਾਈ ਲਿਖਾਈਓਂ ਮਾਰ ਖਾ ਜਾਂਦਾ। ਕਟਾਣੀ ਵਾਲਾ ਕਹਿੰਦਾ ਸਰਕਾਰ ਨੇ ਕੀ ਜਾਗਰੂਕ ਕਰਤਾ ਜਨਤਾ ਨੂੰ? ਮਨਪ੍ਰੀਤ ਕਹਿੰਦਾ ਪ੍ਰਧਾਨ ਕੱਲੇ ਟਰੱਕ ਦੇ ਮਗਰ ਤਾਂ ਲਿਖਾਤਾ ਵੀ ਯੂਜ਼ ਡਾਇਪਰ ਐਟ ਨਾਈਟ। ਪੜ੍ਹੇ ਲਿਖੇ ਬੰਦੇ ਦਾ ਐਂ ਹੋ ਜਾਂਦਾ, ਡਿੱਪਰ ਨੂੰ ਡਾਇਪਰ ਕਹਿੰਦਾ। ਸੋ ਸਿਹਤ ਆਪਣੀ ਬਸ ਇੱਕੋ ਹੀ ਗੱਲ ਆ ਅਖੀਰ ਦੇ ਵਿੱਚ। ਸਾਰਿਆਂ ਦਾ ਧੰਨਵਾਦ। ਬਾਈ ਜੀ ਗੁਰਦੀਪ ਬਾਈ ਆ, ਉਹਨਾਂ ਨੇ ਅਮਰੀਕਾ ਦੇ ਵਿੱਚੋਂ ਯਾਦ ਕੀਤਾ। ਸਾਰੇ ਤੁਹਾਨੂੰ, ਤੁਸੀਂ ਜਿੱਥੇ ਵੀ ਦੂਰ ਬੈਠੇ ਹੋ, ਸਾਰਿਆਂ ਦਾ ਧੰਨਵਾਦ। ਤੇ ਇਹ ਜਿਹੜਾ ਹੁਣ ਅਸਲ ਗੱਲ ਕਹਾਣੀ ਇਹ ਆ ਕਿ ਜਿਹੜਾ ਹੁਣ ਤਾਂ ਬਹੁਤ ਸਿਸਟਮ ਵਧੀਆ। ਬਾਹਰਲੇ ਬੰਨੇ ਘਰ ਦੇ ਵਿੱਚ, ਗਰਾਜ ਦੇ ਵਿੱਚ ਪਿੱਛੇ ਚੱਕਵੇਂ ਚੁੱਲ੍ਹੇ ਨੇ, ਤੇ ਬਾਹਰਲੇ ਬੰਨੇ ਧੁੱਪ ਦੇ ਵਿੱਚ ਬਹਿ ਕੇ ਖਾਣਾ ਬਣਾਓ। ਤੇ ਘਰ ਦੀ ਬਗੀਚੀ ਜ਼ਰੂਰ ਰੈਡੀ ਕਰੋ। ਜੇ ਇਸ ਵਾਰ ਨਹੀਂ ਕੀਤੀ ਤਾਂ ਅਗਲੇ ਸਾਲ ਲਈ ਫਿਰ ਰੈਡੀ ਕਰੋ। ਤੇ ਵਧੀਆ ਲਾਓ ਸਾਰਾ ਕੁਛ ਜਿੰਨਾ ਲੱਗਦਾ। ਪਿੱਛੋਂ ਭੋਰਾ ਚਾਹੇ ਕੰਕਰੀਟ ਪੱਟਣੀ ਪਵੇ, ਪੱਟ ਲਓ, ਬਣਾ ਲਓ। ਕਿ ਤੇ ਜਿਹਦੇ ਕੋਲ ਜਗ੍ਹਾ ਹੈ ਉਹ ਗਮਲਿਆਂ 'ਚ ਲੱਗਦੀ ਹੈ। ਟਾਊਨ ਹਾਊਸਾਂ ਦੇ ਵਿੱਚ, ਕੋਂਡੋਆਂ 'ਚ ਸਭ ਲੋਕ ਲਾ ਰਹੇ ਨੇ। ਗਮਲਿਆਂ 'ਚ ਬਹੁਤ ਉੱਗਦਾ ਵੇਖਿਆ ਮੈਂ। ਧੰਨਵਾਦ। ਇਹ ਸੀ ਅੱਜ ਦਾ ਪ੍ਰੋਗਰਾਮ। ਕੁਲਦੀਪ ਮਾਨਕ ਦਾ ਕੋਕਾ ਤੁਹਾਡੇ ਲਈ। ਤੇ ਕੱਲ੍ਹ ਨੂੰ ਸ਼ੁੱਕਰਵਾਰ ਦਾ ਦਿਨ ਖਾਸ ਗੱਲਬਾਤ ਹੋਏਗੀ। ਚੜ੍ਹਦੀ ਕਲਾ ਤੁਹਾਡੇ ਸਾਰਿਆਂ ਤੇ ਮਾਣ ਹੈ। ਧੰਨਵਾਦ।